क्यूबिटेक स्टूडियो ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸਪੈਸ਼ਲ ਐਕਟੀਵਿਟੀ ਦਾ ਦੂਜਾ ਭਾਗ ਪੜਾਂਗੇ, ਲਾਰੈਂਸ ਟਰਾਂਸਫਰਮੇਸ਼ਨ ਭਾਗ 2। ਇਸ ਦੇ ਵਿੱਚ ਅੱਜ ਅਸੀਂ ਕਾਫੀ ਸਾਰੇ ਟੌਪਿਕ ਪੜਾਂਗੇ। ਸਭ ਤੋਂ ਪਹਿਲਾਂ ਇਤਿਹਾਸਿਕ ਪਹਿਲੂ, ਫਿਰ ਇਕੁਏਸ਼ਨਾਂ ਦੇ ਵੱਲ ਵਾਪਸੀ। ਇਸ ਦੇ ਵਿੱਚ ਪ੍ਰਕਾਸ਼ ਤੋਂ ਕੁਝ ਤੇਜ਼ ਕੁਝ ਨਹੀਂ ਚੱਲਦਾ। ਤੇ ਇਸ ਤੋਂ ਬਾਅਦ ਪੜਾਂਗੇ ਸਰਵ ਸਧਾਰਨ ਲਾਰੈਂਸ ਟਰਾਂਸਫਰਮੇਸ਼ਨਾਂ ਤੇ ਲੈਂਥ ਕੰਟਰੈਕਸ਼ਨ ਅਤੇ ਟਾਈਮ ਡਿਲੇਸ਼ਨ। ਤੇ ਇਸ ਦੇ ਵਿੱਚ ਕਾਫੀ ਸਾਰੇ ਮਿਕਸ ਟੌਪਿਕ ਵੀ ਪੜਾਂਗੇ, ਮਿੰਕੋਵਸਕੀ ਵਰਲਡ, ਮਿੰਕੋਵਸਕੀ ਅਤੇ ਲਾਈਟ ਕੋਨ, ਪ੍ਰੋਪਰ ਟਾਈਮ ਦਾ ਭੌਤਿਕੀ ਅਰਥ, ਸਪੇਸ ਟਾਈਮ ਇੰਟਰਵਲ, ਟਾਈਮ ਲਾਈਕ, ਸਪੇਸ ਲਾਈਕ ਅਤੇ ਲਾਈਟ ਲਾਈਕ। ਤੇ ਲਾਸਟ ਵਿੱਚ ਇਤਿਹਾਸਕ ਪਹਿਲੂ ਵਿੱਚ ਆਇਨਸਟਾਈਨ ਤੇ ਲਾਰੈਂਸ ਬਾਰੇ ਦੁਬਾਰਾ ਗੱਲ ਹੋਏਗੀ। ਤੇ ਇਹ ਅੱਜ ਵਾਲਾ ਜਿਹੜਾ ਲੈਕਚਰ ਹੈ ਕਾਫੀ ਸੌਖਾ ਹੀ ਹੈ। ਇਸ ਵਿੱਚ ਕੋਈ ਜ਼ਿਆਦਾ ਇਕੁਏਸ਼ਨਾਂ ਜਾਂ ਗਣਿਤ ਨਹੀਂ ਹੈ। ਤੇ ਆਓ ਸ਼ੁਰੂਆਤ ਕਰਦੇ ਹਾਂ ਇਤਿਹਾਸਕ ਪਹਿਲੂ ਤੋਂ। ਪਿਛਲੇ ਲੈਕਚਰ ਦੇ ਸਵਾਲ ਦਾ ਜਵਾਬ ਦੇਣ ਲਈ ਆਇਨਸਟਾਈਨ ਲਾਰੈਂਸ ਪਰਿਵਰਤਨ ਦੀ ਖੋਜ ਕਰਨ ਵਾਲਾ ਪਹਿਲਾ ਵਿਅਕਤੀ ਨਹੀਂ ਸੀ। ਇਹ ਸਨਮਾਨ ਡੱਚ ਭੌਤਿਕ ਵਿਗਿਆਨੀ ਹੈਨਡਰਿਕ ਲਾਰੈਂਸ ਦਾ ਹੈ। ਲਾਰੈਂਸ ਅਤੇ ਹੋਰਾਂ ਨੇ ਵੀ ਉਸ ਤੋਂ ਪਹਿਲਾਂ, ਖਾਸ ਤੌਰ ਤੇ ਜਾਰਜ ਫਿਟਸ ਗੇਰਾਲਡ ਨੇ ਅੰਦਾਜ਼ਾ ਲਗਾਇਆ ਸੀ ਕਿ ਇਲੈਕਟ੍ਰੋਮੈਗਨੈਟਿਜ਼ਮ ਦੇ ਮੈਕਸਵੈਲ ਦੇ ਸਿਧਾਂਤ ਦੇ ਲਈ ਗਤੀ ਦੀ ਦਿਸ਼ਾ ਦੇ ਨਾਲ ਇੱਕ ਇਕਰਾਰਨਾਮਾ ਕਰਨ ਦੇ ਲਈ ਗਤੀਸ਼ੀਲ ਵਸਤੂਆਂ ਦੀ ਲੋੜ ਹੁੰਦੀ ਹੈ। ਇੱਕ ਅਜਿਹੀ ਘਟਨਾ ਜਿਸ ਨੂੰ ਹੁਣ ਅਸੀਂ ਲਾਰੈਂਸ ਕੰਟਰੈਕਸ਼ਨ ਕਹਿੰਦੇ ਹਾਂ। 1900 ਤੱਕ ਲਾਰੈਂਸ ਨੇ ਗਤੀਸ਼ੀਲ ਵਸਤੂਆਂ ਦੇ ਇਸ ਕੰਟਰੈਕਸ਼ਨ ਦੁਆਰਾ ਪ੍ਰੇਰਿਤ ਲਾਰੈਂਸ ਪਰਿਵਰਤਨ ਨੂੰ ਲਿਖਿਆ ਸੀ। ਪਰ ਆਇਨਸਟਾਈਨ ਦੇ ਪੂਰਵਜਾਂ ਦੇ ਵਿਚਾਰ ਵੱਖਰੇ ਸਨ ਅਤੇ ਇੱਕ ਅਰਥ ਵਿੱਚ ਇੱਕ ਨਵੇਂ ਸ਼ੁਰੂਆਤੀ ਬਿੰਦੂ ਦੀ ਬਜਾਏ ਪੁਰਾਣੇ ਵਿਚਾਰਾਂ ਵੱਲ ਵਾਪਸੀ ਸੀ। ਲਾਰੈਂਸ ਅਤੇ ਫਿਟਜ਼ਗੇਰਾਲਡ ਨੇ ਕਲਪਨਾ ਕੀਤੀ ਕਿ ਸਥਿਰ ਈਥਰ ਅਤੇ ਸਾਰੇ ਸਧਾਰਨ ਪਦਾਰਥਾਂ ਦੇ ਗਤੀਸ਼ੀਲ ਪਰਮਾਣੂਆਂ ਦੇ ਵਿਚਕਾਰ ਪਰਸਪਰ ਪ੍ਰਭਾਵ ਇੱਕ ਦਬਾਅ ਪੈਦਾ ਕਰੇਗਾ ਜੋ ਗਤੀ ਦੀ ਦਿਸ਼ਾ ਦੇ ਨਾਲ ਪਦਾਰਥ ਨੂੰ ਦਬਾ ਦੇਵੇਗਾ। ਕੁਝ ਅਨੁਮਾਨਾਂ ਤੱਕ ਦਬਾਅ ਸਾਰੇ ਪਦਾਰਥਾਂ ਨੂੰ ਇੱਕੋ ਮਾਤਰਾ ਦੇ ਨਾਲ ਸੁੰਗੇੜੇਗਾ ਤਾਂ ਜੋ ਪ੍ਰਭਾਵ ਨੂੰ ਕੋਆਰਡੀਨੇਟ ਪਰਿਵਰਤਨ ਦੁਆਰਾ ਦਰਸਾਇਆ ਜਾ ਸਕੇ। ਆਇਨਸਟਾਈਨ ਦੇ ਪੇਪਰ ਤੋਂ ਠੀਕ ਪਹਿਲਾਂ ਮਹਾਨ ਫ੍ਰੈਂਚ ਗਣਿਤ ਸ਼ਾਸਤਰੀ ਹੈਨਰੀ ਪੁਕਾਰੇ ਨੇ ਇੱਕ ਪੇਪਰ ਪ੍ਰਕਾਸ਼ਿਤ ਕੀਤਾ ਸੀ ਜਿਸ ਵਿੱਚ ਉਸਨੇ ਲਾਰੈਂਸ ਪਰਿਵਰਤਨ ਨੂੰ ਇਸ ਲੋੜ ਤੋਂ ਲਿਆ ਸੀ ਕਿ ਮੈਕਸਵੈਲ ਦੀਆਂ ਸਮੀਕਰਨਾਂ ਹਰ ਅਟੁੱਟ ਫਰੇਮ ਦੇ ਵਿੱਚ ਇੱਕੋ ਰੂਪ ਲੈਣ। ਪਰ ਇਹਨਾਂ ਵਿੱਚੋਂ ਕਿਸੇ ਵੀ ਰਚਨਾ ਦੇ ਵਿੱਚ ਆਇਨਸਟਾਈਨ ਦੇ ਤਰਕ ਦੀ ਸਪਸ਼ਟਤਾ, ਸਰਲਤਾ ਅਤੇ ਸਧਾਰਨਤਾ ਨਹੀਂ ਸੀ। ਹੁਣ ਅਸੀਂ ਇਕੁਏਸ਼ਨਾਂ ਦੇ ਵੱਲ ਵਾਪਸੀ ਕਰਦੇ ਹਾਂ। ਜੇਕਰ ਅਸੀਂ ਬਾਕੀ ਫਰੇਮ ਵਿੱਚ ਕਿਸੇ ਘਟਨਾ ਦੇ ਕੋਆਰਡੀਨੇਟ ਨੂੰ ਜਾਣਦੇ ਹਾਂ ਤਾਂ ਇਕੁਏਸ਼ਨਾਂ 1.19 ਅਤੇ 1.20 ਜੋ ਉੱਪਰ ਲਿਖੀਆਂ ਗਈਆਂ ਨੇ, ਇਹਨਾਂ ਦੇ ਵਿੱਚ ਸਾਨੂੰ ਮੂਵਿੰਗ ਫਰੇਮ ਵਿੱਚ ਉਸੇ ਘਟਨਾ ਦੇ ਨਿਰਦੇਸ਼ਾਂਕ ਦੱਸਦੇ ਹਨ। ਕੀ ਅਸੀਂ ਦੂਜਾ ਤਰੀਕਾ ਅਪਣਾ ਸਕਦੇ ਹਾਂ? ਦੂਜੇ ਸ਼ਬਦਾਂ ਦੇ ਵਿੱਚ, ਕੀ ਅਸੀਂ ਬਾਕੀ ਫਰੇਮ ਦੇ ਵਿੱਚ ਕੋਆਰਡੀਨੇਟਸ ਦੀ ਭਵਿੱਖਬਾਣੀ ਕਰ ਸਕਦੇ ਹਾਂ ਜੇਕਰ ਅਸੀਂ ਉਹਨਾਂ ਨੂੰ ਚੱਲਦੇ ਫਰੇਮ ਦੇ ਵਿੱਚ ਜਾਣਦੇ ਹੋਈਏ? ਅਜਿਹਾ ਕਰਨ ਦੇ ਲਈ ਅਸੀਂ ਐਕਸ ਪ੍ਰਾਈਮ ਅਤੇ ਟੀ ਪ੍ਰਾਈਮ ਦੇ ਰੂਪ ਦੇ ਵਿੱਚ ਐਕਸ ਅਤੇ ਟੀ ਦੇ ਲਈ ਸਮੀਕਰਨਾਂ ਨੂੰ ਹੱਲ ਕਰ ਸਕਦੇ ਹਾਂ। ਪਰ ਇੱਕ ਆਸਾਨ ਤਰੀਕਾ ਹੈ। ਇਹ ਦੋਵੇਂ ਇਕੁਏਸ਼ਨਾਂ ਅਸੀਂ ਪਿਛਲੇ ਭਾਗ ਵਿੱਚ ਪੜ੍ਹੀਆਂ, 1.19 ਤੇ 1.20 ਪਿਛਲੇ ਵਿੱਚ ਡਰਾਈਵ ਕਰਨੀਆਂ ਸਿੱਖੀਆਂ ਸੀਗੀਆਂ। ਇਹ ਤਾਂ ਸਾਨੂੰ ਸਿਰਫ ਇਹ ਸਮਝਣ ਦੀ ਲੋੜ ਹੈ ਕਿ ਬਾਕੀ ਅਤੇ ਚੱਲਦੇ ਫਰੇਮਾਂ ਦੇ ਵਿਚਕਾਰ ਇੱਕ ਸਮਿਟਰੀ ਹੈ। ਆਖਰਕਾਰ ਕੌਣ ਦੱਸਦਾ ਹੈ ਕਿ ਕਿਹੜਾ ਫਰੇਮ ਚੱਲ ਰਿਹਾ ਤੇ ਕਿਹੜਾ ਆਰਾਮ ਦੇ ਵਿੱਚ ਹੈ? ਉਹਨਾਂ ਦੀਆਂ ਭੂਮਿਕਾਵਾਂ ਨੂੰ ਬਦਲਣ ਦੇ ਲਈ ਅਸੀਂ ਇਕੁਏਸ਼ਨ 1.19 ਅਤੇ 1.20 ਦੇ ਵਿੱਚ ਸਿਰਫ ਪ੍ਰਾਈਮ ਕੀਤੀਆਂ ਤੇ ਪ੍ਰਾਈਮ ਨਾ ਕੀਤੇ ਕੋਆਰਡੀਨੇਟਾਂ ਨੂੰ ਚੇਂਜ ਕਰ ਸਕਦੇ ਹਾਂ। ਇਹ ਲਗਭਗ ਸਹੀ ਹੈ ਪਰ ਬਿਲਕੁਲ ਠੀਕ ਨਹੀਂ ਹੈ। ਇਸ ਤੇ ਗੌਰ ਕਰੋ, ਜੇਕਰ ਮੈਂ ਤੁਹਾਡੇ ਸਾਪੇਖਿਕ ਸੱਜੇ ਵੱਲ ਜਾ ਰਿਹਾ ਹੋਵਾਂ ਤਾਂ ਤੁਸੀਂ ਮੇਰੇ ਸਾਪੇਖਿਕ ਖੱਬੇ ਵੱਲ ਜਾ ਰਹੇ ਹੋਗੇ। ਤਾਂ ਇੱਕ ਆਮ ਗੱਲ ਹੈ ਕਿ ਅਗਰ ਇੱਕ ਇਨਸਾਨ ਦੂਜੇ ਇਨਸਾਨ ਦੇ ਰਿਲੇਟਿਵ ਸੱਜੇ ਪਾਸੇ ਜਾ ਰਿਹਾ ਹੋਵੇ ਤਾਂ ਉਸਦੇ ਰਿਲੇਟਿਵ ਉਹ ਖੱਬੇ ਪਾਸੇ ਜਾ ਰਿਹਾ ਹੁੰਦਾ। ਇਸ ਦਾ ਮਤਲਬ ਹੈ ਕਿ ਤੁਹਾਡੀ ਵੈਲੋਸਿਟੀ ਮੇਰੇ ਨਾਲ ਮੇਰੇ ਸੰਦਰਭ ਦੇ ਵਿੱਚ ਮਾਈਨਸ ਵੀ ਹੋਵੇਗੀ। ਇਸ ਲਈ ਜਦੋਂ ਮੈਂ ਐਕਸ ਪ੍ਰਾਈਮ ਤੇ ਟੀ ਦੀਆਂ ਰਕਮਾਂ ਦੇ ਰੂਪ ਦੇ ਵਿੱਚ ਐਕਸ ਤੇ ਟੀ ਦੇ ਲਈ ਐਕਸ ਪ੍ਰਾਈਮ ਟੀ ਪ੍ਰਾਈਮ ਦੀਆਂ ਰਕਮਾਂ ਦੇ ਰੂਪ ਵਿੱਚ ਐਕਸ ਅਤੇ ਟੀ ਦੇ ਲਈ ਲਾਰੈਂਸ ਪਰਿਵਰਤਨ ਲਿਖਦਾ ਤਾਂ ਮੈਨੂੰ ਵੀ ਨੂੰ -v ਦੇ ਨਾਲ ਬਦਲਣ ਦੀ ਲੋੜ ਪਏਗੀ।
ਨਤੀਜਾ ਇਹ ਹੁੰਦਾ ਹੈ x ਇਜ਼ ਇਕੁਅਲ ਟੂ x ਪ੍ਰਾਈਮ ਪਲੱਸ ਵੀ ਟੀ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ। ਯਾਨੀ ਕਿ ਇੱਥੇ ਜੋ ਇਕੁਏਸ਼ਨ ਹੈ 1.19, ਇਸ ਦੇ ਵਿੱਚ ਅਸੀਂ v ਦੀ ਜਗ੍ਹਾ ਮਾਈਨਸ ਵੀ, ਇੱਥੇ ਜਿਵੇਂ ਇੱਥੇ ਪਲੱਸ ਵੀ ਲਿਖਾਂਗੇ ਅਗਰ t ਦੀ ਜਗ੍ਹਾ ਅਸੀਂ t ਪ੍ਰਾਈਮ ਯੂਜ਼ ਕਰਦੇ ਹਾਂ, ਅਤੇ ਇੱਥੇ x ਪ੍ਰਾਈਮ ਦੀ ਜਗ੍ਹਾ ਅਸੀਂ ਅਗਰ x ਯੂਜ਼ ਕਰਦੇ ਹਾਂ ਤਾਂ ਇੱਥੇ ਸਾਨੂੰ ਇਕੁਏਸ਼ਨ ਇਸ ਤਰ੍ਹਾਂ ਚੇਂਜ ਕਰਨੀ ਪਏਗੀ। ਅਤੇ ਟੀ ਵਾਲੀ ਜਿਹੜੀ ਇਕੁਏਸ਼ਨ ਹੈ ਇਸੇ ਤਰ੍ਹਾਂ ਟੀ ਦੀ ਜਗ੍ਹਾ ਅਸੀਂ ਟੀ ਪ੍ਰਾਈਮ ਯੂਜ਼ ਕਰਾਂਗੇ ਅਤੇ ਟੀ ਪ੍ਰਾਈਮ ਦੀ ਜਗ੍ਹਾ ਟੀ ਯੂਜ਼ ਕਰਾਂਗੇ ਅਤੇ ਇੱਥੇ ਮਾਈਨਸ ਵੀ ਦੀ ਜਗ੍ਹਾ ਪਲੱਸ ਵੀ ਯੂਜ਼ ਕਰਾਂਗੇ ਅਤੇ ਦੂਜੀ ਇਕੁਏਸ਼ਨ 1.22 ਇਸ ਤਰ੍ਹਾਂ ਦੀ ਬਣੇਗੀ। ਟੀ ਇਜ਼ ਇਕੁਅਲ ਟੂ ਟੀ ਪ੍ਰਾਈਮ ਪਲੱਸ ਵੀ ਐਕਸ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਦਾ ਅੰਡਰ ਰੂਟ। ਇਹ ਵੀ ਇਕੁਏਸ਼ਨਾਂ ਅਸੀਂ ਇੱਥੇ ਉੱਪਰ ਲਿਖਤੀਆਂ ਨੇ, ਇਹ ਪਿਛਲੇ ਉਹਦੇ ਵਿੱਚ ਦੇਖੀਆਂ ਸੀ ਅਤੇ ਇੱਥੇ ਅਸੀਂ ਦੁਬਾਰਾ ਇਹਨਾਂ ਨੂੰ ਐਕਸ ਪ੍ਰਾਈਮ ਨੂੰ ਐਕਸ ਨਾਲ ਚੇਂਜ ਕਰਕੇ ਅਤੇ ਟੀ ਨੂੰ ਟੀ ਪ੍ਰਾਈਮ ਨਾਲ ਚੇਂਜ ਕਰਕੇ ਇਹ ਇਕੁਏਸ਼ਨਾਂ ਲਿਖੀਆਂ ਅਤੇ ਇੱਥੇ ਵੀ ਨੂੰ ਅਸੀਂ ਮਾਈਨਸ ਵੀ ਨਾਲ ਲਿਖਾਂਗੇ ਕਿਉਂਕਿ ਉਹ ਦੂਜੇ ਦੇ ਸੰਦਰਭ ਦੇ ਵਿੱਚ ਹੈ, ਦੂਜੇ ਅਬਜ਼ਰਵਰ ਦੇ ਸੰਦਰਭ ਦੇ ਵਿੱਚ। ਤਾਂ ਜੇ ਪ੍ਰਕਾਸ਼ ਦੀ ਗਤੀ ਨੂੰ ਇੱਕ ਨਹੀਂ ਚੁਣਿਆ ਗਿਆ ਤਾਂ ਕੀ ਹੋਏਗਾ? ਤਾਂ ਸਾਪੇਖਵਾਦੀ ਇਕਾਈਆਂ ਤੋਂ ਵਾਪਸ ਪਰੰਪਰਾਗਤ ਇਕਾਈਆਂ ਦੇ ਵਿੱਚ ਬਦਲਣ ਦਾ ਸਭ ਤੋਂ ਆਸਾਨ ਤਰੀਕਾ ਇਹ ਯਕੀਨੀ ਬਣਾਉਣਾ ਹੈ ਕਿ ਸਾਡੀਆਂ ਸਮੀਕਰਨਾਂ ਉਹ ਇਕਾਈਆਂ ਦੇ ਵਿੱਚ ਅਯਾਮੀ ਤੌਰ 'ਤੇ ਇੱਕਸਾਰ ਹੋਣ। ਉਦਾਹਰਣ ਦੇ ਲਈ ਸਮੀਕਰਨ x ਮਾਈਨਸ ਵੀ ਟੀ ਅਯਾਮੀ ਤੌਰ 'ਤੇ ਇੱਕਸਾਰ ਹੈ ਕਿਉਂਕਿ v ਅਤੇ x ਅਤੇ ਵੀ ਟੀ ਦੋਵਾਂ ਦੀਆਂ ਜਿਹੜੀਆਂ ਲੰਬਾਈਆਂ ਦੀਆਂ ਇਕਾਈਆਂ ਇਹ ਮੀਟਰ ਹੈ। ਜਿਵੇਂ x ਤੇ ਹੈ ਹੀ ਮੀਟਰ ਵਿੱਚ ਹੈ ਅਤੇ ਵੀ ਟੀ ਨੂੰ ਵੀ ਅਸੀਂ ਦੇਖੀਏ ਤਾਂ ਇਹ ਵੀ ਮੀਟਰ ਹੀ ਬਣ ਜਾਂਦਾ ਕਿਉਂਕਿ v ਹੈ ਜਿਹੜੀ x ਡਿਵਾਈਡ ਬਾਈ ਟੀ ਹੁੰਦੀ ਹੈ ਅਤੇ ਟੀ ਨਾਲ ਗੁਣਾ ਕਰਕੇ ਦੁਬਾਰਾ ਇਹ x ਆ ਜਾਂਦਾ। ਦੂਜੇ ਪਾਸੇ ਟੀ ਮਾਈਨਸ ਵੀ ਐਕਸ ਦੀਆਂ ਜਿਹੜੀਆਂ ਪਰੰਪਰਾਗਤ ਇਕਾਈਆਂ ਇਹਨਾਂ ਦੇ ਵਿੱਚ ਅਯਾਮੀ ਤੌਰ 'ਤੇ ਇੱਕਸਾਰਤਾ ਨਹੀਂ ਹੈ ਕਿਉਂਕਿ ਟੀ ਟਾਈਮ ਦੀ ਡਿਮੈਂਸ਼ਨ ਹੈ, ਵੀ ਐਕਸ ਹੈ ਜਿਹੜੀ ਇਹ ਕੁਝ ਹੋਰ ਹੈ, ਵੀ ਦੇ ਵਿੱਚ ਆਲਰੇਡੀ ਐਕਸ ਸਕੇਅਰ ਡਿਵਾਈਡ ਬਾਈ ਟੀ ਹੈ। ਟੀ ਦੇ ਵਿੱਚ ਸਕਿੰਟ ਦੀਆਂ ਇਕਾਈਆਂ ਅਤੇ ਵੀ ਐਕਸ ਦੇ ਵਿੱਚ ਸਕਿੰਟਾਂ ਦੇ ਵਰਗ ਦੀ ਵਰਗ ਦਾ ਇਹਦੇ 'ਚ ਵਰਗ ਵਿੱਚ ਮੀਟਰਾਂ ਦੀ ਇਕਾਈਆਂ। ਤਾਂ ਯੂਨਿਟਾਂ ਨੂੰ ਠੀਕ ਕਰਨ ਦਾ ਇੱਕ ਵਿਲੱਖਣ ਤਰੀਕਾ ਹੁੰਦਾ, ਤਾਂ ਉਹ ਵਿਲੱਖਣ ਤਰੀਕਾ ਅਸੀਂ ਇੱਥੇ ਜਿਹੜਾ ਯੂਜ਼ ਕਰਾਂਗੇ ਉਸ ਦੀ ਗੱਲ ਕਰਾਂਗੇ ਹੁਣ। ਰਿਵਾਇਤੀ ਇਕਾਈਆਂ ਵਿੱਚ ਬਦਲਣਾ। ਤਾਂ ਟੀ ਮਾਈਨਸ ਵੀ ਐਕਸ ਦੀ ਜਗ੍ਹਾ ਅਸੀਂ ਇਸ ਨੂੰ ਇਸ ਦੇ ਨਾਲ ਚੇਂਜ ਕਰਦੇ ਹਾਂ, ਟੀ ਮਾਈਨਸ ਵੀ ਡਿਵਾਈਡ ਬਾਏ ਸੀ ਸਕੇਅਰ ਐਕਸ, ਕਿਉਂਕਿ ਇਸ ਦੀ ਅਗਰ ਤੁਸੀਂ ਡਿਮੈਂਸ਼ਨ ਦੇਖੋ ਵੀ ਡਿਵਾਈਡ ਬਾਏ ਸੀ ਸਕੇਅਰ ਦੀ ਅਤੇ ਨਾਲ ਗੁਣਾ ਕਰਕੇ ਐਕਸ ਦੀ, ਤਾਂ ਇਹ ਦੁਬਾਰਾ ਤੋਂ ਟੀ ਬਣ ਜਾਏਗੀ ਅਤੇ ਟੀ ਦੇ ਯੂਨਿਟ ਦੇ ਬਰਾਬਰ ਹੀ ਟੀ ਦੇ ਵਿੱਚੋਂ ਅਸੀਂ ਟੀ ਵਰਗੀ ਉਹ ਕੋਈ ਚੀਜ਼ ਘਟਾ ਸਕਦੇ ਹਾਂ, ਤਾਂ ਟੀ ਮਾਈਨਸ ਵੀ ਡਿਵਾਈਡ ਬਾਏ ਸੀ ਸਕੇਅਰ ਗੁਣਾ ਐਕਸ ਆ ਜਿਹੜਾ ਇਹ ਟੀ ਏ ਬਣ ਜਾਂਦਾ ਇੱਕ ਤਰ੍ਹਾਂ ਦਾ। ਤਾਂ ਹੁਣ ਦੋਵਾਂ ਰਕਮਾਂ ਦੇ ਵਿੱਚ ਸਮੇਂ ਦੀਆਂ ਇਕਾਈਆਂ ਹਨ, ਪਰ ਜੇਕਰ ਅਸੀਂ ਸੀ ਇਜ਼ ਇਕੁਅਲ ਟੂ 1 ਦੇ ਨਾਲ ਇਕਾਈਆਂ ਦੀ ਵਰਤੋਂ ਕਰਦੇ ਹਾਂ ਤਾਂ ਇਹ ਮੂਲ ਸਮੀਕਰਨ ਟੀ ਮਾਈਨਸ ਵੀ ਐਕਸ ਤੱਕ ਸੰਖੇਪ ਹੋ ਜਾਂਦੀਆਂ ਕਿਉਂਕਿ ਇਸ ਦੇ ਵਿੱਚ ਅਸੀਂ ਅਗਰ ਦੇਖੀਏ ਸੀ ਦੀ ਜਗ੍ਹਾ ਅਸੀਂ 1 ਯੂਜ਼ ਕਰੀਏ ਤਾਂ ਇਹ ਟੀ ਮਾਈਨਸ ਵੀ ਐਕਸ ਹੋ ਜਾਂਦੀਆਂ, ਟੀ ਮਾਈਨਸ ਵੀ ਐਕਸ ਜਿਵੇਂ ਸਾਨੂੰ ਚਾਹੀਦਾ ਜੋ ਵੀ। ਤਾਂ ਇਸੇ ਤਰ੍ਹਾਂ ਡਿਨੋਮੀਨੇਟਰ ਦੇ ਵਿੱਚ ਫੈਕਟਰ ਜਿਹੜਾ 1 ਮਾਈਨਸ ਵੀ ਸਕੇਅਰ ਹੈ, ਇੱਥੇ ਇਸ ਦੇ ਵਿੱਚ 1 ਮਾਈਨਸ ਵੀ ਸਕੇਅਰ ਜਿਵੇਂ ਡਿਨੋਮੀਨੇਟਰ ਦੇ ਵਿੱਚ ਆ ਚਾਰੇ ਸਮੀਕਰਨਾਂ 'ਚ, ਇਹ ਵੀ ਡਾਇਮੈਂਸ਼ਨਲ ਤੌਰ 'ਤੇ ਇਕਸਾਰ ਨਹੀਂ ਹੈਗਾ। ਯੂਨਿਟਾਂ ਨੂੰ ਠੀਕ ਕਰਨ ਦੇ ਲਈ ਅਸੀਂ ਵੀ ਨੂੰ ਵੀ ਡਿਵਾਈਡ ਬਾਏ ਸੀ ਦੇ ਨਾਲ ਚੇਂਜ ਕਰਦੇ ਹਾਂ। ਤਾਂ ਇਹਨਾਂ ਬਦਲਾਵਾਂ ਦੇ ਨਾਲ ਲੋਰੈਂਟਸ ਪਰਿਵਰਤਨ ਨੂੰ ਰਿਵਾਇਤੀ ਇਕਾਈਆਂ ਦੇ ਵਿੱਚ ਲਿਖਿਆ ਜਾ ਸਕਦਾ ਹੈ। x ਪ੍ਰਾਈਮ ਇਜ਼ ਇਕੁਅਲ ਟੂ x ਮਾਈਨਸ ਵੀ ਟੀ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਡਿਵਾਈਡ ਬਾਏ ਸੀ ਸਕੇਅਰ। ਤਾਂ ਅਸੀਂ ਜਿਹੜਾ 1 ਮਾਈਨਸ ਵੀ ਸਕੇਅਰ ਹੈ ਇਸਨੂੰ ਵੀ ਸਕੇਅਰ ਡਿਵਾਈਡ ਬਾਏ ਸੀ ਸਕੇਅਰ ਨਾਲ ਚੇਂਜ ਕਰਾਂਗੇ, ਯਾਨੀ ਕਿ ਵੀ ਨੂੰ ਵੀ ਡਿਵਾਈਡ ਬਾਏ ਸੀ ਦੇ ਨਾਲ ਚੇਂਜ ਕਰਦੇ ਹਾਂ ਤਾਂ ਅਸਲੀ ਸਮੀਕਰਨ ਇਸ ਤਰ੍ਹਾਂ ਬਣੇਗੀ ਜਿਹੜੀ ਡਾਇਮੈਂਸ਼ਨਲ ਤੌਰ 'ਤੇ ਸਹੀ ਹੋਏਗੀ। ਐਕਸ ਮਾਈਨਸ ਵੀ ਟੀ ਦੀ ਜਿਹੜੀ ਡਾਇਮੈਂਸ਼ਨ ਹੈ ਠੀਕ ਹੈ, ਲੇਕਿਨ ਇੱਧਰ ਪੰਗਾ ਹੈ, ਇੱਧਰ ਟੀ ਵਾਲੀ ਜਿਹੜੀ ਇਕੁਏਸ਼ਨ ਹੈ 1.24 ਹੈ ਜਿਵੇਂ ਦੁਬਾਰਾ ਲਿਖੀ ਅਸੀਂ ਇੱਥੇ 1.22 ਨੂੰ ਅਸੀਂ ਚੇਂਜ ਕਰਕੇ ਇੱਥੇ ਜਾਂ 1.20 ਨੂੰ ਜਿਵੇਂ ਚੇਂਜ ਕਰਕੇ ਲਿਖਿਆ, ਇਸ ਵਿੱਚ ਟੀ ਦੇ ਨਾਲ ਇੱਧਰ ਵੀ ਜਿਹੜੀ ਟਾਈਮ ਦੀ ਯੂਨਿਟ ਬਣਾਉਣ ਦੇ ਲਈ ਸਾਨੂੰ ਜਿਵੇਂ ਇੱਥੇ ਵੀ ਐਕਸ ਹੈ, ਵੀ ਐਕਸ ਦੀ ਬਜਾਏ ਸੀ ਸਕੇਅਰ ਨਾਲ ਇਸ ਨੂੰ ਡਿਵਾਈਡ ਵੀ ਕਰਨਾ ਪਏਗਾ ਨਾਲ, ਤਾਂ ਇਹ 1.24 ਇਕੁਏਸ਼ਨ ਇਸ ਤਰ੍ਹਾਂ ਸਾਡੀ ਬਣੇਗੀ ਜਿਹੜੀ ਕਿ ਡਾਇਮੈਂਸ਼ਨਲ ਤੌਰ 'ਤੇ ਬਰਾਬਰ ਰਹਿੰਦੀ ਹੈ। ਇਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਚੇਂਜ ਕਰ ਸਕਦੇ ਹਾਂ। ਤਾਂ ਇਹ ਦੋਵੇਂ ਇੱਥੇ ਲਿਖਤੀਆਂ 1.23 ਤੇ 1.24। ਅਤੇ ਧਿਆਨ ਦਿਓ ਕਿ ਜਦੋਂ ਪ੍ਰਕਾਸ਼ ਦੀ ਗਤੀ ਦੇ ਮੁਕਾਬਲੇ ਵੀ ਬਹੁਤ ਛੋਟੀ ਹੁੰਦੀ ਹੈ, ਯਾਨੀ ਕਿ ਵੀ, ਤਾਂ ਵੀ ਸਕੇਅਰ ਡਿਵਾਈਡ ਬਾਏ ਸੀ ਸਕੇਅਰ ਹੈ ਜਿਹੜਾ ਇਹ ਹੋਰ ਵੀ ਛੋਟਾ ਹੋਏਗਾ ਫਿਰ। ਤਾਂ ਉਦਾਹਰਣ ਦੇ ਲਈ ਜੇਕਰ ਵੀ ਡਿਵਾਈਡ ਬਾਏ ਸੀ ਹੈ ਜਿਹੜੀ 1/10 ਹੋਵੇ, ਯਾਨੀ ਕਿ ਜਿਹੜੀ ਵੈਲੋਸਿਟੀ ਹੈ ਜਿਸ ਦੇ ਨਾਲ ਕੋਈ ਚੀਜ਼ ਗਤੀ ਕਰ ਰਹੀ ਹੈ, ਤਾਂ ਉਹ
ਲਾਈਟ ਦੀ ਸਪੀਡ ਤੋਂ 10ਵਾਂ ਹਿੱਸਾ ਹੀ ਹੋਵੇ ਤਾਂ v² / d² 1/100 ਹੋਏਗੀ, ਕਿਉਂਕਿ ਉਹ ਹੋਰ ਵੀ 10 ਗੁਣਾ ਜ਼ਿਆਦਾ ਹੋਏਗੀ, ਘੱਟ ਹੋਏਗੀ। 1/10 ਤੋਂ 10 ਗੁਣਾ ਹੋਰ ਵੀ ਘੱਟ ਹੋਏਗੀ। ਸਕੇਅਰ ਦੇ ਨਾਲ ਵਿੱਚ ਹੋਰ ਵੀ ਉਹ ਛੋਟੀ ਰਹਿ ਜਾਂਦੀ ਹੈ, ਜਿਹੜਾ ਰੇਸ਼ੋ ਹੈ ਜਿਹੜੀ। ਤਾਂ v/c ਅਗਰ ਇਹ ਪਹਿਲਾਂ ਹੀ ਆਲਰੇਡੀ 10⁻⁻15 ਹੋਵੇ ਤਾਂ v² ਤਾਂ ਹੋਰ ਵੀ ਜ਼ਿਆਦਾ, ਉਹ ਤਾਂ -225 ਦੇ ਬਰਾਬਰ ਆਏਗੀ। ਮਤਲਬ ਡਿਵਾਈਡ ਬਾਏ 10⁻225 -30 ਬਣ ਜਾਣੀ ਹੈ। ਤਾਂ ਕਰਕੇ ਸੱਚਮੁੱਚ ਇੱਕ ਛੋਟੀ ਸੰਖਿਆ ਬਣੇਗੀ v²/c² ਅਤੇ ਡਿਨੋਮੀਨੇਟਰ ਵਾਲਾ ਫਿਰ ਜਿਹੜਾ 1 - v²/c² ਹੈ ਇੱਥੇ ਹਰ ਇੱਕ ਇਕੁਏਸ਼ਨ ਦੇ ਵਿੱਚ ਜਿਵੇਂ, ਤਾਂ ਇਹ ਫਿਰ ਸਮੀਕਰਨ 1 ਦੇ ਬਹੁਤ ਨੇੜੇ ਹੋ ਜਾਂਦਾ, ਕਿਉਂਕਿ v²/c² 1 ਦੇ ਬਰਾਬਰ 0 ਦੇ ਬਰਾਬਰ ਹੀ ਬਣ ਜਾਂਦਾ। ਫਿਰ ਇੱਕ ਤਰ੍ਹਾਂ ਦਾ ਬਹੁਤ ਛੋਟੀ ਸੰਖਿਆ ਹੋ ਜਾਂਦੀ ਹੈ, ਅਤੇ 1 ਦੇ ਵਿੱਚੋਂ 0 ਘਟਾਉਣ ਨਾਲ ਕੋਈ ਮਤਲਬ ਫਰਕ ਨਹੀਂ ਪੈਂਦਾ, 1 ਹੀ ਰਹਿ ਜਾਂਦਾ ਇਹ। ਤਾਂ ਫਿਰ ਇਹ ਜਿਹੜੀ ਸਮੀਕਰਨ ਹੈ ਇੱਕ ਬਹੁਤ ਚੰਗੇ ਅਨੁਮਾਨ ਦੇ ਵਿੱਚ ਫਿਰ ਇਸ ਤਰ੍ਹਾਂ ਲਿਖੀ ਜਾ ਸਕਦੀ ਹੈ, x' = x - vt। ਜਿਵੇਂ ਪਹਿਲੀ ਇਕੁਏਸ਼ਨ ਹੈ, ਜਿਵੇਂ x' = x - vt ਦੇ ਨਾਲ ਇੱਕ ਫੈਕਟਰ ਦੀ ਗੁਣਾ ਹੈ। ਇਹ ਫੈਕਟਰ ਜਦੋਂ 1 ਬਣ ਜਾਂਦਾ, ਕਿਉਂਕਿ ਥੱਲੇ ਡੋਮੀਨੇਟਰ 'ਚ 1 ਬਣ ਜਾਂਦਾ, 1 ਦਾ ਵਰਗਮੂਲ 1 ਅਤੇ ਉੱਪਰ ਵੀ 1 ਹੈ, ਤਾਂ ਇਹਨੂੰ ਗੁਣਾ ਕਰਨ ਦੀ ਜ਼ਰੂਰਤ ਹੀ ਨਹੀਂ, x - vt ਹੋ ਰਹਿ ਜਾਏਗੀ ਇਹ। ਤਾਂ x' = x - vt ਹੀ ਸਾਡੇ ਕੋਲ ਇੱਕ ਸੰਖੇਪ ਅਨੁਮਾਨ ਮਿਲ ਜਾਂਦਾ ਸਾਨੂੰ। ਅਤੇ ਇਸੇ ਤਰ੍ਹਾਂ ਬਾਕੀ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਜਿਹੜਾ ਫੈਕਟਰ ਹੈ 1 - v² ਵਾਲਾ ਇਹ ਖਤਮ ਹੋ ਜਾਂਦਾ। ਅਤੇ ਇਹ ਚੀਜ਼ਾਂ ਦਾ ਵਧੀਆ ਪੁਰਾਣਾ ਨਿਊਟੋਨੀਅਨ ਸੰਸਕਰਣ ਬਣ ਜਾਂਦਾ, ਫਿਰ ਜੋ ਨਿਊਟਨ ਵਾਲੀਆਂ ਇਕੁਏਸ਼ਨਾਂ ਬਣ ਜਾਂਦੀਆਂ ਇਹ। ਅਤੇ ਸਮਾਂ ਸਮੀਕਰਨ ਜੋ 1.24 ਹੈ, ਜਿਵੇਂ ਇੱਥੇ ਲਿਖੀ ਗਈ ਹੈ, ਤਾਂ ਇਸ ਦਾ ਫਿਰ ਕੀ ਹੁੰਦਾ ਜਦੋਂ v/c² ਬਹੁਤ ਛੋਟਾ ਹੁੰਦਾ। ਤਾਂ ਮੰਨ ਲਓ ਕਿ v 100 ਮੀਟਰ ਪ੍ਰਤੀ ਸੈਕਿੰਡ ਹੋਵੇ, ਤਾਂ ਫਿਰ ਅਸੀਂ ਜਾਣਦੇ ਹਾਂ ਕਿ c ਬਹੁਤ ਵੱਡੀ ਹੁੰਦੀ ਹੈ, ਕਿਉਂਕਿ ਇਹ ਤਾਂ c 3 × 10⁸ ਮੀਟਰ ਪ੍ਰਤੀ ਸਕਿੰਟ ਹੁੰਦੀ ਹੈ। ਤਾਂ ਇਸ ਲਈ v/c² ਆ ਜਿਹੜਾ ਹੋਰ ਵੀ ਛੋਟਾ ਹੋਏਗਾ, ਇਹ ਬਹੁਤ ਛੋਟੀ, ਜਿਵੇਂ ਉੱਪਰ v/c² ਹੋਰ ਵੀ ਬਹੁਤ ਛੋਟੀ ਸੰਖਿਆ ਬਣ ਜਾਂਦੀ ਹੈ। ਤਾਂ ਫਿਰ ਇਹ ਛੋਟੀ ਸੰਖਿਆ ਦਾ ਮਤਲਬ ਹੈ ਕਿ ਉੱਪਰ ਡਿਨੋਮੀਨੇਟਰ ਦੇ ਵਿੱਚ ਵੀ ਜੋ ਸੰਖਿਆ ਹੈ ਇਹ ਵੀ ਖਤਮ ਹੋ ਜਾਂਦੀ ਹੈ, ਇਕੱਲਾ ਉੱਪਰ t ਰਹਿ ਜਾਂਦਾ ਅਤੇ ਥੱਲੇ 1 ਹੀ ਰਹਿ ਜਾਂਦਾ। ਤਾਂ ਜੇਕਰ ਗਤੀਸ਼ੀਲ ਫਰੇਮ ਦੀ ਵੈਲੋਸਿਟੀ ਛੋਟੀ ਹੋਵੇ ਤਾਂ ਨਿਊਮਰੇਟਰ ਦੇ ਵਿੱਚ ਦੂਜੀ ਰਕਮ ਜਿਹੜੀ vx/c² ਇਹ ਮਾਮੂਲੀ ਹੋ ਜਾਂਦੀ ਹੈ, ਅਤੇ ਲਗਭਗ ਉੱਚ ਡਿਗਰੀ ਤੱਕ ਲੋਰੈਂਸ ਪਰਿਵਰਤਨ ਦਾ ਦੂਜਾ ਸਮੀਕਰਨ ਆ ਜਿਹੜਾ ਇਹ ਵਾਲਾ, ਇਹ ਨਿਊਟੋਨੀਅਨ ਪਰਿਵਰਤਨ ਦੇ ਸਮਾਨ ਹੀ ਬਣ ਜਾਂਦਾ, ਯਾਨੀ ਕਿ t' ਤੇ ਇਕੱਲਾ t ਰਹਿ ਜਾਂਦਾ। ਇੱਧਰ ਤੁਸੀਂ ਦੇਖ ਸਕਦੇ ਹੋ t - 0 ਅਤੇ ਇੱਧਰ ਥੱਲੇ 1 ਹੈ। ਇਹ ਅਗਰ v²/c² ਵੀ 0 ਹੈ ਤਾਂ ਇਹ 1 ਦਾ √1 ਉੱਪਰ ਇਕੱਲਾ t ਹੈ, ਤਾਂ t' = t ਬਣ ਜਾਂਦਾ। ਯਾਨੀ ਕਿ ਨਿਊਟਨ ਵਾਲਾ ਕਿ ਉਹ ਦੋਨੋਂ ਟਾਈਮ ਬਰਾਬਰ ਹੈ, ਜਿਵੇਂ ਨਿਊਟਨ ਨੇ ਸਮਝਿਆ ਸੀ ਉਸ ਤਰ੍ਹਾਂ ਇਹ ਬਣ ਜਾਂਦਾ। ਅਤੇ ਇੱਕ ਦੂਜੇ ਦੇ ਰਿਲੇਟਿਵ ਹੌਲੀ ਹੌਲੀ ਚੱਲ ਰਹੇ ਫਰੇਮਾਂ ਦੇ ਲਈ ਲੋਰੈਂਸ ਪਰਿਵਰਤਨ ਨਿਊਟੋਨੀਅਨ ਫਾਰਮੂਲੇ ਤੱਕ ਸੀਮਤ ਹੋ ਜਾਂਦੇ ਆ ਫਿਰ। ਅਤੇ ਸਾਰੀਆਂ ਬਾਕੀਆਂ ਇਕੁਏਸ਼ਨਾਂ ਦੇ ਵਿੱਚ ਵੀ ਸਾਰਾ ਫਰਕ ਹੈ ਜਿਹੜਾ ਇਹਨਾਂ ਦਾ ਖਤਮ ਹੋ ਜਾਂਦਾ, ਜਿਹੜਾ ਟਾਈਮ ਦਾ ਫਰਕ ਹੈ ਉਹ ਬਰਾਬਰ ਹੀ ਹੋ ਜਾਂਦਾ ਇੱਕ ਤਰ੍ਹਾਂ ਦਾ ਆਪਸ ਵਿੱਚ। t' ਅਤੇ t ਇੱਕ ਮੂਵਿੰਗ ਫਰੇਮ ਹੈ, ਇੱਕ ਰੈਸਟ 'ਤੇ ਫਰੇਮ। ਇਹ ਚੰਗੀ ਗੱਲ ਹੈ, ਜਿੰਨਾ ਚਿਰ ਅਸੀਂ c ਦੇ ਮੁਕਾਬਲੇ ਹੌਲੀ ਹੌਲੀ ਅੱਗੇ ਵੱਧਦੇ ਹਾਂ ਜਾਂ ਹੌਲੀ ਹੌਲੀ ਗਤੀ ਕਰਦੇ ਹਾਂ ਤਾਂ ਸਾਨੂੰ ਪੁਰਾਣਾ ਜਵਾਬ ਮਿਲਦਾ, ਜਿਹੜਾ ਨਿਊਟਨ ਵਾਲਾ ਜਵਾਬ ਹੀ ਮਿਲੇਗਾ। ਪਰ ਜਦੋਂ ਵੈਲੋਸਿਟੀ ਪ੍ਰਕਾਸ਼ ਦੀ ਗਤੀ ਦੇ ਨੇੜੇ ਹੋ ਜਾਂਦੀ ਹੈ ਤਾਂ ਸੁਧਾਰ ਆ ਜਿਹੜੇ ਉਹ ਵੱਡੇ ਹੋ ਜਾਂਦੇ ਆ, ਜਾਣੀ ਕਿ ਜਦੋਂ v ਹੈ ਜਿਹੜੀ c ਦੇ ਨੇੜੇ ਪਹੁੰਚ ਜਾਂਦੀ ਜਦੋਂ, ਫਿਰ ਅਸੀਂ ਦੇਖ ਸਕਦੇ ਹਾਂ ਫਿਰ ਜਿਹੜੀ ਇਕੁਏਸ਼ਨਾਂ ਦੇ ਵਿੱਚ ਇਹ ਫਰਕ ਹੈ ਜਿਹੜਾ ਕਾਫੀ ਵੱਡਾ ਹੋ ਜਾਂਦਾ, ਅਤੇ ਇਹ ਡਿਫਰੈਂਟ ਹੋ ਜਾਂਦੇ ਆ। x' ਦੇ ਬਰਾਬਰ ਨਹੀਂ ਰਹਿੰਦਾ, t ਵੀ t ਦੇ ਬਰਾਬਰ ਨਹੀਂ, t' ਦੇ ਬਰਾਬਰ ਨਹੀਂ ਰਹਿੰਦੀ। ਤਾਂ ਫਿਰ ਬਾਕੀ ਦੋ ਐਕਸਸਾਂ ਦੇ ਵਿੱਚ ਕੀ ਹੁੰਦਾ, ਤਾਂ ਇਕੁਏਸ਼ਨਾਂ ਇਸ ਦੇ ਬਾਰੇ ਅੱਗੇ ਪੜ੍ਹ ਰਹੇ ਹਾਂ ਅਸੀਂ। ਇਕੁਏਸ਼ਨਾਂ 1.23 ਅਤੇ 1.24 ਜੋ ਇੱਥੇ ਲਿਖਤੀਆਂ ਨੇ ਅਸੀਂ, ਇਹ ਜਾਂ ਫਿਰ ਪਰੰਪਰਾਗਤ ਇਕਾਈਆਂ ਦੇ ਵਿੱਚ ਲੋਰੈਂਸ ਪਰਿਵਰਤਨ ਸਮੀਕਰਨ ਹੁੰਦੇ, ਇਹਨਾਂ ਨੂੰ ਕਿਹਾ ਜਾਂਦਾ ਲੋਰੈਂਸ ਟਰਾਂਸਫੋਰਮੇਸ਼ਨ ਸਮੀਕਰਨ। ਅਤੇ ਬੇਸ਼ੱਕ ਸਮੀਕਰਨਾਂ ਦਾ ਪੂਰਾ ਸੈੱਟ ਸਾਨੂੰ ਇਹ ਵੀ ਦੱਸਦਾ ਕਿ ਸਪੇਸ ਦੇ ਦੂਜੇ ਦੋ ਹਿੱਸੇ y ਅਤੇ z ਨੂੰ ਕਿਵੇਂ ਬਦਲਣਾ ਹੈ। ਅਸੀਂ ਇਸ ਬਾਰੇ ਬਹੁਤ ਖਾਸ ਰਹੇ ਹਾਂ ਕਿ x ਅਤੇ t ਕੋਆਰਡੀਨੇਟਾਂ ਦਾ ਕੀ ਹੁੰਦਾ ਜਦੋਂ ਫਰੇਮ x ਧੁਰੇ ਦੇ ਨਾਲ ਰਿਲੇਟਿਵ ਗਤੀ ਵਿੱਚ ਹੁੰਦੇ ਆ, ਤਾਂ y ਕੋਆਰਡੀਨੇਟ ਦਾ ਕੀ ਹੁੰਦਾ, ਅਤੇ ਇੱਕ ਸਧਾਰਨ ਵਿਚਾਰ ਪ੍ਰਯੋਗ ਦੇ ਨਾਲ ਇਸ ਦਾ ਜਵਾਬ ਦੇਵਾਂਗੇ। ਮੰਨ ਲਓ ਕਿ ਤੁਹਾਡੀ ਬਾਂਹ ਮੇਰੀ ਬਾਂਹ ਦੇ ਬਰਾਬਰ ਹੈ ਜਦੋਂ ਅਸੀਂ ਦੋਵੇਂ ਤੁਹਾਡੇ ਫਰੇਮ ਦੇ ਵਿੱਚ ਆਰਾਮ 'ਤੇ ਹੁੰਦੇ ਹਾਂ, ਯਾਨੀ ਕਿ ਕੋਈ ਵੀ ਗਤੀ ਨਹੀਂ ਹੁੰਦੀ, ਤਾਂ ਉਦੋਂ ਦੋਵਾਂ ਦੀਆਂ ਬਾਹਾਂ ਦੀ ਜਿਹੜੀ ਲੰਬਾਈ ਹੈ ਸਮਝ ਲਓ ਬਰਾਬਰ ਹੈ। ਅਤੇ ਫਿਰ ਮੈਂ x ਦਿਸ਼ਾ ਦੇ ਵਿੱਚ ਸਥਿਰ ਵੈਲੋਸਿਟੀ 'ਤੇ ਵਧਣਾ ਸ਼ੁਰੂ ਕਰਦਾ, ਤੁਰਨਾ ਸ਼ੁਰੂ ਕਰਦਾ, ਜਾਂ ਮਤਲਬ ਗਤੀ ਕਰਨਾ ਸ਼ੁਰੂ ਕਰਦਾ। ਜਦੋਂ ਅਸੀਂ ਇੱਕ ਦੂਜੇ ਤੋਂ ਅੱਗੇ ਵੱਧਦੇ ਹਾਂ
ਤਾਂ ਹਰ ਇੱਕ ਆਪਣੀ ਸਾਪੇਖਿਕ ਗਤੀ ਦੀ ਦਿਸ਼ਾ ਦੇ ਵੱਲ ਇੱਕ ਸਮਕੋਣ ਕੋਣ ਤੇ ਇੱਕ ਬਾਂਹ ਫੜਦੇ ਹਾਂ। ਤਾਂ ਸਵਾਲ ਜਿਵੇਂ ਅਸੀਂ ਇੱਕ ਦੂਜੇ ਤੋਂ ਅੱਗੇ ਵੱਧਦੇ ਹਾਂ, ਕੀ ਸਾਡੀਆਂ ਬਾਹਾਂ ਅਜੇ ਵੀ ਬਰਾਬਰ ਹੋਣਗੀਆਂ ਲੰਬਾਈ ਦੇ ਵਿੱਚ, ਜਾਂ ਕਿ ਤੁਹਾਡੀ ਬਾਂਹ ਮੇਰੇ ਨਾਲੋਂ ਲੰਬੀ ਹੋਵੇਗੀ? ਇਸ ਸਥਿਤੀ ਦੇ ਸਮਰੂਪਤਾ ਦੁਆਰਾ ਇਹ ਸਪਸ਼ਟ ਹੈ ਕਿ ਸਾਡੀਆਂ ਬਾਹਾਂ ਮੈਚ ਕਰਨ ਜਾ ਰਹੀਆਂ ਨੇ, ਕਿਉਂਕਿ ਇੱਕ ਦਾ ਦੂਜੀ ਨਾਲੋਂ ਲੰਬੇ ਹੋਣ ਦਾ ਕੋਈ ਕਾਰਨ ਨਹੀਂ ਹੁੰਦਾ। ਇਸ ਲਈ ਬਾਕੀ ਲੋਰੈਂਸ ਪਰਿਵਰਤਨ y ਪ੍ਰਾਈਮ ਇਜ਼ ਇਕੁਅਲ ਟੂ y ਤੇ z ਪ੍ਰਾਈਮ ਇਜ਼ ਇਕੁਅਲ ਟੂ z ਰਹਿਣਾ ਚਾਹੀਦਾ। ਉਹਨੂੰ ਬਾਕੀ ਦੋ ਐਕਸਿਸਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਸਿਰਫ ਇਹ ਜਿਹੜੇ ਐਕਸਿਸ ਦੇ ਵੱਲ ਨੂੰ ਗਤੀ ਹੁੰਦੀ ਹੈ ਜਿਸ ਦੀ, ਕਿਉਂਕਿ ਜਿਹੜੀ ਗਤੀ ਹੈ ਉਹ ਇੱਕੋ ਦਿਸ਼ਾ 'ਚ ਹੁੰਦੀ ਹੈ। ਤਾਂ ਦੂਜੇ ਸ਼ਬਦਾਂ ਦੇ ਵਿੱਚ ਦਿਲਚਸਪ ਚੀਜ਼ਾਂ ਕੇਵਲ ਐਕਸ ਟੀ ਪਲੇਨ ਦੇ ਵਿੱਚ ਵਾਪਰਦੀਆਂ, ਜਦੋਂ ਸਪੇਖਿਕ ਗਤੀ ਜਿਹੜੀ ਰਿਲੇਟਿਵ ਗਤੀ ਹੈ ਐਕਸ ਧੁਰੇ ਦੇ ਨਾਲ ਹੁੰਦੀ ਹੈ। ਤਾਂ ਐਕਸ ਅਤੇ ਟੀ ਕੋਆਰਡੀਨੇਟ ਦੇ ਵਿੱਚ ਇੱਕ ਦੂਜੇ ਦੇ ਨਾਲ ਮਿਲ ਜਾਂਦੇ ਆ, ਪਰ ਵਾਈ ਅਤੇ ਜ਼ੈਡ ਆ ਜਿਹੜੇ ਪੈਸਿਵ ਰਹਿੰਦੇ ਆ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਆਸਾਨ ਸੰਦਰਭ ਦੇ ਲਈ ਇੱਥੇ ਇੱਕ ਰੈਫਰੈਂਸ ਫਰੇਮ, ਪ੍ਰਾਈਮਡ ਫਰੇਮ ਜਿਸ ਨੂੰ ਕਿਹਾ ਜਾਂਦਾ, ਇਹ ਇਸ ਦੇ ਲਈ ਪਰੰਪਰਾਗਤ ਇਕਾਈਆਂ ਦੇ ਵਿੱਚ ਸੰਪੂਰਨ ਲੋਰੈਂਸ ਪਰਿਵਰਤਨ ਹੈ, ਜੋ ਗੈਰ ਪ੍ਰਾਈਮਡ ਫਰੇਮ ਦੇ ਸੰਬੰਧ ਦੇ ਵਿੱਚ ਪੋਜ਼ਿਟਿਵ ਐਕਸ ਦਿਸ਼ਾ ਵਿੱਚ ਵੈਲੋਸਿਟੀ v ਦੇ ਨਾਲ ਅੱਗੇ ਵੱਧਦਾ ਹੈ। x ਪ੍ਰਾਈਮ ਇਜ਼ ਇਕੁਅਲ ਟੂ x ਮਾਈਨਸ ਵੀ ਟੀ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਡਿਵਾਈਡ ਬਾਏ ਸੀ ਸਕੇਅਰ। ਇਹ x ਪ੍ਰਾਈਮ ਵਾਲੀ ਇਕੁਏਸ਼ਨ ਹੈ ਸਾਡੇ ਕੋਲ, ਇਹ ਵਾਲੀ ਜੋ 1.19, ਇਸ ਦਾ ਇਹ ਸੀ ਸਕੇਅਰ ਡਾਇਮੈਂਸ਼ਨਲ ਦੇ ਹਿਸਾਬ ਨਾਲ ਬਰਾਬਰ ਕੀਤੀਆਂ ਹੋਈਆਂ 1.25, ਤੇ ਦੂਜੀ ਹੈਗੀ ਟੀ ਪ੍ਰਾਈਮ ਦੇ ਲਈ ਇਕੁਏਸ਼ਨ ਹੈ 1.20 ਵਾਲੀ ਦਾ ਅਸਲੀ ਵਰਜ਼ਨ ਹੈ ਇੱਥੇ, ਜਿਹੜਾ ਵੀ ਐਕਸ ਦੀ ਜਗ੍ਹਾ ਅਸੀਂ ਇਸ ਨੂੰ ਸੀ ਸਕੇਅਰ ਨਾਲ ਡਿਵਾਈਡ ਕਰਕੇ ਤੇ ਥੱਲੇ ਵੀ ਸਕੇਅਰ ਨੂੰ ਸੀ ਸਕੇਅਰ ਨਾਲ ਡਿਵਾਈਡ ਕਰਕੇ ਲਿਖਦੇ ਹਾਂ। 1.26 ਇਕੁਏਸ਼ਨ ਅਸੀਂ ਇਸ ਨੂੰ ਲਿਖਾਂਗੇ, ਤੇ ਵਾਈ ਪ੍ਰਾਈਮ ਹੈ ਜਿਹੜੀ ਇਹ ਵਾਈ ਦੇ ਬਰਾਬਰ ਹੀ ਰਹੇਗੀ, ਜ਼ੈਡ ਪ੍ਰਾਈਮ ਹੈ ਜਿਹੜੀ ਇਹ ਜ਼ੈਡ ਦੇ ਬਰਾਬਰ ਹੀ ਰਹੇਗੀ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਸਿਰਫ ਐਕਸ ਪ੍ਰਾਈਮ ਤੇ ਟੀ ਸਮੇਂ ਨੂੰ ਤੇ ਐਕਸ ਦਿਸ਼ਾ ਨੂੰ ਹੀ ਫਰਕ ਪੈਂਦਾ। ਇਹ ਚਾਰੇ ਇਕੁਏਸ਼ਨਾਂ ਨੂੰ ਦੁਬਾਰਾ ਫਿਰ ਯਾਦ ਕੀਤਾ ਜਾਏਗਾ, ਜਿਹਦੇ ਵਿੱਚ ਦੋ ਇਕੁਏਸ਼ਨਾਂ ਮੈਂ ਉੱਪਰ ਨਹੀਂ ਲਿਖਾਂਗੇ, ਸੌਖੀਆਂ ਹੀ ਹੈ ਕਿ ਵਾਈ ਤੇ ਜ਼ੈਡ ਨੂੰ ਕੋਈ ਫਰਕ ਨਹੀਂ, ਲੇਕਿਨ ਐਕਸ ਪ੍ਰਾਈਮ ਤੇ ਟੀ ਪ੍ਰਾਈਮ ਹੈ। ਇਹ 125 ਨੰਬਰ ਤੇ 1.25 ਤੇ 1.26 ਇਕੁਏਸ਼ਨ ਅਸੀਂ ਦੁਬਾਰਾ ਫਿਰ ਇਹਨਾਂ ਨੂੰ ਯਾਦ ਕਰਾਂਗੇ। ਤੇ ਹੁਣ ਅਗਲਾ ਚੈਪਟਰ ਪੜ੍ਹਦੇ ਹਾਂ, ਇਸ ਵਿੱਚ ਪ੍ਰਕਾਸ਼ ਤੋਂ ਤੇਜ਼ ਕੁਝ ਨਹੀਂ ਚੱਲਦਾ। ਤਾਂ ਇਕੁਏਸ਼ਨਾਂ 1.25 ਅਤੇ 1.26 ਤੇ ਇੱਕ ਝਲਕ ਦਰਸਾਉਂਦੀ ਹੈ ਕਿ ਕੁਝ ਅਜੀਬ ਵਾਪਰਦਾ ਜੇਕਰ ਦੋ ਫਰੇਮਾਂ ਦਾ ਸਪੇਖਿਕ ਵੇਗ ਆ ਜਿਹੜਾ ਸੀ ਤੋਂ ਵੱਡਾ ਹੋਵੇ। ਤਾਂ ਹੁਣ ਇੱਥੇ ਇਹ ਗੱਲ ਆਉਂਦੀ ਹੈ ਕਿ ਕੀ ਪ੍ਰਕਾਸ਼ ਤੋਂ ਤੇਜ਼ ਸਪੀਡ ਵੀ ਹੋ ਸਕਦੀ ਹੈ, ਯਾਨੀ ਕਿ v ਹੈ ਜਿਹੜੀ ਉਹ ਸੀ ਤੋਂ ਜ਼ਿਆਦਾ ਹੋ ਸਕਦੀ ਹੈ। ਤਾਂ ਇਸ ਦੇ ਬਾਰੇ ਦੇਖੋ ਮੈਥਮੈਟਿਕਸ ਕੀ ਕਹਿੰਦਾ ਸਾਨੂੰ। ਤਾਂ ਉਸ ਸਥਿਤੀ ਦੇ ਵਿੱਚ 1 ਮਾਈਨਸ ਵੀ ਸਕੇਅਰ ਡਿਵਾਈਡ ਬਾਏ ਸੀ ਸਕੇਅਰ ਵਾਲਾ ਜਿਹੜਾ ਫੈਕਟਰ ਹੈ ਇਹ ਨੈਗੇਟਿਵ ਬਣ ਜਾਂਦਾ ਹੈ। ਇੱਥੇ ਤੁਸੀਂ ਦੇਖਦੇ ਹੋ ਅਗਰ v ਵੱਡਾ ਹੋ ਗਿਆ ਤਾਂ ਸੀ ਸਕੇਅਰ ਤੋਂ ਅਗਰ ਉੱਪਰ ਨਿਊਮਰੇਟਰ ਵੱਡਾ ਹੋ ਗਿਆ ਤਾਂ ਇਹ ਰਕਮ ਜਿਹੜੀ 1 ਤੋਂ ਜ਼ਿਆਦਾ ਹੋ ਜਾਣੀ ਹੈ, ਤੇ 1 ਮਾਈਨਸ ਸਮਥਿੰਗ 1 ਤੋਂ ਜ਼ਿਆਦਾ ਜੋ ਨੈਗੇਟਿਵ ਬਣੇਗਾ ਤੇ ਕਾਲਪਨਿਕ ਬਣ ਜਾਏਗਾ। ਫਿਰ ਇਹ ਕਾਲਪਨਿਕ ਦਾ ਫਿਰ ਅੰਡਰ ਰੂਟ ਕੱਢਣਾ ਮੁਸ਼ਕਲ ਹੋ ਜਾਏਗਾ, ਏਓਟਾ ਨੂੰ ਸ਼ਾਮਿਲ ਕਰੇਗਾ, ਯਾਨੀ ਕਿ ਕੋਈ ਰੀਅਲ ਸੰਸਾਰ ਵਾਲੀ ਗੱਲ ਨਹੀਂ ਰਹੇਗੀ ਉਹ, ਤਾਂ ਇਹ ਨੈਗੇਟਿਵ ਬਣ ਜਾਂਦਾ। ਤੇ ਇਹ ਸਪਸ਼ਟ ਬਕਵਾਸ ਹੁੰਦੀ ਹੈ, ਨੌਨਸੈਂਸ ਰਹਿੰਦੀ ਹੈ ਇਹ, ਇਸ ਦੇ ਲਈ ਫਿਰ ਇਹ ਇੱਕ ਅਸਲੀ ਸੰਸਾਰ ਵਾਲੀ ਚੀਜ਼ ਨਹੀਂ ਰਹਿੰਦੀ ਫਿਰ ਅਗਰ ਵੀ ਸੀ ਤੋਂ ਜ਼ਿਆਦਾ ਹੋ ਗਈ। ਤਾਂ ਮੀਟਰ ਸਟਿਕਸ ਅਤੇ ਘੜੀਆਂ ਸਿਰਫ ਅਸਲੀ ਮੁੱਲ ਵਾਲੇ ਕੋਆਰਡੀਨੇਟਾਂ ਨੂੰ ਪਰਿਭਾਸ਼ਿਤ ਕਰ ਸਕਦੀਆਂ। ਤਾਂ ਆਇਨਸਟਾਈਨ ਦਾ ਇਸ ਵਿਰੋਧਾਭਾਸ ਦਾ ਹੱਲ ਇੱਕ ਵਾਧੂ ਸਿਧਾਂਤ ਸੀ। ਕੋਈ ਵੀ ਪਦਾਰਥਕ ਸਿਸਟਮ ਹੈ ਜੋ ਇਹ ਪ੍ਰਕਾਸ਼ ਤੋਂ ਵੱਧ ਸਪੀਡ ਦੇ ਨਾਲ ਚੱਲ ਹੀ ਨਹੀਂ ਸਕਦਾ। ਆਇਨਸਟਾਈਨ ਦੇ ਇਸ ਤਰ੍ਹਾਂ ਕਿਹਾ ਉਸਨੂੰ। ਤੇ ਵਧੇਰੇ ਸਟੀਕ ਤੌਰ ਤੇ ਕੋਈ ਵੀ ਭੌਤਿਕੀ ਸਿਸਟਮ ਹੈ ਜੋ ਕਿਸੇ ਵੀ ਹੋਰ ਪਦਾਰਥ ਵਾਲਾ ਸਿਸਟਮ ਹੈ ਉਸਦੇ ਮੁਕਾਬਲੇ ਪ੍ਰਕਾਸ਼ ਨਾਲੋਂ ਤੇਜ਼ ਨਹੀਂ ਚੱਲ ਸਕਦਾ। ਤਾਂ ਖਾਸ ਤੌਰ ਤੇ ਕੋਈ ਵੀ ਦੋ ਆਬਜ਼ਰਵਰ ਨੇ ਜੋ ਉਹ ਇੱਕ ਦੂਜੇ ਦੇ ਰਿਲੇਟਿਵ ਰੋਸ਼ਨੀ ਤੋਂ ਤੇਜ਼ ਨਹੀਂ ਚੱਲ ਸਕਦੇ। ਤਾਂ ਖਾਸ ਤਰ੍ਹਾਂ ਇਸ ਤਰ੍ਹਾਂ ਸਾਨੂੰ ਕਦੇ ਵੀ ਵੇਗ ਜਿਹੜਾ ਵੀ ਹੈ, ਵੈਲੋਸਿਟੀ ਵੀ ਹੈ, ਇਹ ਸੀ ਤੋਂ ਵੱਧ ਹੋਣ ਦੀ ਲੋੜ ਹੀ ਨਹੀਂ ਪੈਂਦੀ। ਤਾਂ ਅੱਜ ਇਹ ਸਿਧਾਂਤ ਆਧੁਨਿਕ ਭੌਤਿਕ ਵਿਗਿਆਨ ਦਾ ਆਧਾਰ ਹੈ। ਤਾਂ ਇਹ ਆਮ ਤੌਰ ਤੇ ਇਸ ਰੂਪ ਦੇ ਵਿੱਚ ਪ੍ਰਗਟ ਕੀਤਾ ਜਾਂਦਾ ਹੈ ਕਿ ਕੋਈ ਵੀ ਸਿਗਨਲ ਪ੍ਰਕਾਸ਼ ਨਾਲੋਂ ਤੇਜ਼ ਯਾਤਰਾ ਹੀ ਨਹੀਂ ਕਰ ਸਕਦਾ। ਤਾਂ ਪਰ ਕਿਉਂਕਿ ਸਿਗਨਲ ਆ ਜਿਹੜਾ ਇਹ ਪਦਾਰਥਕ ਸਿਸਟਮਾਂ ਤੋਂ ਬਣੇ ਹੁੰਦੇ ਆ, ਭਾਵੇਂ ਕਿ ਫੋਟੋਨ ਦੇ ਨਾਲੋਂ ਜ਼ਿਆਦਾ ਭੌਤਿਕੀ ਨਾ ਹੋਣ, ਪਰ ਇਹ ਉਸੇ ਚੀਜ਼ ਤੱਕ ਸੀਮਿਤ ਰਹਿੰਦਾ ਹੈ। ਤਾਂ ਅਗਲਾ ਚੈਪਟਰ ਪੜ੍ਹ ਰਹੇ ਹਾਂ ਅਸੀਂ, ਸਰਵ ਸਧਾਰਨ ਲੋਰੈਂਸ ਟਰਾਂਸਫਰਮੇਸ਼ਨ। ਤਾਂ ਇਹ ਚਾਰ ਸਮੀਕਰਨਾਂ ਜੋ ਅਸੀਂ ਪਹਿਲਾਂ ਪੜ੍ਹੀਆਂ 1.25 1.26 ਤੇ 27 28 ਵਾਲੀਆਂ ਨੇ, ਜਿਹਦੇ 'ਚ ਜ਼ੈਡ ਪ੍ਰਾਈਮ ਤੇ ਵਾਈ ਪ੍ਰਾਈਮ ਬਰਾਬਰ ਹੀ ਹੁੰਦੇ ਨੇ ਵਾਈ ਤੇ ਜ਼ੈਡ ਦੇ। ਤਾਂ ਇਹਨਾਂ ਨੂੰ ਇਹ ਚਾਰ ਸਮੀਕਰਨਾਂ ਜੋ ਇਹ ਸਾਨੂੰ ਯਾਦ ਦਿਵਾਉਂਦੀਆਂ ਕਿ ਅਸੀਂ ਸਿਰਫ ਸਭ ਤੋਂ ਸਰਲ ਕਿਸਮ ਦੇ ਲੋਰੈਂਸ ਪਰਿਵਰਤਨ 'ਤੇ ਵਿਚਾਰ ਕੀਤਾ ਹੈ।
ਇੱਕ ਪਰਿਵਰਤਨ ਜਿੱਥੇ ਹਰੇਕ ਪ੍ਰਾਈਮਡ ਧੁਰਾ ਜਿਹੜਾ ਇਸਦੇ ਪ੍ਰਾਈਮ ਨਾ ਕੀਤੇ ਹੋਏ ਧੁਰੇ ਦੇ ਇਹਦੇ ਸਮਰੂਪ ਦੇ ਸਮਾਂਤਰ ਹੁੰਦਾ, ਪੈਰਲਲ ਹੁੰਦਾ, ਸਮਿਟਰੀ ਦੇ ਪੈਰਲਲ ਹੁੰਦਾ ਅਤੇ ਜਿੱਥੇ ਦੋ ਫਰੇਮਾਂ ਵਿਚਕਾਰ ਜਿਹੜੀ ਰਿਲੇਟਿਵ ਮੋਸ਼ਨ ਹੈ ਉਹ ਸਿਰਫ ਐਕਸ ਐਕਸਸ ਅਤੇ ਐਕਸ ਪ੍ਰਾਈਮ ਐਕਸਸ ਦੀ ਸਾਂਝੀ ਦਿਸ਼ਾ ਦੇ ਨਾਲ ਹੀ ਹੁੰਦੀ ਹੈ। ਇੱਥੇ ਸਿਰਫ ਅਸੀਂ ਐਕਸ ਐਕਸਿਸ ਦੇ ਵਿੱਚ ਇਹ ਗਤੀ ਦੀ ਗੱਲ ਕੀਤੀ ਹੈ। ਯੂਨੀਫਾਰਮ ਮੋਸ਼ਨ ਸਧਾਰਨ ਹੈ, ਪਰ ਇਹ ਸਿਰਫ ਹਮੇਸ਼ਾ ਇੰਨੀ ਸਰਲ ਨਹੀਂ ਹੁੰਦੀ। ਸਪੇਸ ਧੁਰਿਆਂ ਦੇ ਦੋ ਸੈੱਟਾਂ ਨੂੰ ਵੱਖਰੇ ਵੱਖਰੇ ਹੋਣ ਤੋਂ ਹਰੇਕ ਪ੍ਰਾਈਮਡ ਧੁਰੀ ਦੇ ਨਾਲ, ਪ੍ਰਾਈਮਡ ਐਕਸਸ ਦੇ ਨਾਲ ਇਸਦੇ ਅਪ੍ਰਾਈਮਡ ਸਾਥੀ ਵੱਲ ਕੁਝ ਗੈਰ ਜ਼ੀਰੋ ਕੋਣ 'ਤੇ ਰੋਕਣ ਲਈ ਇਸ ਵਿੱਚ ਕੁਛ ਨਹੀਂ ਹੁੰਦਾ। ਤਾਂ ਦੋ ਫਰੇਮਾਂ ਨੂੰ ਨਾ ਸਿਰਫ ਐਕਸ ਦਿਸ਼ਾ ਵਿੱਚ ਸਗੋਂ ਵਾਈ ਅਤੇ ਜ਼ੈਡ ਦਿਸ਼ਾਵਾਂ ਦੇ ਨਾਲ ਨਾਲ ਵੀ ਇੱਕ ਦੂਜੇ ਦੇ ਸੰਬੰਧ ਵਿੱਚ ਚੱਲਦੇ ਹੋਏ ਕਲਪਨਾ ਕਰਨਾ ਵੀ ਸੌਖਾ ਹੀ ਹੁੰਦਾ, ਕਿਉਂਕਿ ਉਹ ਵਾਈ ਅਤੇ ਜ਼ੈਡ ਤਾਂ ਚੇਂਜ ਹੀ ਨਹੀਂ ਹੁੰਦੇ। ਤਾਂ ਉਸ ਨੂੰ ਅਸੀਂ ਇੱਥੇ ਥੋੜ੍ਹਾ ਉਸਦੇ ਲਈ ਵੀ ਇਕੁਏਸ਼ਨ ਅਸੀਂ ਲਿਖਾਂਗੇ। ਤਾਂ ਇਹ ਇੱਕ ਸਵਾਲ ਉਠਾਉਂਦਾ ਕਿ ਇਹਨਾਂ ਕਾਰਕਾਂ ਨੂੰ ਨਜ਼ਰ ਅੰਦਾਜ਼ ਕਰਕੇ, ਇਹਨਾਂ ਫੈਕਟਰਾਂ ਨੂੰ ਨਜ਼ਰ ਅੰਦਾਜ਼ ਕਰਕੇ ਕੀ ਅਸੀਂ ਇੱਕਸਾਰ ਗਤੀ ਦੇ ਭੌਤਿਕ ਗਿਆਨ ਬਾਰੇ ਕੁਝ ਜ਼ਰੂਰੀ ਗਵਾ ਦਿੱਤਾ ਹੈ? ਤਾਂ ਖੁਸ਼ੀ ਦੇ ਨਾਲ ਜਵਾਬ ਨਹੀਂ, ਅਸੀਂ ਕੁਝ ਨਹੀਂ ਗਵਾਇਆ। ਤਾਂ ਮੰਨ ਲਓ ਕਿ ਤੁਹਾਡੇ ਕੋਲ ਕਿਸੇ ਵੀ ਕੋਆਰਡੀਨੇਟ ਧੁਰੇ ਦੇ ਨਾਲ ਨਹੀਂ, ਸਿਰਫ ਕੁਝ ਤਿਰਛੀ ਦਿਸ਼ਾ ਦੇ ਨਾਲ ਸਾਪੇਖਿਕ ਗਤੀ ਦੇ ਵਿੱਚ ਦੋ ਫਰੇਮ ਹੋਣ। ਰੋਟੇਸ਼ਨਾਂ ਦੇ ਕ੍ਰਮ ਦਾ ਪ੍ਰਦਰਸ਼ਨ ਕਰਕੇ ਪ੍ਰਾਈਮਡ ਧੁਰਿਆਂ ਨੂੰ, ਪ੍ਰਾਈਮਡ ਐਕਸਸ ਨੂੰ ਅਨਪ੍ਰਾਈਮਡ ਧੁਰੇ ਐਕਸਸ ਦੇ ਨਾਲ ਲਾਈਨ ਬਣਾਉਣਾ ਸੌਖਾ ਹੁੰਦਾ। ਉਹਨਾਂ ਨੂੰ ਰੋਟੇਟ ਕਰਨ ਤੋਂ ਬਾਅਦ ਤੁਹਾਡੇ ਕੋਲ ਦੁਬਾਰਾ ਐਕਸ ਦਿਸ਼ਾ ਵਿੱਚ ਇੱਕਸਾਰ ਗਤੀ ਹੋਵੇਗੀ। ਤਾਂ ਆਮ ਲੋਰੈਂਸ ਪਰਿਵਰਤਨ ਜਿੱਥੇ ਦੋ ਫਰੇਮ ਸਪੇਸ ਦੇ ਵਿੱਚ ਇੱਕ ਮਨਮਾਨੇ ਕੋਣ ਦੁਆਰਾ ਇੱਕ ਦੂਜੇ ਦੇ ਨਾਲ ਸੰਬੰਧਿਤ ਹੁੰਦੇ ਆ ਅਤੇ ਇੱਕ ਦੂਜੇ ਦੇ ਸਾਪੇਖਿਕ ਕਿਸੇ ਮਨਮਾਨੇ ਦਿਸ਼ਾ ਦੇ ਵਿੱਚ ਅੱਗੇ ਵਧ ਰਹੇ ਹੁੰਦੇ ਆ, ਤਾਂ ਉਹ ਇਸ ਦੇ ਬਰਾਬਰ ਹੁੰਦੇ ਆ। ਦੋ ਫਰੇਮ ਨੇ, ਦੋ ਰੈਫਰੈਂਸ ਫਰੇਮ, ਇੱਕ ਤਾਂ ਅਪ੍ਰਾਈਮਡ ਧੁਰਿਆਂ ਦੇ ਨਾਲ ਪ੍ਰਾਈਮਡ ਜਿਹੜੇ ਪ੍ਰਾਈਮ ਨਾ ਕੀਤੇ ਹੋਏ ਐਕਸਸ ਆ ਇਹਨਾਂ ਦੇ ਨਾਲ ਪ੍ਰਾਈਮ ਕੀਤੇ ਹੋਏ ਐਕਸਸ ਨੂੰ ਇੱਕਸਾਰ ਕਰਨ ਦੇ ਲਈ ਸਪੇਸ ਦੀ ਇੱਕ ਰੋਟੇਸ਼ਨ। ਤਾਂ ਦੂਜੀ ਹੈਗਾ ਕਿ ਨਵੇਂ ਐਕਸ ਐਕਸਿਸ ਦੇ ਨਾਲ ਇੱਕ ਸਧਾਰਨ ਲੋਰੈਂਸ ਪਰਿਵਰਤਨ। ਅਤੇ 3 ਨੰਬਰ 'ਤੇ ਹੈ ਪ੍ਰਾਈਮ ਜਿਹੜੇ ਕੀਤੇ ਹੋਏ ਐਕਸਿਸ ਨੇ ਇਹਨਾਂ ਦੇ ਰਿਲੇਟਿਵ ਪ੍ਰਾਈਮ ਨਾ ਕੀਤੇ ਹੋਏ ਐਕਸਿਸ ਦੀ ਮੂਲ ਸਥਿਤੀ ਨੂੰ ਬਹਾਲ ਕਰਨ ਦੇ ਲਈ ਸਪੇਸ ਦੀ ਦੂਜੀ ਰੋਟੇਸ਼ਨ। ਜਿੰਨਾ ਚਿਰ ਤੁਸੀਂ ਇਹ ਯਕੀਨੀ ਬਣਾਉਂਦੇ ਹੋ ਕਿ ਤੁਹਾਡੀ ਥਿਊਰੀ ਐਕਸ ਐਕਸਿਸ ਦੇ ਨਾਲ ਸਧਾਰਨ ਲੋਰੈਂਸ ਪਰਿਵਰਤਨ ਦੇ ਸੰਬੰਧ ਦੇ ਵਿੱਚ ਇਨਵੇਰੀਐਂਟ ਹੈ ਅਤੇ ਰੋਟੇਸ਼ਨਲ ਦੇ ਸੰਬੰਧ ਵਿੱਚ ਵੀ ਇਹ ਇਨਵੇਰੀਐਂਟ ਹੈ, ਤਾਂ ਇਹ ਫਿਰ ਇਹ ਕਿਸੇ ਲੋਰੈਂਸ ਟਰਾਂਸਫਰਮੇਸ਼ਨ ਦੇ ਸੰਬੰਧ ਵਿੱਚ ਵੀ ਇਨਵੇਰੀਐਂਟ ਹੋਏਗੀ। ਇਨਵੇਰੀਐਂਟ ਦਾ ਮਤਲਬ ਹੈ ਸਥਿਰ ਰਹੇਗੀ, ਉਹਦੇ ਨਾਲ ਫਰਕ ਨਹੀਂ ਪਏਗਾ ਉਸ ਨੂੰ। ਤਾਂ ਪਰਿਭਾਸ਼ਾ ਦੇ ਮਾਮਲੇ ਦੇ ਰੂਪ ਦੇ ਵਿੱਚ ਇੱਕ ਫਰੇਮ ਨੂੰ ਦੂਜੀ ਫਰੇਮ ਦੇ ਰਿਲੇਟਿਵ ਵੈਲੋਸਿਟੀ ਨੂੰ ਸ਼ਾਮਲ ਕਰਨ ਵਾਲੇ ਪਰਿਵਰਤਨ ਨੂੰ ਬੂਸਟ ਕਿਹਾ ਜਾਂਦਾ ਹੈ। ਤਾਂ ਇਸ ਦੇ ਵਿੱਚ ਅਸੀਂ ਇੱਕ ਬੂਸਟ ਨਾਮ ਦਾ ਸ਼ਬਦ ਇੱਥੇ ਪੜ੍ਹਨ ਨੂੰ ਮਿਲਿਆ ਸਾਨੂੰ ਕਿ ਪਰਿਭਾਸ਼ਾ ਦੇ ਮਾਮਲੇ ਦੇ ਵਿੱਚ ਇੱਕ ਫਰੇਮ ਨੂੰ ਜਦੋਂ ਦੂਜੀ ਫਰੇਮ ਦੇ ਰਿਲੇਟਿਵ ਜਿਹੜੀ ਉਸਦੀ ਵੈਲੋਸਿਟੀ ਹੁੰਦੀ ਹੈ ਉਸ ਨੂੰ ਉਸਦੇ ਵਿੱਚ ਜਦੋਂ ਸ਼ਾਮਲ ਕੀਤਾ ਜਾਂਦਾ ਤਾਂ ਫਿਰ ਉਸ ਜਿਹੜਾ ਪਰਿਵਰਤਨ ਕੀਤਾ ਜਾਂਦਾ ਇਕੁਏਸ਼ਨ 'ਚ ਉਸ ਨੂੰ ਬੂਸਟ ਕਿਹਾ ਜਾਂਦਾ। ਤਾਂ ਉਦਾਹਰਨ ਦੇ ਲਈ ਲੋਰੈਂਸ ਪਰਿਵਰਤਨ, ਲੋਰੈਂਸ ਟਰਾਂਸਫਰਮੇਸ਼ਨ ਜਿਵੇਂ ਇਕੁਏਸ਼ਨ 1.25 ਅਤੇ 1.26 ਦੇ ਵਿੱਚ ਐਕਸ ਧੁਰੇ ਦੇ ਨਾਲ ਬੂਸਟ ਕਿਹਾ ਜਾਂਦਾ ਇਸ ਨੂੰ, ਕਿ ਇੱਥੇ ਐਕਸ ਪ੍ਰਾਈਮ ਦੇ ਵਿੱਚ ਇਹ ਐਕਸ ਵਾਲੇ ਟਰਮਾਂ ਦੇ ਵਿੱਚ ਇਸ ਨੂੰ ਲਿਖਿਆ ਗਿਆ ਹੈ ਐਕਸ ਪ੍ਰਾਈਮ ਨੂੰ, ਤਾਂ ਇਸ ਨੂੰ ਬੂਸਟ ਕਰਨਾ ਕਹਿੰਦੇ ਆ। ਅਗਲਾ ਚੈਪਟਰ ਪੜ੍ਹ ਰਹੇ ਹਾਂ ਅਸੀਂ ਲੈਂਥ ਕੰਟਰੈਕਸ਼ਨ ਅਤੇ ਟਾਈਮ ਡਿਲੇਸ਼ਨ। ਤਾਂ ਸਪੈਸ਼ਲ ਰਿਲੇਟੀਵਿਟੀ ਜਦੋਂ ਤੱਕ ਤੁਸੀਂ ਇਸ ਦੇ ਆਦੀ ਨਹੀਂ ਹੋ ਜਾਂਦੇ, ਜਦੋਂ ਤੱਕ ਇਸ ਦੀ ਆਦੀ ਨਹੀਂ ਹੋ ਜਾਂਦੀ, ਗੈਰ ਕੁਦਰਤੀ ਹੈ। ਸ਼ਾਇਦ ਕੁਆਂਟਮ ਮਕੈਨਿਕਸ ਦੇ ਰੂਪ ਵਿੱਚ ਵਿਰੋਧੀ ਨਹੀਂ, ਪਰ ਫਿਰ ਵੀ ਵਿਰੋਧਾਭਾਸੀ ਵਰਤਾਰਿਆਂ ਦੇ ਨਾਲ ਭਰਪੂਰ ਹੁੰਦੀ ਹੈ, ਕਿਉਂਕਿ ਸਪੈਸ਼ਲ ਰਿਲੇਟੀਵਿਟੀ 'ਚ ਕਾਫੀ ਪੰਗੇ ਖੜੇ ਹੁੰਦੇ ਆ। ਇਹਦੇ ਵਿੱਚ ਇੱਕ ਤਾਂ ਲੈਂਥ ਵੀ ਸੁੰਗੜ ਜਾਂਦੀ ਹੈ ਅਤੇ ਟਾਈਮ ਦਾ ਵੀ ਟਾਈਮ ਡਿਲੇ ਹੋ ਜਾਂਦਾ, ਟਾਈਮ ਡਿਲੇਸ਼ਨ ਕਹਿੰਦੇ ਉਸ ਨੂੰ। ਇਹਨਾਂ ਦਾ ਇਸ ਸਪੈਸ਼ਲਿਟੀ ਵਿੱਚ ਇਹਨਾਂ ਨੂੰ ਸ਼ਾਮਿਲ ਕਰਨਾ ਪੈਂਦਾ, ਨਹੀਂ ਤਾਂ ਫਿਰ ਕਾਫੀ ਪੈਰਾਡੋਕਸ ਪੈਦਾ ਹੁੰਦੇ, ਕਾਫੀ ਪਹੇਲੀਆਂ ਪੈਦਾ ਹੁੰਦੀਆਂ। ਤਾਂ ਮੇਰੀ ਸਲਾਹ ਇਹ ਹੈ ਕਿ ਜਦੋਂ ਇਹਨਾਂ ਦੇ ਵਿੱਚੋਂ ਕਿਸੇ ਇੱਕ ਪੈਰਾਡੋਕਸ ਦਾ ਸਾਹਮਣਾ ਹੁੰਦਾ ਤਾਂ ਤੁਹਾਨੂੰ ਇੱਕ ਸਪੇਸ ਟਾਈਮ ਚਿੱਤਰ ਬਣਾਉਣਾ ਚਾਹੀਦਾ, ਇੱਕ ਤਸਵੀਰ ਬਣਾਉਣੀ ਚਾਹੀਦੀ ਹੈ, ਡਾਇਗਰਾਮ ਬਣਾਉਣਾ ਚਾਹੀਦਾ। ਤਾਂ ਹੁਣ ਅਸੀਂ ਡਾਇਗਰਾਮਾਂ ਨਾਲ ਕੰਮ ਕਰਾਂਗੇ, ਅੱਜ ਕਾਫੀ ਡਾਇਗਰਾਮ ਨੇ ਸਾਡੇ ਇਹਦੇ ਵਿੱਚ। ਸਭ ਤੋਂ ਪਹਿਲਾਂ ਪੜਾਂਗੇ ਲੈਂਥ ਕੰਟਰੈਕਸ਼ਨ, ਲੈਂਥ ਦਾ ਸੁੰਗੜਨਾ। ਇਸ ਨੂੰ ਮੈਂ ਅੰਗਰੇਜ਼ੀ ਵਿੱਚ ਲਿਖਾਂਗੇ ਲੈਂਥ ਕੰਟਰੈਕਸ਼ਨ, ਕਿਉਂਕਿ ਇਸਦਾ ਨਾਮ ਹੈ ਇਹ ਟੌਪਿਕ ਦਾ। ਤਾਂ ਮੰਨ ਲਓ ਕਿ ਤੁਸੀਂ ਮੀਟਰ ਸਟਿਕ ਫੜੀ ਹੋਈ ਹੈ ਅਤੇ ਮੈਂ ਪੋਜ਼ੀਟਿਵ ਐਕਸ ਦਿਸ਼ਾ ਦੇ ਵਿੱਚ ਤੁਹਾਡੇ ਕੋਲੋਂ ਲੰਘ ਰਿਹਾ।
ਤੁਸੀਂ ਜਾਣਦੇ ਹੋ ਕਿ ਤੁਹਾਡੀ ਸੋਟੀ 1 ਮੀਟਰ ਲੰਬੀ ਹੈ, ਪਰ ਮੈਨੂੰ ਇੰਨਾ ਯਕੀਨ ਨਹੀਂ ਹੈ, ਮੈਨੂੰ ਇਸ ਗੱਲ 'ਤੇ ਯਕੀਨ ਨਹੀਂ ਹੈ ਕਿ ਤੁਹਾਡੀ ਜਿਹੜੀ ਸਟਿੱਕ ਹੈ ਉਹ 1 ਮੀਟਰ ਲੰਬੀ ਹੈ। ਤਾਂ ਜਿਵੇਂ ਹੀ ਮੈਂ ਲੰਘਦਾ, ਮੈਂ ਤੁਹਾਡੀ ਮੀਟਰ ਸਟਿਕਸ ਨੂੰ ਮੇਰੇ ਮੀਟਰ ਸਟਿਕਸ ਦੀ ਲੰਬਾਈ ਦੇ ਅਨੁਸਾਰ ਮਾਪਦਾ। ਕਿ ਜੋ ਮੇਰੇ ਕੋਲ ਮੀਟਰ ਸਟਿਕ ਹੈ ਇੱਕ, ਉਹਦੇ ਨਾਲ ਮੈਂ ਨਾਪਦਾ। ਕਿਉਂਕਿ ਮੈਂ ਜਾ ਰਿਹਾ ਹੁੰਦਾ ਤਾਂ ਮੈਨੂੰ ਬਹੁਤ ਸਾਵਧਾਨੀ ਰੱਖਣੀ ਪੈਂਦੀ ਹੈ। ਮੈਂ ਗਤੀ ਵਿੱਚ ਹੁੰਦਾ ਤਾਂ ਨਹੀਂ ਤਾਂ ਮੈਂ 2 ਵੱਖ-ਵੱਖ ਸਮਿਆਂ 'ਤੇ ਤੁਹਾਡੀ ਮੀਟਰ ਸਟਿਕ ਦੇ ਅੰਤਲੇ ਬਿੰਦੂਆਂ ਨੂੰ ਮਾਪ ਸਕਦਾ। ਕਿਉਂਕਿ ਮੇਰੇ ਕੋਲ ਤੁਹਾਡੀ ਜਿਹੜੀ ਮੀਟਰ ਸਟਿਕ ਆ ਉਹ ਲੇਟ ਪਹੁੰਚੇਗੀ, ਤਾਂ ਉਹ ਥੋੜ੍ਹਾ ਉਸ ਹਿਸਾਬ ਨਾਲ ਉਹਦਾ ਜਿਹੜੇ ਸਿਰਿਆਂ ਦੇ ਵਿੱਚ ਫ਼ਰਕ ਪੈ ਜਾਂਦਾ। ਤਾਂ ਯਾਦ ਰੱਖੋ ਕਿ ਤੁਹਾਡੇ ਫਰੇਮ ਦੇ ਵਿੱਚ ਇੱਕੋ ਸਮੇਂ ਹੋਣ ਵਾਲੀ ਘਟਨਾਵਾਂ ਮੇਰੇ ਲਈ ਇੱਕੋ ਸਮੇਂ ਨਹੀਂ ਹੁੰਦੀਆਂ। ਮੈਂ ਤੁਹਾਡੇ ਮੀਟਰ ਸਟਿਕਸ ਦੇ ਸਿਰਿਆਂ ਵਾਲੇ ਬਿੰਦੂਆਂ ਨੂੰ ਮੇਰੇ ਫਰੇਮ ਦੇ ਵਿੱਚ ਬਿਲਕੁਲ ਉਸੇ ਸਮੇਂ ਮਾਪਣਾ ਚਾਹੁੰਦਾ। ਮੇਰੇ ਫਰੇਮ ਦੇ ਵਿੱਚ ਤੁਹਾਡੀ ਮੀਟਰ ਸਟਿਕ ਦੀ ਲੰਬਾਈ ਤੋਂ ਮੇਰਾ ਮਤਲਬ ਇਹ ਹੁੰਦਾ ਹੈ। ਤਾਂ ਇੱਥੇ ਇੱਕ ਤਸਵੀਰ ਬਣਾਈ ਗਈ ਹੈ 1.5। ਇਸ ਸਥਿਤੀ ਦਾ ਸਪੇਸ ਟਾਈਮ ਚਿੱਤਰ ਇਹ ਦਿਖਾਉਂਦਾ ਹੈ, ਜਿਹੜੀ ਸਥਿਤੀ ਦੀ ਹੁਣੇ ਵਰਣਨ ਕੀਤਾ ਕਿ ਤੁਹਾਡੇ ਫਰੇਮ ਦੇ ਵਿੱਚ ਮੀਟਰ ਸਟਿਕ ਨੂੰ ਐਕਸ ਧੁਰੇ ਦੇ ਨਾਲ ਇੱਕ ਹੌਰੀਜ਼ੌਂਟਲ ਰੇਖਾ ਦੇ ਹਿੱਸੇ ਦੁਆਰਾ ਦਰਸਾਇਆ ਗਿਆ। ਜਿਹੜੀ ਇੱਕ ਮੀਟਰ ਸਟਿਕ ਦੇ ਵਿੱਚ ਐਕਸ ਐਕਸਿਸ ਦੇ ਨਾਲ ਇੱਕ ਹੌਰੀਜ਼ੌਂਟਲ ਲਾਈਨ ਦੇ ਰਾਹੀਂ ਤੁਹਾਡਾ ਜਿਹੜਾ ਫਰੇਮ ਹੈ ਉਹ ਦਿਖਾਇਆ ਗਿਆ, ਅਤੇ ਜੋ ਤੁਹਾਡੇ ਲਈ ਸਮਕਾਲੀਨਤਾ ਦੀ ਸਤ੍ਹਾ ਹੈ, ਯਾਨੀ ਕਿ ਜਿਹਦੇ ਵਿੱਚ ਜਿਹੜਾ ਸਮਾਂ ਹੈ ਉਹ ਬਰਾਬਰ ਹੈ। ਅਤੇ ਮੀਟਰ ਸਟਿਕ ਆਰਾਮ 'ਤੇ ਹੈ ਅਤੇ ਇਸ ਦੇ ਅੰਤਿਮ ਬਿੰਦੂਆਂ ਦੀਆਂ ਵਿਸ਼ਮ ਰੇਖਾਵਾਂ ਤੁਹਾਡੇ ਫਰੇਮ ਵਿੱਚ ਵਰਟੀਕਲ ਲਾਈਨਾਂ x=0 ਅਤੇ x=1 ਹੈ। ਅਤੇ ਮੇਰੇ ਮੂਵਿੰਗ ਫਰੇਮ ਦੇ ਵਿੱਚ ਸਮੇਂ ਦੇ ਇੱਕ ਪਲ ਵਿੱਚ ਉਹੀ ਮੀਟਰ ਸਟਿਕ ਐਕਸ ਪ੍ਰਾਈਮ ਧੁਰੇ ਦੇ ਨਾਲ ਰੇਖਾਖੰਡ OP ਦੁਆਰਾ ਦਰਸਾਈ ਗਈ ਹੈ। ਤੇ ਐਕਸ ਪ੍ਰਾਈਮ ਮੇਰੇ ਲਈ ਸਮਕਾਲੀਨਤਾ ਦੀ ਸਤ੍ਹਾ ਹੈ ਅਤੇ ਤਸਵੀਰ ਵਿੱਚ ਝੁਕਿਆ ਹੋਇਆ ਇਹ ਐਕਸ ਪ੍ਰਾਈਮ ਧੁਰਾ ਮੇਰੇ ਲਈ ਸਮਕਾਲੀਨਤਾ ਦੀ ਸਤ੍ਹਾ ਹੈ, ਯਾਨੀ ਕਿ ਬਰਾਬਰ ਸਮੇਂ ਦੀ। ਅਤੇ ਇਹ ਤਸਵੀਰ ਦੇ ਵਿੱਚ ਥੋੜ੍ਹਾ ਝੁਕਿਆ ਵਾ, ਅਤੇ ਮੀਟਰ ਸਟਿਕਸ ਦਾ ਇੱਕ ਸਿਰਾ ਸਾਡੇ ਸਾਂਝੇ ਰੀਜਨ O 'ਤੇ ਹੈ ਜਦੋਂ ਮੈਂ ਤੁਹਾਡੇ ਕੋਲੋਂ ਲੰਘਦਾ। ਤਾਂ ਆਓ ਇਸ ਤਸਵੀਰ ਦੀ ਗੱਲ ਕਰਦੇ ਹਾਂ। ਇਸ ਦੇ ਵਿੱਚ ਜਿਵੇਂ ਇਹ ਐਕਸ ਐਕਸਿਸ ਤੁਹਾਡਾ ਐਕਸਿਸ ਹੈ, ਜਿਸ ਦੇ ਵਿੱਚ ਤੁਹਾਡੇ ਲਈ ਟਾਈਮ ਹੈ ਜਿਹੜਾ ਉਹ ਬਰਾਬਰ ਹੈ, ਅਤੇ ਮੇਰੇ ਲਈ ਇਹ ਐਕਸ ਪ੍ਰਾਈਮ =0 ਹੈ। ਮੇਰੇ ਲਈ ਇਹ ਜਿਹੜਾ ਐਕਸ ਪ੍ਰਾਈਮ ਆ ਉਹ ਇਸ ਟੀ ਪ੍ਰਾਈਮ ਦੇ ਉੱਤੇ ਹੈ, ਅਤੇ ਇਹ PQ ਇੱਕ ਇੱਥੇ ਇਸਦੇ ਵਿੱਚ ਲਾਈਨ ਹੈ, ਅਤੇ ਇੱਧਰ ਇੱਕ OP ਲਾਈਨ ਹੈ, ਅਤੇ ਇਹਦੇ ਵਿੱਚ x=0 ਇੱਥੇ T ਦੇ ਉੱਤੇ x=0 ਹੈ, ਟਾਈਮ ਐਕਸਿਸ ਹੈ, ਅਤੇ ਇੱਧਰ T ਪ੍ਰਾਈਮ ਮੇਰੇ ਲਈ ਹੈ, ਅਤੇ ਇਸ ਤਰ੍ਹਾਂ ਇੱਧਰ ਐਕਸ ਪ੍ਰਾਈਮ ਮੇਰੇ ਲਈ ਇਹ ਸਮਕਾਲੀਨਤਾ ਦੀ ਜਗ੍ਹਾ ਹੈ ਕਿ T ਪ੍ਰਾਈਮ=0 ਮੇਰੇ ਲਈ ਇੱਥੇ ਹੈ, ਐਕਸ ਪ੍ਰਾਈਮ ਮੇਰਾ ਧੁਰਾ ਹੈ ਇਹ ਵਾਲਾ ਜਿਹੜਾ ਟੇਢਾ ਹੈ, ਅਤੇ ਇੱਧਰ T ਪ੍ਰਾਈਮ ਮੇਰਾ ਸਮੇਂ ਵਾਲਾ ਧੁਰਾ ਹੈ। ਐਕਸ ਪ੍ਰਾਈਮ=0 ਮੇਰੇ ਲਈ ਇੱਥੇ ਹੈ, T ਪ੍ਰਾਈਮ 0 ਮੇਰੇ ਲਈ ਇੱਥੇ ਹੈ, T=0 ਤੁਹਾਡੇ ਲਈ ਇੱਥੇ ਹੈ, ਅਤੇ x=0 ਤੁਹਾਡੇ ਲਈ ਇੱਥੇ ਹੈ T ਦੇ ਉੱਤੇ। ਇਹ ਆਮ ਤੁਸੀਂ ਇਸ ਬਾਰੇ ਬੜਾ ਸਿੰਪਲ ਇਹ ਸਮਝ ਸਕਦੇ ਹਾਂ ਇਸ ਨੂੰ ਸਰਲਤਾ ਦੇ ਨਾਲ, ਕਿ ਐਕਸ ਅਤੇ T ਤੁਹਾਡੇ ਵਾਲਾ ਰੈਸਟ ਵਾਲਾ ਫਰੇਮ ਹੈ, ਅਤੇ ਇਹ ਮੂਵਿੰਗ ਫਰੇਮ ਦੇ ਵਿੱਚ ਐਕਸ ਪ੍ਰਾਈਮ ਅਤੇ T ਪ੍ਰਾਈਮ ਮੇਰੇ ਲਈ ਇੱਥੇ ਹੁੰਦੇ ਆ, ਜਿਨ੍ਹਾਂ ਦੇ ਵਿੱਚ ਮੇਰੇ ਲਈ T ਪ੍ਰਾਈਮ ਇੱਥੇ 0 ਹੈ ਅਤੇ ਐਕਸ ਪ੍ਰਾਈਮ ਇੱਥੇ 0 ਹੈ। ਤੁਹਾਡੇ ਲਈ ਜਿਵੇਂ x=0 ਇੱਥੇ T ਦੇ ਉੱਤੇ ਹੈ, ਅਤੇ T=0 ਤੁਹਾਡੇ ਲਈ ਐਕਸ ਦੇ ਉੱਤੇ ਹੈ। ਤਾਂ ਇਸ ਤਰ੍ਹਾਂ ਤੁਹਾਡੀ ਫਰੇਮ ਰੈਸਟ 'ਤੇ ਹੈ, ਮੇਰੀ ਫਰੇਮ ਕਿਸੇ ਵੈਲੋਸਿਟੀ v ਨਾਲ ਗਤੀ ਕਰ ਰਹੀ ਹੈ। ਤਾਂ ਇਸ ਤਰ੍ਹਾਂ ਇਹ ਡਾਇਗਰਾਮ ਹੈ, ਅਤੇ ਅੱਗੇ ਇਸ ਨੂੰ ਹੋਰ ਪੜ੍ਹਦੇ ਹਾਂ ਆਪਾਂ। ਇਸ ਦੇ ਵਿੱਚ ਅੱਗੇ ਇਸ ਦੇ ਵਿੱਚ ਲੈਂਥ ਕੰਟਰੈਕਸ਼ਨ ਬਾਰੇ ਸਾਡਾ ਇਹ ਟੌਪਿਕ ਹੈ ਕਿ ਲੰਬਾਈ ਸੁੰਗੜ ਜਾਂਦੀ ਹੈ। ਤਾਂ T ਪ੍ਰਾਈਮ=0 ਦੇ ਉੱਤੇ ਸਟਿਕ ਦੇ ਦੂਜੇ ਸਿਰੇ ਨੂੰ ਚਿੱਤਰ ਦੇ ਵਿੱਚ P ਲੇਬਲ ਕੀਤਾ ਹੋਇਆ ਹੈ। ਤਾਂ T ਪ੍ਰਾਈਮ=0 ਦੇ ਉੱਤੇ ਸਟਿਕ ਦਾ ਜਿਹੜਾ ਦੂਜਾ ਸਿਰਾ ਹੈ ਉਹ P ਦੇ ਉੱਤੇ ਹੁੰਦਾ। ਤਾਂ ਮੇਰੇ ਫਰੇਮ ਦੇ ਵਿੱਚ T ਪ੍ਰਾਈਮ=0 ਸਮੇਂ ਦੋਵਾਂ ਸਿਰਿਆਂ ਦੀ ਸਥਿਤੀ ਨੂੰ ਨਾਪਣ ਦੇ ਲਈ ਮੈਨੂੰ ਬਿੰਦੂ 0 ਤੋਂ P 'ਤੇ ਐਕਸ ਪ੍ਰਾਈਮ ਦੇ ਧੁਰੇ ਦੇ ਮੁੱਲਾਂ ਨੂੰ ਜਾਣਨ ਦੀ ਲੋੜ ਹੁੰਦੀ ਹੈ। ਤਾਂ ਯਾਨੀ ਕਿ P ਬਿੰਦੂ ਦੇ ਉੱਤੇ ਐਕਸ ਪ੍ਰਾਈਮ ਐਕਸਿਸ ਦੇ ਜਿਹੜੇ ਵੈਲਿਊ ਆ ਉਹਨਾਂ ਦੀ ਕੀ ਜ਼ਰੂਰਤ ਹੈ, ਉਸਦੀ ਮੈਨੂੰ ਜ਼ਰੂਰਤ ਪੈਂਦੀ ਹੈ, ਉਸਦੀ ਜਿਹੜਾ ਵੈਲਿਊ ਆ ਉਸਦੀ O ਅਤੇ P
ਬਿੰਦੂਆਂ ਦੇ ਵਿੱਚ ਐਕਸ ਪ੍ਰਾਈਮ ਐਕਸਿਸ ਦੇ ਵਿੱਚ ਇਹਨਾਂ ਦੀ ਵੈਲਿਊਜ਼ ਕੀ ਹੈ, ਉਹ ਟੀ ਪ੍ਰਾਈਮ ਇਜ਼ ਇਕੁਅਲ ਟੂ 0 ਸਮੇਂ ਦੋਵਾਂ ਸਿਰਿਆਂ ਦੀ ਸਥਿਤੀ ਨੂੰ ਨਾਪਣ ਦੇ ਲਈ ਇਹ ਮੈਨੂੰ ਐਕਸ ਪ੍ਰਾਈਮ ਦੀ ਜ਼ਰੂਰਤ ਪੈਂਦੀ ਹੈ, ਜਿਹੜੇ ਕਿ 0 ਤੇ ਪੀ ਦੇ ਉੱਤੇ ਕੀ ਮੁੱਲ ਨੇ ਇਹ ਜ਼ਰੂਰਤ ਪੈਂਦੀ ਹੈ। ਪਰ ਮੈਂ ਪਹਿਲਾਂ ਹੀ ਜਾਣਦਾ ਕਿ ਐਕਸ ਪ੍ਰਾਈਮ ਬਿੰਦੂ 0 ਦੇ ਉੱਤੇ ਹੀ ਹੈ, ਐਕਸ ਪ੍ਰਾਈਮ ਬਿੰਦੂ 0 ਤੇ 0 ਹੈ, ਉਹ ਦੇ ਉੱਤੇ 0 ਹੈ, ਇਸ ਲਈ ਮੈਨੂੰ ਸਭ ਦੀ ਲੋੜ ਹੈ। ਤਾਂ ਜਿਹੜਾ ਹਾਈਪੋਟੈਨਸ ਹੈ ਇਸ ਦੇ ਲਈ ਸਾਨੂੰ ਬਿੰਦੂ ਪੀ ਤੇ ਐਕਸ ਪ੍ਰਾਈਮ ਦੇ ਮੁੱਲ ਦੀ ਗਣਨਾ ਕਰਨੀ ਹੈ, ਮੀਨ ਕਿ ਪੀ ਦੇ ਉੱਤੇ ਐਕਸ ਪ੍ਰਾਈਮ ਕਿੰਨਾ ਹੈ। ਇਸ ਦੀ ਗਣਨਾ ਕਰਨ ਦੇ ਲਈ ਅਸੀਂ ਇੱਥੇ ਜਿਵੇਂ ਤਸਵੀਰ ਦੇ ਉੱਤੇ ਮੈਨੂੰ ਚੱਲਦਾ ਕਿ ਤਸਵੀਰ ਦੇ ਉੱਤੇ ਪੀ ਹੈ ਜਿਹੜਾ ਇਹਦੇ ਉੱਤੇ ਐਕਸ ਪ੍ਰਾਈਮ ਦੀ ਵੈਲਿਊ ਕਿੰਨੀ ਹੈ, ਤਾਂ ਇਹ ਇੱਥੇ ਜਾ ਕੇ ਬਣੇਗੀ ਪੀ ਦੇ ਉੱਤੇ ਐਕਸ ਜਿਹੜੀ ਇਸ ਦੀ ਜਿਵੇਂ ਇੱਥੇ ਪੀ ਐਕਸ ਐਕਸ ਪ੍ਰਾਈਮ ਪੀ ਨੂੰ ਇੱਥੇ ਕੱਟਦਾ ਹੈ, ਟੀ ਪ੍ਰਾਈਮ ਇੱਥੇ ਕੱਟ ਟੀ ਪ੍ਰਾਈਮ ਨੂੰ ਇਹ ਇੱਥੇ ਕੱਟਦਾ, ਐਕਸ ਪ੍ਰਾਈਮ ਨੂੰ ਇੱਥੇ ਕੱਟਦਾ ਪੀ ਦੇ ਉੱਤੇ। ਜਿਹੜਾ ਲੈਂਥ ਦੀ ਗੱਲ ਹੈ ਤਾਂ ਇਸ ਨੂੰ ਅੱਗੇ ਪੜ੍ਹਦੇ ਹਾਂ। ਤਾਂ ਅਸੀਂ ਰਿਲੇਟਿਵ ਇਕਾਈਆਂ ਯਾਨੀ ਕਿ ਰਿਲੇਟਿਵ ਯੂਨਿਟ ਦੇ ਵਿੱਚ ਕੰਮ ਕਰਦੇ ਹਾਂ। ਪ੍ਰਕਾਸ਼ ਦੀ ਗਤੀ ਜਿਹਦੇ ਵਿੱਚ 1 ਲਈ ਜਾਂਦੀ ਹੈ, ਇਸ ਦੀ ਵਰਤੋਂ ਕਰਦੇ ਹੋਏ ਸਾਨੂੰ ਇਹ ਆਸਾਨ ਤਰੀਕੇ ਨਾਲ ਅਸੀਂ ਕਰਾਂਗੇ। ਤਾਂ ਦੂਜੇ ਸ਼ਬਦਾਂ ਦੇ ਵਿੱਚ ਅਸੀਂ ਇਕੁਏਸ਼ਨਾਂ 1.19 ਨੰਬਰ ਇਕੁਏਸ਼ਨ ਹੈ ਜੋ ਸਾਡੀ ਪਿਛਲੇ ਲੈਕਚਰ ਵਿੱਚ ਜੋ ਅਸੀਂ ਬਣਾਈ ਸੀ, ਅਤੇ 1.20 ਇਹ ਵੀ ਪਿਛਲੇ ਲੈਕਚਰ 'ਚ ਬਣਾਈ ਸੀ, ਇਸ ਦੇ ਲੋਰੈਂਸ ਟਰਾਂਸਫਰਮੇਸ਼ਨ ਦੀ ਵਰਤੋਂ ਕਰਾਂਗੇ। ਪਹਿਲਾਂ ਧਿਆਨ ਦਿਓ ਕਿ ਬਿੰਦੂ ਪੀ ਦੋ ਲਾਈਨਾਂ ਐਕਸ ਇਜ਼ ਇਕੁਅਲ ਟੂ 1 ਅਤੇ ਟੀ ਪ੍ਰਾਈਮ ਇਜ਼ ਇਕੁਅਲ ਟੂ 0 ਦੇ ਇੰਟਰਸੈਕਸ਼ਨ 'ਤੇ ਬੈਠਦਾ ਹੈ। ਤਾਂ ਬਿੰਦੂ ਪੀ ਹੈ ਜੋ ਇਹ ਜਿਵੇਂ ਇੱਥੇ ਅਸੀਂ ਫੋਟੋ 'ਚ ਦੇਖ ਸਕਦੇ ਹਾਂ ਕਿ ਫੋਟੋ ਦੇ ਵਿੱਚ ਬਿੰਦੂ ਜਿਹੜਾ ਪੀ ਹੈ ਇਹ ਐਕਸ ਇਜ਼ ਇਕੁਅਲ ਟੂ 1 ਦੇ ਉੱਤੇ ਹੈ। ਜਿਵੇਂ ਇੱਥੇ ਐਕਸ ਇੰਨਾ ਆ ਜਾਂਦਾ ਇਸ ਵਿੱਚ 1 ਤੇ ਐਕਸ ਪ੍ਰਾਈਮ ਦੇ ਉੱਤੇ ਇਸ ਦੀ ਵੈਲਿਊ 0 ਹੀ ਹੁੰਦੀ ਹੈ, ਲੇਕਿਨ ਐਕਸ ਜਿਹੜੀ ਹੈ ਦੂਜੀ ਫਰੇਮ ਹੈ ਪਹਿਲਾਂ ਵਾਲੀ, ਇਸ ਦੇ ਵਿੱਚ ਇਸ ਦੀ ਵੈਲਿਊ ਜਿਹੜੀ ਇਹ 1 ਦੇ ਬਰਾਬਰ ਹੈ। ਸਪੋਜ਼ ਕਰੋ ਐਕਸ ਇਜ਼ ਇਕੁਅਲ ਟੂ 1 ਹੈ ਇੱਥੇ, ਯਾਨੀ ਕਿ ਇਹ ਵੈਲਿਊ ਜਿਹੜੀ ਹੌਰੀਜ਼ੌਂਟਲ ਇਹ 1 ਹੈ ਪੀ ਦੀ। ਤਾਂ ਇਸ ਨੂੰ ਅੱਗੇ ਦੇਖਦੇ ਹਾਂ। ਤਾਂ ਯਾਦ ਕਰੋ ਕਿ ਇਕੁਏਸ਼ਨ 1.20 ਦੇ ਆਧਾਰਿਤ ਕਿ ਟੀ ਪ੍ਰਾਈਮ ਇਜ਼ ਇਕੁਅਲ ਟੂ 0 ਦਾ ਮਤਲਬ ਹੈ ਅਗਰ ਟੀ ਪ੍ਰਾਈਮ ਇਹਦੇ ਵਿੱਚ 0 ਹੋਵੇ, ਇਸਦਾ ਮਤਲਬ ਹੈ ਕਿ ਟੀ ਇਜ਼ ਇਕੁਅਲ ਟੂ ਵੀ ਐਕਸ ਹੈ। ਤਾਂ ਇਸ ਦੇ ਵਿੱਚ ਇਸਦਾ ਮਤਲਬ ਇੱਥੋਂ ਦੇਖ ਸਕਦੇ ਹਾਂ ਕਿ ਟੀ ਵੀ ਐਕਸ ਦੇ ਬਰਾਬਰ ਹੋਏਗਾ। ਫਿਰ ਤਾਂ ਇਕੁਏਸ਼ਨ 1.19 ਦੇ ਵਿੱਚ ਟੀ ਇਜ਼ ਇਕੁਅਲ ਟੂ ਵੀ ਐਕਸ ਨੂੰ ਅਗਰ ਅਸੀਂ ਭਰ ਦਈਏ, ਟੀ ਦਾ ਮੁੱਲ ਅਸੀਂ ਅਗਰ ਵੀ ਐਕਸ ਭਰਦੇ ਹਾਂ ਤਾਂ ਇਹ ਬਣੇਗੀ ਟੀ ਐਕਸ ਪ੍ਰਾਈਮ ਇਜ਼ ਇਕੁਅਲ ਟੂ ਇੱਥੇ ਟੀ ਦੀ ਜਗ੍ਹਾ ਅਸੀਂ ਵੀ ਐਕਸ ਭਰਾਂਗੇ ਤਾਂ ਇਹ ਬਣ ਜਾਏਗੀ ਐਕਸ ਪ੍ਰਾਈਮ ਇਜ਼ ਇਕੁਅਲ ਟੂ ਐਕਸ ਮਾਈਨਸ ਵੀ ਸਕੇਅਰ ਡਿਵਾਈਡ ਬਾਈ ਵੀ ਸਕੇਅਰ ਐਕਸ। ਹਾਂ ਇੱਥੇ ਵੀ ਦੇ ਨਾਲ ਅਸੀਂ ਇੱਥੇ ਅਗਰ ਵੀ ਐਕਸ ਭਰਦੇ ਹਾਂ ਤਾਂ ਇਹ ਵੀ ਸਕੇਅਰ ਐਕਸ ਬਣ ਜਾਂਦੀ ਹੈ। ਤਾਂ ਐਕਸ ਮਾਈਨਸ ਵੀ ਸਕੇਅਰ ਐਕਸ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਐਜ਼ ਇਟ ਇਜ਼ ਲਿਖਿਆ ਰਹੇਗਾ। ਇੱਥੇ ਸੀ ਦੀ ਵੈਲਿਊ 1 ਹੈ, ਇਸ ਲਈ ਉਹ ਜਿਹੜਾ ਫੈਕਟਰ ਅਸੀਂ ਲਿਖਦੇ ਹਾਂ ਇਹ ਵਾਲਾ ਵੀ ਸਕੇਅਰ ਡਿਵਾਈਡ ਬਾਏ ਸੀ ਸਕੇਅਰ ਵਾਲਾ, ਜਾਂ ਇੱਥੇ ਵੀ ਲਿਖਦੇ ਹਾਂ ਉਹ ਲਿਖਣ ਦੀ ਜ਼ਰੂਰਤ ਨਹੀਂ ਹੈ। ਤਾਂ ਇਸ ਇਕੁਏਸ਼ਨ ਦੇ ਵਿੱਚ ਐਕਸ ਇਜ਼ ਇਕੁਅਲ ਟੂ 1 ਭਰਦੇ ਹਾਂ ਅਗਰ ਅਸੀਂ ਜੀ, ਕਿਉਂਕਿ ਐਕਸ ਦੀ ਵੈਲਿਊ 1 ਅਸੀਂ ਇੱਥੇ ਲਈ ਹੈ। ਤਾਂ ਇੱਕ ਸਟਿੱਕ ਮੀਟਰ ਇੱਕ ਮੀਟਰ ਦੀ ਸਟਿੱਕ ਲਈ ਹੈ ਇਹਦੇ ਵਿੱਚ ਅਸੀਂ। ਤਾਂ ਇਹ ਇਕੁਏਸ਼ਨ 'ਚ ਐਕਸ ਇਜ਼ ਇਕੁਅਲ ਟੂ 1 ਭਰਦੇ ਹੋਏ ਸਾਨੂੰ ਇਹ ਮਿਲੇਗਾ, ਇਸ ਵਿੱਚ ਐਕਸ ਦੀ ਵੈਲਿਊ ਅਗਰ 1 ਭਰ ਦਈਏ ਤਾਂ ਐਕਸ ਪ੍ਰਾਈਮ ਹੈ ਜਿਹੜਾ ਇਹ 1 ਮਾਈਨਸ ਵੀ, ਇੱਥੇ ਐਕਸ ਦੀ ਜਗ੍ਹਾ ਅਸੀਂ 1 ਭਰਿਆ, ਇਹ ਵਾਲਾ ਐਕਸ ਫਿਰ 1 ਭਰਿਆ ਤਾਂ ਇਹ 1 ਮਾਈਨਸ ਵੀ ਸਕੇਅਰ ਰਹੇਗਾ ਉੱਪਰ, ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਦਾ ਅੰਡਰ ਰੂਟ ਰਹੇਗਾ। ਜਾਂ ਫਿਰ ਇਸ ਨੂੰ ਹੋਰ ਅੱਗੇ ਸੋਲਵ ਕਰਦੇ ਹਾਂ ਤਾਂ ਇਹ 1 ਮਾਈਨਸ ਵੀ ਸਕੇਅਰ ਦਾ ਅੰਡਰ ਰੂਟ ਆ ਜਾਂਦਾ ਇਕੱਲਾ ਹੀ। ਤਾਂ ਇਸ ਲਈ ਇਹ ਇੱਥੇ ਹੁੰਦਾ ਪੁਆਇੰਟ ਆ ਜਿਹੜਾ ਐਕਸ ਪ੍ਰਾਈਮ 1 ਮਾਈਨਸ ਵੀ ਸਕੇਅਰ ਡਿਵਾਈਡ ਬਾਈ ਅੰਡਰ ਰੂਟ ਦੇ ਉੱਤੇ ਹੁੰਦਾ। ਤਾਂ ਚੱਲਦੇ ਅਬਜ਼ਰਵਰ ਨੂੰ ਪਤਾ ਲੱਗ ਜਾਂਦਾ ਹੈ ਕਿ ਸਮੇਂ ਦੇ ਇੱਕ ਪਲ 'ਤੇ ਜੋ ਮਤਲਬ ਸਮਕਾਲੀਨਤਾ ਦੀ ਸਤਹ ਹੈ, ਜੋ ਸਮਾਂ ਇਸ ਵਿੱਚ ਜਿਸ ਵਿੱਚ ਬਰਾਬਰ ਹੈ, ਇਸ ਦੇ ਵਿੱਚ ਸਤਹ ਦੇ ਨਾਲ ਟੀ ਪ੍ਰਾਈਮ ਇਜ਼ ਇਕੁਅਲ ਟੂ 0 ਦੇ ਉੱਤੇ ਮੀਟਰ ਸਟਿੱਕ ਦੇ ਦੋਏ ਸਿਰੇ ਜਿਹੜੇ ਇਹ 1 ਮਾਈਨਸ ਵੀ ਸਕੇਅਰ, ਇਸ ਵਿੱਚ ਇੰਨਾ ਫਰਕ ਹੁੰਦਾ ਇਹਨਾਂ 'ਚ 1 ਮਾਈਨਸ ਵੀ ਸਕੇਅਰ ਅੰਡਰ ਰੂਟ ਦੂਰੀ ਦੁਆਰਾ ਵੱਖ ਕੀਤੇ ਗਏ ਹੈ। ਤਾਂ ਮੂਵਿੰਗ ਫਰੇਮ ਦੇ ਵਿੱਚ ਮੀਟਰ ਸਟਿੱਕ ਬਾਕੀ ਦੇ ਨਾਲੋਂ ਥੋੜ੍ਹਾ ਜਿਹਾ ਛੋਟਾ ਹੁੰਦਾ ਹੈ, ਕਿਉਂਕਿ ਇਹ ਇਸ ਦੇ ਵਿੱਚ ਇਹ 1 ਮਾਈਨਸ ਵੀ ਸਕੇਅਰ, ਜਿਵੇਂ ਵੀ ਸਕੇਅਰ ਕੁਛ ਨਾ ਕੁਛ ਤਾਂ ਹੋਏਗਾ, ਤਾਂ 1 ਦੇ ਵਿੱਚੋਂ ਥੋੜ੍ਹਾ ਜਿਹਾ ਘਟੇਗਾ ਤਾਂ ਇਹ 1 ਤੋਂ ਘਟੇਗੀ ਸਾਰੀ ਵੈਲਿਊ। ਤਾਂ ਐਕਸ ਪ੍ਰਾਈਮ 1 ਤੋਂ ਅਸੀਂ ਐਕਸ 'ਤੇ 1 ਲੈ ਲਿਆ
ਤੇ ਐਕਸ ਤੁਹਾਡੇ ਫਰੇਮ 'ਚ ਰੈਸਟ ਦੇ ਫਰੇਮ 'ਚ ਜਿਹੜੀ ਚੀਜ਼ 1 ਮੀਟਰ ਹੈ, ਉਹ ਐਕਸ ਪ੍ਰਾਈਮ ਵਾਲੇ ਫਰੇਮ ਦੇ ਵਿੱਚ 1 ਮੀਟਰ ਤੋਂ ਥੋੜ੍ਹੀ ਜਿਹੀ ਘਟੇਗੀ 1 - v ਸਕੁਏਅਰ ਦੇ ਬਰਾਬਰ ਹੋਏਗੀ, ਅੰਡਰ ਰੂਟ ਦੇ ਬਰਾਬਰ। ਹਾਂ, ਕਿਉਂਕਿ ਕੁਛ ਨਾ ਕੁਛ ਤਾਂ ਰਕਮ ਹੈਗੀ ਹੈ, v ਚਾਹੇ ਥੋੜ੍ਹੀ ਜਿਹੀ ਉਹ ਘੱਟ ਹੈ, ਫਿਰ ਵੀ ਇਹ ਮਤਲਬ ਥੋੜ੍ਹੀ ਚਾਹੇ ਬਹੁਤ ਮਾਮੂਲੀ ਜਿਹੀ ਵੀ ਹੋਵੇ, ਯਾਨੀ ਕਿ ਵੈਲੋਸਿਟੀ, ਫਿਰ ਵੀ ਜਦੋਂ ਵੀ ਕੋਈ ਅਸੀਂ ਗਤੀ ਕਰਦੇ ਹਾਂ ਤਾਂ ਸਾਡੀ ਜਿਹੜੀ ਲੈਂਥ ਆ ਉਹ ਕੰਟਰੈਕਟ ਹੁੰਦੀ ਹੈ, ਸੁੰਗੜਦੀ ਹੈ। ਤਾਂ ਲੰਬਾਈ ਉਹ 1 - v ਸਕੁਏਅਰ ਜਿੰਨੀ ਵੀ ਘਟਦੀ ਹੈ, ਉਹ ਇਸਦਾ ਅੰਡਰ ਰੂਟ ਜਿੰਨੀ ਹੋਏਗੀ ਉਸ ਵੇਲੇ 1 ਮੀਟਰ ਦੇ ਮੁਕਾਬਲੇ ਵਿੱਚ। ਤਾਂ ਇਹ ਇੱਕ ਵਿਰੋਧਾਭਾਸ ਜਾਪਦਾ, ਪੈਰਾਡਾਕਸ ਜਾਪਦਾ ਕਿ ਤੁਹਾਡੇ ਫਰੇਮ ਦੇ ਵਿੱਚ ਇੱਕੋ ਮੀਟਰ ਸਟਿਕ ਦੀ ਇੱਕ ਲੰਬਾਈ ਹੈ ਤੇ ਮੇਰੇ ਫਰੇਮ 'ਚ ਉਸੇ ਦੀ ਵੱਖਰੀ ਲੰਬਾਈ ਹੈ, ਥੋੜ੍ਹੀ ਜਿਹੀ ਛੋਟੀ ਹੈ। ਤਾਂ ਹਾਲਾਂਕਿ ਧਿਆਨ ਦਿਓ ਕਿ ਦੋ ਆਬਜ਼ਰਵਰ ਅਸਲ ਵਿੱਚ ਦੋ ਵੱਖਰੀਆਂ ਚੀਜ਼ਾਂ ਬਾਰੇ ਗੱਲ ਕਰ ਰਹੇ ਹਨ। ਬਾਕੀ ਫਰੇਮ ਦੇ ਲਈ ਜਿੱਥੇ ਮੀਟਰ ਸਟਿਕ ਖੁਦ ਆਰਾਮ ਦੇ ਵਿੱਚ ਹੈ, ਅਸੀਂ ਬਿੰਦੂ 0 ਤੋਂ ਕਿਊ ਤੱਕ ਦੀ ਦੂਰੀ ਬਾਰੇ ਗੱਲ ਕਰ ਰਹੇ ਹਾਂ, ਜਿਵੇਂ ਕਿ ਮੀਟਰ ਸਟਿਕ ਸਥਿਰ ਮੀਟਰ ਸਟਿਕਸ ਦੁਆਰਾ ਨਾਪਿਆ ਜਾਂਦਾ ਹੈ। ਤਾਂ ਬਾਕੀ ਫਰੇਮਾਂ ਦੇ ਲਈ ਮੀਟਰ ਸਟਿਕ ਖੁਦ ਆਰਾਮ ਦੇ ਵਿੱਚ ਹੈ ਤੇ ਬਿੰਦੂ O ਤੋਂ ਕਿਊ ਤੱਕ ਦੀ ਦੂਰੀ ਬਾਰੇ ਗੱਲ ਕਰ ਰਹੇ ਹਾਂ। ਅਸੀਂ ਆਹ ਦੁਬਾਰਾ ਫੋਟੋ 'ਤੇ ਚੱਲਦੇ ਹਾਂ ਕਿ ਇੱਥੇ O ਤੋਂ ਕਿਊ ਤੱਕ ਦੀ ਗੱਲ ਹੈ ਉਸ ਵਿੱਚ। ਲੇਕਿਨ ਇਸ ਐਕਸ ਵਾਲੀ ਫਰੇਮ ਦੇ ਵਿੱਚ ਇਹ ਬਿੰਦੂ O ਤੋਂ ਲੈ ਕੇ P ਤੱਕ ਦੀ ਗੱਲ ਹੈ, ਕਿਉਂਕਿ ਉਸ 'ਚ ਐਕਸ ਪ੍ਰਾਈਮ ਥੋੜ੍ਹਾ ਜਿਹਾ ਇਹ ਇਸ ਦੇ ਲਈ ਜ਼ਿਆਦਾ ਹੈ, ਤੁਹਾਡੇ ਲਈ ਘੱਟ ਹੈ। ਯਾਨੀ ਇਹ ਇੱਕੋ ਮੀਟਰ ਵਾਲੀ ਜਿਹੜੀ ਚੀਜ਼ ਹੈ, ਉਹ ਜੋ ਤੁਹਾਡੇ ਫਰੇਮ ਦੇ ਮੁਤਾਬਕ ਉਹ ਇੱਥੇ ਘੱਟ ਨਜ਼ਰ ਆਏਗੀ। ਹੈਗੀ ਇੱਥੇ ਦੇਖਣ ਨੂੰ ਜ਼ਿਆਦਾ ਹੈ, ਲੇਕਿਨ ਇਹ ਨਜ਼ਰ ਘੱਟ ਆਏਗੀ। ਹਾਂ, ਮੂਵਿੰਗ ਫਰੇਮ ਦੇ ਵਿੱਚ ਅਸੀਂ ਬਿੰਦੂਆਂ O ਤੇ ਵਿਚਕਾਰ ਦੂਰੀ ਬਾਰੇ ਗੱਲ ਕਰ ਰਹੇ ਹਾਂ, ਜੋ ਕਿ ਮਾਪਣ ਵਾਲੀਆਂ ਰਾਡਾਂ ਨੂੰ ਮੂਵ ਕਰਕੇ ਮਾਪਿਆ ਜਾਂਦਾ ਹੈ। ਤਾਂ ਮੂਵਿੰਗ ਫਰੇਮ ਦੇ ਵਿੱਚ ਜਿਹੜੀ ਗੱਲ ਹੈ ਉਹ ਇਸ ਦੇ ਵਿੱਚ ਇਹਨਾਂ ਨੂੰ ਗਤੀਸ਼ੀਲ ਉਹਦੇ ਵਿੱਚ O ਤੇ P ਦੀ ਗੱਲ ਹੈ ਮੂਵਿੰਗ ਫਰੇਮ ਦੇ ਲਈ, ਜਿਹੜੀ ਕਿ ਉਹਨਾਂ ਨੂੰ ਅਮ, ਗਤੀ ਦੇ ਕੇ ਨਾਪਣ ਦੀ ਗੱਲ ਹੋ ਰਹੀ ਹੈ। ਤਾਂ ਜਿਵੇਂ ਇੱਥੇ ਤੁਸੀਂ ਤਸਵੀਰ 'ਚ ਵੀ ਦੇਖ ਸਕਦੇ ਹੋ ਕਿ ਇਸ ਦੇ ਵਿੱਚ O ਤੇ P ਦੀ ਗੱਲ ਹੈ, ਰੈਸਟ ਫਰੇਮ ਦੇ ਵਿੱਚ O ਤੋਂ ਕਿਊ ਤੱਕ ਦੀ ਗੱਲ ਹੈ। ਪੀ ਅਤੇ ਕਿਊ ਹੈ ਉਹ ਹੌਰੀਜ਼ੌਂਟਲ ਅਤੇ ਐਕਸਿਸ 'ਤੇ ਨੇ। ਇਹ ਸਪੇਸ ਪੀ ਅਤੇ ਕਿਊ ਵਰਟੀਕਲ ਐਕਸਿਸ 'ਤੇ ਨੇ ਅਤੇ ਇਹ ਸਪੇਸ ਟਾਈਮ ਦੇ ਵਿੱਚ ਵੱਖ-ਵੱਖ ਬਿੰਦੂ ਹੈ। ਇਸ ਲਈ ਇਸ ਤੋਂ ਛੋਟਾ ਕਹਿਣ ਵਿੱਚ ਕੋਈ ਵਿਰੋਧਾਭਾਸ ਨਹੀਂ ਹੁੰਦਾ ਕਿ ਇੱਕ ਅਭਿਆਸ ਦੇ ਤੌਰ ਤੇ ਉਲਟ ਗਣਨਾ ਕਰਨ ਦੀ ਕੋਸ਼ਿਸ਼ ਕਰੋ। ਇੱਕ ਮੂਵਿੰਗ ਮੀਟਰ ਸਟਿਕ ਦੇ ਨਾਲ ਸ਼ੁਰੂ ਕਰਦੇ ਹੋਏ ਬਾਕੀ ਫਰੇਮ ਦੇ ਵਿੱਚ ਇਸ ਦੀ ਲੰਬਾਈ ਲੱਭੋ। ਤਾਂ ਨਾ ਭੁੱਲੋ ਕਿ ਇੱਕ ਚਿੱਤਰ ਬਣਾ ਕੇ ਸ਼ੁਰੂ ਕਰੋ। ਜੇ ਤੁਸੀਂ ਫਸ ਜਾਂਦੇ ਹੋ ਤਾਂ ਤੁਸੀਂ ਧੋਖਾ ਦੇ ਸਕਦੇ ਹੋ ਅਤੇ ਪੜ੍ਹਨਾ ਜਾਰੀ ਰੱਖ ਸਕਦੇ ਹੋ। ਤਾਂ ਬਾਕੀ ਫਰੇਮ ਤੋਂ ਵੇਖੀ ਜਾ ਰਹੀ ਇੱਕ ਚੱਲਦੀ ਮੀਟਰ ਸਟਿਕ ਬਾਰੇ ਸੋਚੋ। ਚਿੱਤਰ 1.6 ਸਥਿਤੀ ਨੂੰ ਦਰਸਾਉਂਦਾ ਅਤੇ ਆਓ ਅਸੀਂ ਚਿੱਤਰ 1.6 ਤੇ ਆ ਗਏ ਹੁਣ। ਅਤੇ ਇਸ ਦੇ ਵਿੱਚ ਜਿਵੇਂ ਮੂਵਿੰਗ ਫਰੇਮ ਦੇ ਵਿੱਚ ਇਹ ਵਾਲਾ P ਆ ਅਤੇ ਇੱਥੇ ਕਿਊ ਆ ਜਿਹੜਾ ਇਹ ਪਿੱਛੇ ਰਹਿ ਜਾਏਗਾ। ਅਤੇ ਇੱਥੇ ਆ ਟੀ ਪ੍ਰਾਈਮ ਤੋਂ ਬਾਅਦ ਐਕਸ ਪ੍ਰਾਈਮ ਇਜ਼ ਇਕੁਅਲ ਟੂ 0 ਦੇ ਉੱਤੇ ਇੱਥੇ ਹੈ ਅਤੇ ਐਕਸ ਪ੍ਰਾਈਮ ਇਜ਼ ਇਕੁਅਲ ਟੂ 1 ਅਗਰ ਲੈਂਦੇ ਹਾਂ ਅਸੀਂ, ਇਸ ਨੂੰ ਐਕਸ ਪ੍ਰਾਈਮ ਇਜ਼ ਇਕੁਅਲ ਟੂ 1 ਆ ਜਿਹੜਾ ਉਹ ਇੱਥੇ ਆਏਗਾ। ਹਾਂ, ਕਿਉਂਕਿ ਆ ਪੈਰਲਲ ਹੀ ਰਹੇਗਾ, ਇਸਦੀ ਲੰਬਾਈ ਜਿਹੜੀ ਇੱਥੇ ਪੈਰਲਲ ਹੈ ਅਤੇ ਇੱਥੇ ਵੀ ਸੇਮ ਰਹੇਗੀ ਇਸਦੇ। ਇਹ ਦੋਵੇਂ ਲਾਈਨਾਂ ਪੈਰਲਲ ਬਣਾਈਆਂ ਗਈਆਂ ਨੇ ਅਤੇ ਇਸੇ ਤਰ੍ਹਾਂ ਅੱਗੇ ਪੜ੍ਹਦੇ ਹਾਂ, ਫਿਰ ਇਹ 'ਚ ਹੋਰ ਸਪਸ਼ਟ ਹੋਏਗਾ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਜੇਕਰ ਮੀਟਰ ਸਟਿਕ ਇਸ ਦੇ ਆਪਣੇ ਰੈਸਟ ਫਰੇਮ ਦੇ ਵਿੱਚ 1 ਯੂਨਿਟ ਲੰਬੀ ਹੋਵੇ ਅਤੇ ਇਸ ਦਾ ਮੋਹਰੀ ਬਿੰਦੂ ਸਿਰਾ ਜਿਹੜਾ ਕਿਊ ਵਿੱਚੋਂ ਲੰਘਦਾ ਹੈ, ਤਾਂ ਅਸੀਂ ਇਸ ਦੀ ਵਿਸ਼ਵ ਰੇਖਾ ਦੇ ਬਾਰੇ ਕੀ ਜਾਣਦੇ, ਇਸ ਦੀ ਵਰਲਡ ਲਾਈਨ ਦੇ ਬਾਰੇ ਫਿਰ ਕੀ ਜਾਣਦੇ ਹਾਂ? ਕੀ ਇਹ ਐਕਸ ਇਜ਼ ਇਕੁਅਲ ਟੂ 1 ਹੈ? ਨਹੀਂ, ਮੂਵਿੰਗ ਫਰੇਮ ਦੇ ਵਿੱਚ ਮੀਟਰ ਸਟਿਕ ਦੀ 1 ਮੀਟਰ ਲੰਬੀ ਹੁੰਦੀ ਹੈ। ਮੂਵਿੰਗ ਫਰੇਮ ਦੇ ਵਿੱਚ ਹੁਣ ਅਸੀਂ 1 ਮੀਟਰ ਲੰਬੀ ਲੈ ਰਹੇ ਹਾਂ। ਇਸ ਦਾ ਮਤਲਬ ਹੈ ਕਿ ਇਸ ਦਾ ਜਿਹੜਾ ਮੂਹਰਲਾ ਸਿਰਾ ਹੈ, ਇਹ ਵਿਸ਼ਵ ਰੇਖਾ ਦੇ ਉੱਤੇ ਐਕਸ ਪ੍ਰਾਈਮ ਇਜ਼ ਇਕੁਅਲ ਟੂ 1 ਹੈ। ਠੀਕ ਹੈ, ਅਤੇ ਬਾਕੀ ਦੇ ਅਬਜ਼ਰਵਰ ਹੁਣ ਮੀਟਰ ਸਟਿਕ ਨੂੰ ਰੇਖਾ O ਕਿਊ ਦੀ ਲੰਬਾਈ ਦੇ ਰੂਪ ਦੇ ਵਿੱਚ ਦੇਖਣਗੇ ਅਤੇ ਬਿੰਦੂ ਕਿਊ ਦਾ ਐਕਸ ਕੋਆਰਡੀਨੇਟ 1 ਨਹੀਂ ਹੁੰਦਾ ਇੱਥੇ। ਇੱਥੇ ਅਸੀਂ ਇਸਦੀ ਤਸਵੀਰ ਵਿੱਚ ਚੱਲਦੇ ਹਾਂ
ਕਿ ਇੱਥੇ ਇਸ ਵਿੱਚ ਜਿਵੇਂ ਵੀ ਇਹ ਜਿਹੜਾ ਬਾਕੀ ਇਹ ਮੂਵਿੰਗ ਦੇ ਵਿੱਚ ਇਸ ਨੂੰ ਇਹ ਕਿਊ ਦੇ ਉਹਦੇ ਦੇਖਦੇ ਹਾਂ ਤੇ ਇਹ 1 ਤੋਂ ਘੱਟ ਜਾਂਦੀ ਹੈ ਇਹ। ਇਸ ਦੀ ਇਹ ਵਾਲੀ ਜਿਹੜੀ ਇਸ ਨੂੰ ਇਹ ਪੀ ਮੀਟਰ ਸਟਿਕ ਅਸੀਂ 1 ਮੀਟਰ ਲਈ ਆ, ਉਹ ਇੱਥੇ ਰੈਸਟ ਫਰੇਮ ਦੇ ਵਿੱਚ ਇਹ 1 ਫਰੇਮ ਤੋਂ 1 ਮੀਟਰ ਤੋਂ ਘੱਟ ਨਜ਼ਰ ਆਏਗੀ। ਤੇ ਉਹ ਕਿਊ ਦੇ ਰੂਪ ਦੇ ਵਿੱਚ ਇਸ ਨੂੰ ਦੇਖਿਆ ਜਾਂਦਾ, ਉਹ ਕਿਊ ਦੇ ਰੂਪ ਦੇ ਵਿੱਚ ਇਸ ਨੂੰ ਦੇਖਿਆ ਜਾਂਦਾ ਜੋ ਰੈਸਟ ਫਰੇਮ ਦੇ ਲਈ ਹੈ, ਐਕਸ ਵਾਲੀ ਫਰੇਮ ਤੇ ਐਕਸ ਤੇ ਟੀ ਵਾਲੀ। ਦੂਜੀ ਫਰੇਮ ਇੱਥੇ ਟੀ ਪ੍ਰਾਈਮ ਤੇ ਐਕਸ ਪ੍ਰਾਈਮ ਵਾਲੀ ਇੱਥੇ ਹੈ। ਤਾਂ ਇਹ ਲੋਰੈਂਟਜ਼ ਪਰਿਵਰਤਨ ਦਾ ਲੋਰੈਂਟਜ਼ ਪਰਿਵਰਤਨ ਦੁਆਰਾ ਗਿਣਿਆ ਗਿਆ ਮੁੱਲ ਹੈ, ਜਿਹੜਾ ਉਹ ਕਿਊ ਵਾਲਾ ਮੁੱਲ ਹੈ। ਤਾਂ ਜਦੋਂ ਤੁਸੀਂ ਇਹ ਗਣਨਾ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਇਹ ਲੰਬਾਈ ਦੀ ਫੈਕਟਰ 1 - v ਸਕੁਏਅਰ ਵਾਲਾ ਫੈਕਟਰ ਜੋ ਇਸ ਦੇ ਦੁਆਰਾ ਛੋਟੀ ਕੀਤੀ ਗਈ ਲੰਬਾਈ ਹੁੰਦੀ ਹੈ ਇਹ। ਤਾਂ ਮੂਵਿੰਗ ਮੀਟਰ ਸਟਿਕ ਸਟੇਸ਼ਨਰੀ ਫਰੇਮ ਦੇ ਵਿੱਚ ਛੋਟੀਆਂ ਹੁੰਦੀਆਂ ਅਤੇ ਸਥਿਰ ਮੀਟਰ ਸਟਿਕ ਮੂਵਿੰਗ ਫਰੇਮ ਦੇ ਵਿੱਚ ਛੋਟੀਆਂ ਹੁੰਦੀਆਂ। ਤਾਂ ਮੂਵਿੰਗ ਮੀਟਰ ਸਟਿਕਾਂ ਜਿਹੜੀਆਂ ਇਹ ਰੁਕੀ ਵੀ ਫਰੇਮ ਦੇ ਵਿੱਚ ਛੋਟੀਆਂ ਹੁੰਦੀਆਂ ਤੇ ਸਥਿਰ ਮੀਟਰ ਸਟਿਕਾਂ ਨੇ ਜਿਹੜੀਆਂ ਇਹ ਮੂਵਿੰਗ ਫਰੇਮ ਦੇ ਵਿੱਚ ਛੋਟੀਆਂ ਹੁੰਦੀਆਂ। ਤਾਂ ਕੋਈ ਵਿਰੋਧਾਭਾਸ ਨਹੀਂ ਹੈ। ਇੱਕ ਵਾਰ ਫਿਰ ਨਿਰੀਖਕ ਸਿਰਫ ਵੱਖੋ ਵੱਖਰੀਆਂ ਗੱਲਾਂ ਕਰ ਰਹੇ ਹਨ। ਸਥਿਰ ਨਿਰੀਖਕ ਆਪਣੇ ਸਮੇਂ ਦੇ ਇੱਕ ਪਲ ਤੇ ਮਾਪੀ ਗਈ ਲੰਬਾਈ ਬਾਰੇ ਗੱਲ ਕਰ ਰਿਹਾ ਹੈ ਤੇ ਚੱਲਦਾ ਨਿਰੀਖਕ ਦੂਜੇ ਸਮੇਂ ਤੇ ਇੱਕ ਪਲ ਤੇ ਮਾਪੀ ਗਈ ਲੰਬਾਈ ਬਾਰੇ ਗੱਲ ਕਰ ਰਿਹਾ ਹੈ। ਤਾਂ ਐਕਸ ਪ੍ਰਾਈਮ ਇਜ਼ ਇਕੁਅਲ ਟੂ 1 - v ਸਕੁਏਅਰ ਵਾਲਾ ਇਹ ਫੈਕਟਰ ਇੱਥੇ ਰਹਿੰਦਾ ਹੀ ਰਹਿੰਦਾ ਹਮੇਸ਼ਾ। ਤੇ ਇਸ ਲਈ ਉਹਨਾਂ ਕੋਲ ਲੰਬਾਈ ਦੁਆਰਾ ਉਹਨਾਂ ਦਾ ਕੀ ਮਤਲਬ ਹੈ ਕਿ ਇਸ ਬਾਰੇ ਵੱਖੋ ਵੱਖਰੀਆਂ ਧਾਰਨਾਵਾਂ ਹਨ, ਕਿਉਂਕਿ ਉਹਨਾਂ ਕੋਲ ਸਮਕਾਲੀਨਤਾ ਦੀਆਂ ਵੱਖੋ ਵੱਖਰੀਆਂ ਧਾਰਨਾਵਾਂ ਹੈ। ਤਾਂ ਅਗਲਾ ਚੈਪਟਰ ਪੜ੍ਹ ਰਹੇ ਹਾਂ ਅਸੀਂ ਟਾਈਮ ਡਿਲੇਸ਼ਨ। ਪਹਿਲਾਂ ਲੈਂਥ ਕੰਟਰੈਕਸ਼ਨ ਪੜ੍ਹੀ ਹੈ ਕਿ ਲੈਂਥ ਸੁੰਗੜ ਜਾਂਦੀ ਹੈ, ਅਤੇ ਟਾਈਮ ਡਿਲੇਸ਼ਨ ਕਿ ਟਾਈਮ ਦੇ ਵਿੱਚ ਵੀ ਫਰਕ ਪੈਂਦਾ। ਤਾਂ ਟਾਈਮ ਡਿਲੇਸ਼ਨ ਲਗਭਗ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਲੈਂਥ ਕੰਟਰੈਕਸ਼ਨ ਕੰਮ ਕਰਦੀ ਹੈ। ਅਤੇ ਮੰਨ ਲਓ ਕਿ ਮੇਰੇ ਕੋਲ ਚੱਲਦੀ ਘੜੀ ਹੈ, ਮੇਰੀ ਘੜੀ। ਮੰਨ ਲਓ ਕਿ ਮੇਰੀ ਘੜੀ ਮੇਰੇ ਨਾਲ ਇੱਕਸਾਰ ਵੈਲੋਸਿਟੀ 'ਤੇ ਗਤੀ ਕਰ ਰਹੀ ਹੈ, ਮੇਰੇ ਨਾਲ ਹੀ ਗਤੀ ਕਰ ਰਹੀ ਹੈ। ਜਿਵੇਂ ਤਸਵੀਰ 1.7 ਦੇ ਵਿੱਚ ਦਿਖਾਇਆ ਗਿਆ। ਆਓ ਤਸਵੀਰ 1.7 ਚੇਂਜ ਕਰੀਏ। ਇਸ ਦੇ ਵਿੱਚ ਮੇਰੀ ਘੜੀ ਇੱਥੇ ਕੰਮ ਕਰ ਰਹੀ ਹੈ, ਟੀ ਪ੍ਰਾਈਮ ਇਜ਼ ਇਕੁਅਲ ਟੂ 1 ਹੈ ਇੱਥੇ। ਇੱਥੇ ਟੀ 1 ਹੈ ਤੁਹਾਡੀ ਘੜੀ ਦੇ ਵਿੱਚ, ਐਕਸ ਤੇ ਟੀ ਵਾਲੀ ਫਰੇਮ 'ਚ। ਅਤੇ ਜੋ ਮੇਰੇ ਟੀ ਪ੍ਰਾਈਮ ਇਜ਼ ਇਕੁਅਲ ਟੂ 1 ਮੇਰੇ ਲਈ ਇੱਥੇ ਹੈ, ਅਤੇ ਮੇਰੀ ਫਰੇਮ ਐਕਸ ਪ੍ਰਾਈਮ ਇੱਥੇ ਹੈ, ਐਕਸ ਪ੍ਰਾਈਮ ਇਜ਼ ਇਕੁਅਲ ਟੂ 0। ਤੁਹਾਡੇ ਲਈ ਐਕਸ ਪ੍ਰਾਈਮ 0 ਇੱਥੇ ਹੈ। ਇੱਥੇ ਸਵਾਲ ਇਹ ਹੈ ਕਿ ਉਸੇ ਵੇਲੇ ਮੇਰੀ ਘੜੀ ਉਸ ਵੇਲੇ ਜਦੋਂ ਮੇਰੀ ਘੜੀ ਮੇਰੇ ਫਰੇਮ ਦੇ ਵਿੱਚ ਟੀ ਪ੍ਰਾਈਮ ਇਜ਼ ਇਕੁਅਲ ਟੂ 1 ਪੜ੍ਹਦੀ ਹੈ, ਤੁਹਾਡੇ ਫਰੇਮ 'ਚ ਸਮਾਂ ਕੀ ਹੁੰਦਾ ਉਸ ਵੇਲੇ? ਮੇਰੀ ਸਟੈਂਡਰਡ ਗੁੱਟ ਘੜੀ ਇੱਕ ਸ਼ਾਨਦਾਰ ਘੜੀ ਹੈ, ਰੋਲੈਕਸ ਦੀ ਘੜੀ ਹੈ ਜਿਵੇਂ। ਤਾਂ ਮੈਂ ਤੁਹਾਡੇ ਤੁਹਾਡੀ ਘੜੀ ਜਿਵੇਂ ਟਾਈਮ ਐਕਸ ਦੀ ਹੈ, ਤੁਹਾਡੀ ਟਾਈਮ ਐਕਸ ਦੁਆਰਾ ਨਾਪੇ ਗਏ ਟੀ ਦੇ ਰਿਲੇਟਿਵ ਮੁੱਲ ਨੂੰ ਜਾਣਨਾ ਚਾਹੁੰਦਾ ਕਿ ਜਦੋਂ ਮੇਰੇ ਲਈ ਟੀ ਪ੍ਰਾਈਮ ਇਜ਼ ਇਕੁਅਲ ਟੂ 1 ਹੈ ਤਾਂ ਤੁਹਾਡੇ ਲਈ ਟੀ ਕਿੰਨਾ ਹੈ ਉਸ ਵੇਲੇ। ਤਾਂ ਚਿੱਤਰ ਵਿੱਚ ਹੌਰੀਜ਼ੌਨਟਲ ਸਤ੍ਹਾ ਡੈਸ਼ਡ ਲਾਈਨ ਦੁਆਰਾ ਉਹ ਸਤ੍ਹਾ ਹੈ ਜਿਸ ਨੂੰ ਤੁਸੀਂ ਸਮਕਾਲੀ ਕਹਿੰਦੇ ਆ। ਤਾਂ ਡੈਸ਼ ਵਾਲੀ ਲਾਈਨ ਹੈ ਜਿਹੜੀ ਉਹ ਇਹ ਵਾਲੀ ਸਮਕਾਲੀਨਤਾ ਵਾਲੀ ਲਾਈਨ ਹੈ ਹੌਰੀਜ਼ੌਨਟਲ, ਜੋ ਇਸ ਦੇ ਵਿੱਚ ਸਮਾਂ ਜਿਹੜਾ ਉਹ ਬਰਾਬਰ ਹੁੰਦਾ ਦੋਵਾਂ ਦੇ ਲਈ। ਤਾਂ ਤੁਹਾਡੇ ਫਰੇਮ ਦੇ ਵਿੱਚ ਟੀ ਦੇ ਮੁੱਲ ਨੂੰ ਦਰਸਾਉਣ ਦੇ ਲਈ ਸਾਨੂੰ 2 ਚੀਜ਼ਾਂ ਦੀ ਲੋੜ ਹੁੰਦੀ ਹੈ। ਪਹਿਲਾਂ ਮੇਰਾ ਰੋਲੈਕਸ ਟੀ ਪ੍ਰਾਈਮ ਧੁਰੇ 'ਤੇ ਚੱਲਦਾ, ਜੋ ਸਮੀਕਰਨ ਐਕਸ ਪ੍ਰਾਈਮ ਇਜ਼ ਇਕੁਅਲ ਟੂ 0 ਦੁਆਰਾ ਦਰਸਾਇਆ ਗਿਆ। ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਟੀ ਪ੍ਰਾਈਮ ਇਜ਼ ਇਕੁਅਲ ਟੂ 1 ਹੁੰਦਾ। ਤਾਂ ਟੀ ਦਾ ਪਤਾ ਲਾਉਣ ਲਈ ਸਾਨੂੰ ਸਿਰਫ ਲੋਰੈਂਟਜ਼ ਪਰਿਵਰਤਨ ਦੀ ਜ਼ਰੂਰਤ ਹੈ। ਜਿਵੇਂ ਇਹਨਾਂ ਲੋਰੈਂਟਜ਼ ਟਰਾਂਸਫੋਰਮੇਸ਼ਨ ਵਾਲੀਆਂ ਸਮੀਕਰਨਾਂ ਨੇ ਸਾਡੇ ਕੋਲ, ਇਹਨਾਂ 'ਚੋਂ ਇੱਕ ਦੀ ਉਹ ਲੋੜ ਹੈ। ਅਤੇ ਇਕੁਏਸ਼ਨ 1.y ਅਸੀਂ ਇੱਥੇ ਬਾਈ ਲਿਖੀ ਗਈ ਨਹੀਂ ਹੈ, ਇੱਥੇ ਲਿਖੀ ਦਿੱਤੀ ਅਸੀਂ ਟੀ ਇਜ਼ ਇਕੁਅਲ ਟੂ ਟੀ ਪ੍ਰਾਈਮ ਪਲੱਸ ਵੀ ਐਕਸ ਪ੍ਰਾਈਮ ਡਿਵਾਈਡ ਬਾਈ 1 - v ਸਕੁਏਅਰ। ਇਹ ਅਸੀਂ ਪਹਿਲਾਂ ਬਣਾਈ ਹੈ 1.22। ਅਤੇ ਇਸ ਵਿੱਚ ਵੀ ਮਾਈਨਸ ਵੀ ਨੂੰ ਮਾਈਨਸ ਵੀ ਦੀ ਜਗ੍ਹਾ ਅਸੀਂ ਮਾਈਨਸ ਵੀ ਲੈ ਕੇ ਬਣਾਈ ਹੈ। ਇਹ ਇੱਥੋਂ ਹੀ ਇਹ ਬਣ ਜਾਂਦੀ ਹੈ। ਟੀ ਦੀ ਜਗ੍ਹਾ ਟੀ ਪ੍ਰਾਈਮ ਯੂਜ਼ ਕਰਦੇ ਹਾਂ ਅਗਰ ਅਸੀਂ, ਤਾਂ ਵੀ ਦੀ ਜਗ੍ਹਾ ਮਾਈਨਸ ਵੀ ਯੂਜ਼ ਕਰਾਂਗੇ, ਅਤੇ ਇੱਥੇ ਟੀ ਪ੍ਰਾਈਮ ਦੀ ਜਗ੍ਹਾ ਟੀ ਯੂਜ਼ ਕਰਾਂਗੇ।
ਇਹ 1.20 ਤੋਂ ਬਣ ਜਾਂਦੀ ਹੈ। 20 ਨੂੰ -v ਨਾਲ ਚੇਂਜ ਕਰਕੇ ਤੇ t ਨੂੰ -c ਨਾਲ ਚੇਂਜ ਕਰਕੇ ਇਹ ਇਕੁਏਸ਼ਨ ਬਣੀ ਹੈ, ਤੇ x ਨੂੰ x ਪ੍ਰਾਈਮ ਨਾਲ ਚੇਂਜ ਕਰਕੇ ਇਸ ਵਿੱਚ x ਪ੍ਰਾਈਮ = 0 ਭਰਾਂਗੇ ਅਸੀਂ, ਤੇ t ਪ੍ਰਾਈਮ = 1 ਭਰਾਂਗੇ, ਕਿਉਂਕਿ ਇੱਥੇ ਸਾਡਾ x ਪ੍ਰਾਈਮ 0 ਹੈ ਤੇ t ਪ੍ਰਾਈਮ 1 ਭਰਦੇ ਹੋਏ ਅਸੀਂ ਖੋਜਦੇ ਹਾਂ ਕਿ ਸੱਜੇ ਪਾਸੇ ਦਾ ਡਿਨੋਮੀਨੇਟਰ 1 ਤੋਂ ਛੋਟਾ ਹੈ। ਇੱਥੇ ਅਸੀਂ t ਪ੍ਰਾਈਮ ਨੂੰ 1 ਭਰਦੇ ਹਾਂ ਅਗਰ ਅਸੀਂ, ਤੇ ਇੱਧਰ x ਪ੍ਰਾਈਮ ਨੂੰ 0 ਭਰਦੇ ਹਾਂ ਤਾਂ ਇਕੱਲਾ t ਪ੍ਰਾਈਮ ਰਹਿ ਜਾਂਦਾ, ਤੇ ਇਹ t ਪ੍ਰਾਈਮ ਤੋਂ ਟੀ ਆਪਣੇ ਆਪ 'ਚ 1 ਤੋਂ ਵੱਡਾ ਹੈ, ਕਿਉਂਕਿ ਇੱਥੇ ਜਿਹੜਾ ਡਿਨੋਮੀਨੇਟਰ ਹੈ 1 ਤੋਂ ਛੋਟਾ ਹੈ, ਤੇ 1 ਨੂੰ ਟੀ ਅਗਰ ਕਿਸੇ ਡਿਨੋਮੀਨੇਟਰ ਅਸੀਂ ਨਿਊਮਰੇਟਰ ਵਿੱਚ ਜੋ ਸੰਖਿਆ ਹੈ ਇਹ ਅਗਰ ਡਿਨੋਮੀਨੇਟਰ ਤੋਂ ਡਿਨੋਮੀਨੇਟਰ ਇਸ ਵਿੱਚ ਵੱਡਾ ਹੈ ਤਾਂ ਫਿਰ ਇੱਧਰ ਵਾਲਾ ਟੀ ਹੈ ਜਿਹੜਾ ਇਹ ਟੀ ਪ੍ਰਾਈਮ ਤੋਂ ਘੱਟ ਬਣੇਗਾ, ਯਾਨੀ ਕਿ ਟੀ ਪ੍ਰਾਈਮ ਜਿਹੜਾ ਹੈਗਾ ਇਹ ਟੀ ਤੋਂ ਘੱਟ ਬੀਤੇਗਾ। ਤਾਂ ਇਸ ਤਰ੍ਹਾਂ ਇਹ ਸਮਾਂ ਡਿਲੇ ਹੋ ਜਾਂਦਾ। ਤਾਂ ਟੀ ਧੁਰੇ ਜਿਹੜਾ ਤੁਹਾਡਾ ਟਾਈਮ ਐਕਸ ਦਾ ਧੁਰਾ ਟੀ, ਇਸ ਦੇ ਨਾਲ ਨਾਪਿਆ ਗਿਆ ਸਮਾਂ ਅੰਤਰਾਲ ਸਮੇਂ ਨਾਲੋਂ ਵੱਡਾ ਹੁੰਦਾ, ਟੀ ਪ੍ਰਾਈਮ ਤੋਂ ਜ਼ਿਆਦਾ ਹੁੰਦਾ। ਟੀ ਪ੍ਰਾਈਮ ਮੇਰੇ ਐਕਸਿਸ ਮੇਰੇ ਰੋਲੈਕਸ ਦੇ ਨਾਲ ਚੱਲਦੇ ਅਬਜ਼ਰਵਰ ਦੁਆਰਾ ਇੱਕ ਫੈਕਟਰ ਦੁਆਰਾ ਮਾਪਿਆ ਜਾਂਦਾ। ਤਾਂ ਸੰਖੇਪ 'ਚ ਟੀ ਹੈ ਜਿਹੜਾ ਇਹ ਟੀ ਪ੍ਰਾਈਮ ਤੋਂ ਵੱਡਾ ਹੈ, ਤੁਹਾਡੇ ਵਾਲਾ ਟਾਈਮ ਹੈ ਜਿਹੜਾ ਇਹ ਜ਼ਿਆਦਾ ਹੈ। ਤਾਂ ਇਸ ਨੂੰ ਹੋਰ ਤਰੀਕੇ ਨਾਲ ਰੱਖਣ ਲਈ, ਜਿਵੇਂ ਕਿ ਬਾਕੀ ਫਰੇਮਾਂ ਤੋਂ ਦੇਖਿਆ ਗਿਆ, ਚੱਲਦੀਆਂ ਘੜੀਆਂ ਦੇ ਇੱਕ ਫੈਕਟਰ 1 - v² ਦੁਆਰਾ ਇਹ ਹੌਲੀ ਚੱਲਦੀਆਂ। ਇਹ ਜਿਹੜੀ ਮੇਰੀ ਘੜੀ ਹੈ ਇਹ ਤੁਹਾਡੀ ਘੜੀ ਤੋਂ ਸਲੋ ਚੱਲੇਗੀ, ਕਿਉਂਕਿ ਮੇਰਾ ਜਿਹੜਾ ਸਮਾਂ ਦੇ ਵਿੱਚ ਉਹ ਟੀ ਪ੍ਰਾਈਮ ਹੈ। ਹੁਣ ਅਸੀਂ ਅਗਲਾ ਚੈਪਟਰ ਪੜ੍ਹਦੇ ਹਾਂ, ਟਵਿਨ ਪੈਰਾਡੋਕਸ। ਇਹ ਪਹੇਲੀ ਹੈ ਦੋ ਜੁੜਵਾਂ ਬੱਚਿਆਂ ਦੀ ਜਿਵੇਂ। ਤਾਂ ਟਾਈਮ ਡਿਲੇਸ਼ਨ ਅਖੌਤੀ ਟਵਿਨ ਪੈਰਾਡੋਕਸ ਦਾ ਮੂਲ ਹੈ, ਇਹ ਆਧਾਰ ਹੈ ਇਸ ਦਾ। ਟਵਿਨ ਪੈਰਾਡੋਕਸ ਕਹਿੰਦੇ ਇਸ ਨੂੰ, ਜੁੜਵਾਂ ਬੱਚਿਆਂ ਵਾਲੀ ਪਹੇਲੀ ਨੂੰ। ਤਾਂ ਚਿੱਤਰ 1.8 ਤੇ ਚੱਲਦੇ ਹੁਣ। ਇਸ ਦੇ ਵਿੱਚ ਲੈਨੀ ਆਰਾਮ ਵਿੱਚ ਰਹਿੰਦਾ, ਜਦੋਂ ਕਿ ਆਰਟ ਜਿਹੜਾ ਪੋਜ਼ੀਟਿਵ ਦਿਸ਼ਾ ਐਕਸ ਵਿੱਚ ਇੱਕ ਉੱਚ ਗਤੀ ਨਾਲ ਯਾਤਰਾ ਕਰਦਾ। ਉਹ ਇਸ ਨੂੰ ਅਗਲੀ ਤਸਵੀਰ ਤੇ ਚੱਲਦੇ ਹਾਂ 1.8 ਤੇ। ਇਸ ਵਿੱਚ ਦੇਖੋ ਦੋ ਦਿਖਾਏ ਗਏ ਨੇ, ਲੈਨੀ ਤੇ ਆਰਟ। ਇਸ ਵਿੱਚ ਲੈਨੀ ਰੈਸਟ ਦੇ ਉੱਤੇ ਹੈ, ਟੀ ਦੇ ਉੱਤੇ ਹੈ। ਆਰਟ ਜਿਹੜਾ ਇਹ ਗਤੀਸ਼ੀਲ ਹੈ ਟੀ ਪ੍ਰਾਈਮ ਦੇ ਨਾਲ, ਇਸਦਾ ਇਹ ਧੁਰਾ ਟੇਢਾ ਹੈ ਇੱਧਰ ਨੂੰ, ਤੇ ਇਸਦਾ ਐਕਸ ਪ੍ਰਾਈਮ ਇਸਦਾ ਐਕਸਿਸ ਇੱਥੇ ਹੈ, ਤੇ ਟੀ ਦੀ ਜਿਹੜੀ ਵੈਲਿਊ ਹੈ ਇਹ ਇਸ ਤੋਂ ਘੱਟ ਹੈ 1 - v² ਦੇ ਨਾਲ। 1 ਡਿਵਾਈਡ ਬਾਏ 1 - v² ਦੇ ਅੰਡਰ ਰੂਟ ਦੇ ਨਾਲ ਇਸ ਤੋਂ ਘੱਟ ਹੈ ਇਹ ਆਮ ਟੀ ਤੋਂ। ਤੇ ਇਹ ਆਰਟ ਦੀ ਟਾਈਮ ਲਾਈਨ ਹੈ, ਇਹ ਇੱਧਰ ਲੈਨੀ ਦੀ ਟਾਈਮ ਲਾਈਨ ਹੈ, ਰੈਸਟ ਦੇ ਉੱਤੇ ਹੈ। ਟੀ = 0 ਰੈਸਟ ਵਾਲੀ ਫਰੇਮ ਦੇ ਲਈ ਹੈ। ਤੇ ਇਸ ਨੂੰ ਅੱਗੇ ਪੜ੍ਹਦੇ ਹਾਂ। ਤਾਂ ਇਸ ਦੇ ਵਿੱਚ ਤਸਵੀਰ ਦੇ ਵਿੱਚ ਟੀ ਪ੍ਰਾਈਮ 1 ਹੁੰਦਾ ਤੇ ਟੀ ਘੱਟ ਹੁੰਦਾ, ਤਾਂ ਇਸ ਦੇ ਲੈਵਲ ਵਾਲੇ ਬਿੰਦੂ ਤੇ 1 ਸਾਲ ਦੀ ਉਮਰ ਵਿੱਚ ਆਰਟ ਪਿੱਛੇ ਮੁੜਦਾ। ਸਪੋਜ਼ ਕਰੋ ਟੀ 1 ਦਾ ਮਤਲਬ 1 ਸਾਲ ਹੈ ਇੱਥੇ, ਤਾਂ 1 ਸਾਲ ਦੀ ਉਮਰ ਵਿੱਚ ਜਿਹੜਾ ਆਰਟ ਹੈ ਇਹ ਵਾਪਸ ਆਉਂਦਾ ਤੇ ਵਾਪਸ ਘਰ ਵਿੱਚ ਵਾਪਸ ਜਾਂਦਾ। ਤਾਂ ਅਸੀਂ ਪਹਿਲਾਂ ਹੀ ਬਾਕੀ ਫਰੇਮ ਸਮੇਂ ਦੀ ਮਾਤਰਾ ਦੀ ਗਣਨਾ ਕਰ ਚੁੱਕੇ ਹਾਂ, ਜੋ ਓਰੀਜਨ ਅਤੇ ਡਾਇਗਰਾਮ ਵਿੱਚ ਟੀ ਲੈਵਲ ਕੀਤੇ ਬਿੰਦੂ ਦੇ ਵਿਚਕਾਰ ਬੀਤਦਾ। ਤਾਂ ਇਹ 1 ਡਿਵਾਈਡ ਬਾਏ 1 - v² ਨਾਲ ਘੱਟ ਹੁੰਦਾ ਇਹ। ਤੇ ਇਸ ਦੇ ਵਿੱਚ ਅਸੀਂ ਅੱਗੇ ਦੇਖਾਂਗੇ ਕਿ ਜਿਹੜਾ ਸਮਾਂ ਹੈ, ਦੂਜੇ ਸ਼ਬਦਾਂ ਵਿੱਚ ਅਸੀਂ ਦੇਖਦੇ ਹਾਂ ਕਿ ਸਥਿਰ ਘੜੀ ਦੇ ਮਾਰਗ ਦੇ ਮੁਕਾਬਲੇ ਚਲਦੀ ਘੜੀ ਦੇ ਰਸਤੇ ਵਿੱਚ ਘੱਟ ਸਮਾਂ ਬੀਤਦਾ। ਤਾਂ ਜਿਹੜਾ ਯਾਤਰਾ ਕਰਦਾ ਅਬਜ਼ਰਵਰ, ਉਸਦੇ ਲਈ ਸਮਾਂ ਬਹੁਤ ਸਲੋ ਬੀਤਦਾ ਇੱਥੇ। ਤੇ ਸਫ਼ਰ ਦੇ ਦੂਜੇ ਪੜਾਅ ਦੇ ਲਈ ਵੀ ਇਹੀ ਗੱਲ ਸੱਚ ਹੁੰਦੀ ਹੈ। ਜਦੋਂ ਆਰਟ ਘਰ ਵਾਪਸ ਆਉਂਦਾ ਤਾਂ ਉਸਨੂੰ ਪਤਾ ਲੱਗਦਾ ਕਿ ਉਸਦਾ ਜੁੜਵਾਂ ਜੋ ਲੈਨੀ ਹੈ ਉਹ ਉਸ ਤੋਂ ਵੱਡਾ ਹੋਇਆ ਵਾ, ਤੇ ਅਸੀਂ ਆਰਟ ਅਤੇ ਲੈਨੀ ਦੀ ਉਮਰ ਨੂੰ ਉਹਨਾਂ ਦੀਆਂ ਘੜੀਆਂ 'ਤੇ ਰਜਿਸਟਰ ਕੀਤੇ ਸਮੇਂ ਦੁਆਰਾ ਮਾਪਦੇ ਹਾਂ ਫਿਰ। ਤੇ ਪਰ ਉਹ ਟਾਈਮ ਡਿਲੇਸ਼ਨ ਜੋ ਆਰਟ ਦੀ ਘੜੀ ਨੂੰ ਬਾਕੀ ਫਰੇਮ ਦੀ ਦ੍ਰਿਸ਼ਟੀਕੋਣ ਤੋਂ ਹੌਲੀ ਕਰ ਦਿੰਦੇ ਹੈ, ਇਹ ਕਿਸੇ ਵੀ ਘੜੀ ਨੂੰ ਪ੍ਰਭਾਵਿਤ ਕਰਨਗੇ, ਜਿਸ ਵਿੱਚ ਬਾਇਓਲੋਜੀਕਲ ਉਮਰ ਦੀ ਘੜੀ ਵੀ ਸ਼ਾਮਲ ਹੁੰਦੀ ਹੈ। ਤਾਂ ਇਸ ਤਰ੍ਹਾਂ ਇੱਕ ਅਤਿਅੰਤ ਸਥਿਤੀ ਦੇ ਵਿੱਚ ਆਰਟ ਹਜੇ ਵੀ ਇੱਕ ਲੜਕਾ ਹੀ ਘਰ ਵਾਪਸ ਪਰਤਦਾ, ਜਦੋਂ ਕਿ ਲੈਨੀ ਦੀ ਦਾੜੀ ਲੰਬੀ ਹੋ ਜਾਂਦੀ ਹੈ ਕਿ ਉਹ ਉਸਦੀ ਟਾਈਮ ਜ਼ਿਆਦਾ ਤੇਜ਼ ਬੀਤਦਾ, ਤੇ ਜਿਹੜਾ ਸਫ਼ਰ ਕਰਕੇ ਆਇਆ, ਯਾਤਰਾ ਕਰਕੇ ਆਇਆ, ਉਸਦਾ ਸਮਾਂ ਸਲੋ ਬੀਤਿਆ ਹੁੰਦਾ। ਤਾਂ ਕਰਕੇ ਇਹ ਇੱਕ ਇਸ ਤਰ੍ਹਾਂ ਟਾਈਮ ਟਰੈਵਲਿੰਗ ਦੀ ਘਟਨਾ ਬਾਰੇ ਗੱਲ ਹੈ। ਤਾਂ ਜੁੜਵਾਂ ਵਿਰੋਧਾਭਾਸ ਦੇ ਇਹਦੇ ਟਵਿਨ ਪੈਰਾਡੋਕਸ ਦੇ ਦੋ ਪਹਿਲੂ ਅਕਸਰ ਲੋਕਾਂ ਨੂੰ ਉਲਝਣ ਦੇ ਵਿੱਚ ਛੱਡ ਦਿੰਦੇ ਆ।
ਪਹਿਲਾ ਕਿ ਦੋ ਜੁੜਵਾਂ ਬੱਚਿਆਂ ਦੇ ਅਨੁਭਵਾਂ ਦੇ ਸਮਰੂਪ ਹੋਣ ਦੀ ਉਮੀਦ ਕਰਨਾ ਕੁਦਰਤੀ ਜਾਪਦਾ ਕਿ ਦੋਵੇਂ ਬੱਚੇ ਸਪੋਜ਼ ਕਰੋ ਜੁੜਵਾਂ ਹੈ, ਉਹਨਾਂ 'ਚ ਕੋਈ ਉਮਰ ਦਾ ਫਰਕ ਨਹੀਂ ਹੈ। ਤਾਂ ਜੇ ਲੈਨੀ ਆਰਟ ਨੂੰ ਆਪਣੇ ਤੋਂ ਦੂਰ ਜਾਂਦਾ ਵੇਖਦਾ ਤਾਂ ਆਰਟ ਵੀ ਲੈਨੀ ਨੂੰ ਦੂਰ ਜਾਂਦੇ ਵੇਖਦਾ, ਪਰ ਉਲਟ ਦਿਸ਼ਾ ਦੇ ਵਿੱਚ ਦੇਖਦਾ ਉਹ। ਪੁਲਾੜ ਦੇ ਵਿੱਚ ਕੋਈ ਤਰਜੀਹੀ ਦਿਸ਼ਾ ਨਿਰਦੇਸ਼ ਨਹੀਂ ਹੁੰਦੇ, ਇਸ ਲਈ ਉਹਨਾਂ ਦੀ ਉਮਰ ਵੱਖਰੀ ਕਿਉਂ ਨਹੀਂ ਹੋਣੀ ਚਾਹੀਦੀ? ਵੱਖਰੀ ਕਿਉਂ ਹੋਣੀ ਚਾਹੀਦੀ ਹੈ? ਅਸਲ ਵਿੱਚ ਉਹਨਾਂ ਦੇ ਅਨੁਭਵ ਬਿਲਕੁਲ ਵੀ ਸਿਮੈਟ੍ਰੀਕਲ ਨਹੀਂ ਹੈ। ਯਾਤਰਾ ਕਰਨ ਵਾਲਾ ਜੁੜਵਾਂ ਜਿਹੜਾ ਆਰਟ ਹੈ ਉਹ ਦਿਸ਼ਾਵਾਂ ਬਦਲਣ ਦੇ ਲਈ ਇੱਕ ਵੱਡੇ ਐਕਸਲਰੇਸ਼ਨ ਤੋਂ ਗੁਜ਼ਰਦਾ। ਜਦੋਂ ਉਹ ਘਰ ਵਿੱਚ ਰਹਿਣ ਵਾਲਾ ਜਿਹੜਾ ਲੈਨੀ ਹੈ ਉਹ ਅਜਿਹਾ ਨਹੀਂ ਕਰਦਾ, ਉਹ ਰੈਸਟ 'ਤੇ ਹੈ। ਇਹ ਅੰਤਰ ਮਹੱਤਵਪੂਰਨ ਹੈ ਕਿ ਅਚਾਨਕ ਪਲਟਣ ਦੇ ਕਾਰਨ ਆਰਟ ਦੇ ਫਰੇਮ ਦੇ ਵਿੱਚ ਇੱਕ ਸਿੰਗਲ ਇਨਰਸ਼ੀਅਲ ਇੱਕ ਆਰਟ ਦਾ ਫਰੇਮ ਹੈ, ਜਿਹੜਾ ਰੈਫਰੈਂਸ ਫਰੇਮ ਹੈ ਉਹ ਸਿੰਗਲ ਇਨਰਸ਼ੀਅਲ ਫਰੇਮ ਨਹੀਂ ਰਹਿੰਦਾ, ਪਰ ਲੈਨੀ ਦਾ ਫਰੇਮ ਹੈ ਜਿਹੜਾ ਇਨਰਸ਼ੀਅਲ ਹੀ ਰਹਿੰਦਾ। ਅਸੀਂ ਤੁਹਾਨੂੰ ਇਸ ਵਿਚਾਰ ਨੂੰ ਹੋਰ ਵਿਕਸਿਤ ਕਰਨ ਦੇ ਲਈ ਸੱਦਾ ਦਿੰਦੇ ਹਾਂ। ਉਲਝਣ ਦਾ ਇੱਕ ਹੋਰ ਨੁਕਤਾ ਸਧਾਰਨ ਜਿਓਮੈਟਰੀ ਤੋਂ ਪੈਦਾ ਹੁੰਦਾ ਹੈ। ਚਿੱਤਰ 1.7 ਦਾ ਹਵਾਲਾ ਦਿੰਦੇ ਹੋਏ ਯਾਦ ਕਰੋ ਕਿ ਅਸੀਂ ਬਿੰਦੂ 0 ਤੋਂ ਟੀ ਪ੍ਰਾਈਮ ਇਜ਼ ਇਕੁਅਲ ਟੂ 1 ਲੈਵਲ ਵਾਲੇ ਬਿੰਦੂ ਤੱਕ ਸਮੇਂ ਦੀ ਦੂਰੀ ਦੀ ਗਣਨਾ ਕੀਤੀ ਸੀ। ਉਹਦੇ 'ਚ 1.7 ਵਾਲੇ ਸਮੇਂ ਦੇ ਉੱਤੇ ਵਾਪਸ ਚੱਲਦੇ ਹਾਂ। 1/7 ਇਸ ਦੇ ਵਿੱਚ ਜਿਹੜਾ ਅ, ਅਸੀਂ ਇਸ ਦੇ ਵਿੱਚ ਬਿੰਦੂ O ਤੋਂ ਟੀ ਪ੍ਰਾਈਮ ਇਜ਼ ਇਕੁਅਲ ਟੂ 1 ਲੈਵਲ ਵਾਲੇ ਬਿੰਦੂ ਤੱਕ ਸਮੇਂ ਦੀ ਦੂਰੀ ਦੀ ਗਣਨਾ ਕੀਤੀ ਸੀ, ਜੋ ਟੀ ਐਕਸਿਸ ਦੇ ਨਾਲ ਲੇਬਲ ਕੀਤੇ ਬਿੰਦੂ ਟੀ ਮਲਟੀਪਲਾਈਡ ਬਾय 1 ਮਾਈਨਸ 1/1 ਮਾਈਨਸ ਵੀ ਸਕੁਅਰ ਅੰਡਰ ਰੂਟ ਤੱਕ O ਤੋਂ ਦੂਰੀ ਨਾਲੋਂ ਛੋਟੇ ਹੋਏਗੀ ਸੀ, ਜਿਹੜੀ ਇਸਦੀ ਦੂਰੀ ਜਿਹੜੀ ਉਹ O ਤੋਂ ਘੱਟ ਹੋਏਗੀ। ਉਹ ਦੂਜੀ ਤਸਵੀਰ ਦੇ ਉੱਤੇ ਵਾਪਸ ਚੱਲਦੇ ਹਾਂ, 1.8 ਵਾਲੀ। ਇਹਨਾਂ ਦੋਹਾਂ ਮੁੱਲਾਂ ਦੇ ਆਧਾਰ ਤੇ ਇਸ ਸੱਜੇ ਤਿਕੋਣ ਦੀ ਵਰਟੀਕਲ ਲੱਤ ਇਸ ਦੇ ਹਾਈਪੋਟਨਸ ਨਾਲੋਂ ਲੰਬੀ ਹੁੰਦੀ ਹੈ। ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਉਲਝਣ ਵਾਲਾ ਲੱਗਦਾ ਕਿਉਂਕਿ ਸੰਖਿਆਤਮਕ ਤੁਲਨਾ ਤਸਵੀਰ ਦੇ ਵਿੱਚ ਵਿਜ਼ੂਅਲ ਸੰਦੇਸ਼ ਦੇ ਉਲਟ ਜਾਪਦੀ ਹੈ। ਜੇ 1.7 ਦੇ ਉੱਤੇ ਚੱਲਦੇ ਹਾਂ, ਕਿ ਇਸ ਦੇ ਵਿੱਚ ਇਸ ਨੂੰ ਦੁਬਾਰਾ ਇੱਕ ਵਾਰੀ ਫੇਰ ਪੜ੍ਹਦੇ ਹਾਂ ਕਿ ਇਹਨਾਂ ਦੋਨਾਂ ਮੁੱਲਾਂ ਦੇ ਆਧਾਰ ਤੇ ਇਹ ਜਿਹੜੀ ਸੱਜੇ ਪਾਸੇ ਦੀ ਤਿਕੋਣ ਦੀ ਵਰਟੀਕਲ ਲੈਗ ਹੈ, ਇਸ ਦੇ ਹਾਈਪੋਟਨਸ ਨਾਲੋਂ ਲੰਬੀ ਹੁੰਦੀ ਹੈ। ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਉਲਝਣ ਵਾਲਾ ਲੱਗਦਾ ਕਿਉਂਕਿ ਸੰਖਿਆਤਮਕ ਤੁਲਨਾ ਤਸਵੀਰ ਵਿੱਚ ਵਿਜ਼ੂਅਲ ਸੰਦੇਸ਼ ਦੇ ਉਲਟ ਜਾਪਦੀ ਹੈ। ਤਾਂ ਇਸ ਦੇ ਵਿੱਚ ਅਸੀਂ ਦੇਖਿਆ ਕਿ ਇਹ ਜਿਹੜੀ ਤਿਕੋਣ ਦਾ ਟੀ ਹੈ ਜਿਹੜਾ, ਕਿਉਂਕਿ ਵੱਡਾ ਹੈ, ਇੱਥੇ ਟੀ ਪ੍ਰਾਈਮ ਜਿਵੇਂ ਅਸੀਂ ਪਹਿਲਾਂ ਦੇਖਿਆ ਕਿ ਟੀ ਟੀ ਪ੍ਰਾਈਮ ਤੋਂ ਵੱਡਾ ਹੈ, ਤਾਂ ਫਿਰ ਇੱਥੇ ਇਸ ਦੇ ਜਿਹੜਾ ਹਾਈਪੋਟਨਸ ਹੈ ਇਹ ਟੀ ਤੋਂ ਛੋਟਾ ਹੋਣਾ ਚਾਹੀਦਾ, ਜਦ ਕਿ ਵਿਜ਼ੂਅਲ ਦੇ ਵਿੱਚ ਇੱਥੇ ਟੀ ਪ੍ਰਾਈਮ ਹੈ ਜਿਹੜਾ ਇਹ ਟੀ ਤੋਂ ਵੱਡਾ ਹੈ। ਹਾਈਪੋਟਨਸ ਇਸ ਦਾ ਟ੍ਰਾਇੰਗਲ ਦਾ ਇਹ ਵੱਡਾ ਹੈ, ਤੇ ਲੇਕਿਨ ਇੱਥੇ ਇੱਥੇ ਛੋਟਾ ਹੈ, ਜੋ ਮਤਲਬ ਸਾਨੂੰ ਇਕੁਏਸ਼ਨ ਦੱਸਦੀ ਹੈ ਕਿ ਟੀ ਹੈ ਜਿਹੜਾ ਉਹ ਟੀ ਪ੍ਰਾਈਮ ਤੋਂ ਛੋਟਾ ਹੋਣਾ ਚਾਹੀਦਾ। ਅਸਲ ਵਿੱਚ ਇਹ ਬੁਝਾਰਤ ਸਾਨੂੰ ਰਿਲੇਟਿਵਿਟੀ ਵਿੱਚ ਕੇਂਦਰੀ ਵਿਚਾਰਾਂ ਵਿੱਚੋਂ ਇੱਕ ਵੱਲ ਲੈ ਜਾਂਦੀ ਹੈ, ਇੱਕ ਇਨਵੇਰੀਐਂਟ ਦੀ ਧਾਰਨਾ ਵੱਲ ਲੈ ਜਾਂਦੀ ਹੈ। ਤੇ ਅਸੀਂ ਹੁਣ ਇਸ ਨੂੰ ਜੋ ਸਪੈਸ਼ਲਿਟੀ ਦੇ ਵਿੱਚ ਇਸਦਾ ਜ਼ਿਆਦਾ ਕੰਮ ਹੈ ਇਨਵੇਰੀਐਂਟ ਦਾ, ਉਸ ਦੇ ਬਾਰੇ ਗੱਲ ਕਰਾਂਗੇ, ਉਸਦੇ ਬਾਰੇ ਉਸਦੀ ਇਕੁਏਸ਼ਨ ਬਣਾਵਾਂਗੇ। ਤਾਂ ਅਸੀਂ ਸੈਕਸ਼ਨ 1.5 ਦੇ ਵਿੱਚ ਇਸ ਵਿਚਾਰ ਦੀ ਵਿਆਪਕ ਚਰਚਾ ਕਰਾਂਗੇ। ਅੱਗੇ ਆਉਣ ਵਾਲਾ ਜੋ 1.4 ਚੱਲ ਰਿਹਾ ਜੇ ਲੈਂਥ ਕੰਟਰੈਕਸ਼ਨ, ਅਸੀਂ 1.5 ਸੈਕਸ਼ਨ ਦੇ ਵਿੱਚ ਇਸ ਵਿਚਾਰ ਦੀ ਜ਼ਿਆਦਾ ਚਰਚਾ ਕਰਾਂਗੇ। ਹਾਂ, ਇਸ ਵਿੱਚ ਇੱਕ ਹੋਰ ਅੱਗੇ ਆ ਰਹੀ ਹੈ ਸਟ੍ਰੈਚ ਲਿਮੋ ਅਤੇ ਬੱਗ ਵਾਲਾ ਪੈਰਾਡਾਕਸ ਹੈ। ਇਹ ਇੱਕ ਹੋਰ ਵਿਰੋਧਾਭਾਸ ਨੂੰ ਕਈ ਵਾਰ ਬੋਰਨ ਪੈਰਾਡਾਕਸ ਵਿੱਚ ਪੋਲ ਕਿਹਾ ਜਾਂਦਾ ਹੈ। ਇਹਦੇ 'ਚ ਇਸ ਨੂੰ ਇਸ ਪੈਰਾਡਾਕਸ ਨੂੰ ਪੋਲ ਕਿਹਾ ਜਾਂਦਾ ਹੈ। ਪਰ ਪੋਲੈਂਡ ਦੇ ਵਿੱਚ ਇਸ ਨੂੰ ਲਿਮੂ ਅਤੇ ਬੱਗ ਦਾ ਪੈਰਾਡਾਕਸ ਕਿਹਾ ਜਾਂਦਾ ਹੈ, ਪੋਲੈਂਡ ਦੇ ਵਿੱਚ। ਆਰਟ ਦੀ ਕਾਲ ਇੱਕ VW ਬੱਗ ਹੈ, ਕਾਰ ਦਾ ਨਾਮ ਹੈ VW ਬੱਗ, ਜੋ ਆਰਟ ਕੋਲ ਹੈ, ਤੇ ਇਹ 14 ਫੁੱਟ ਤੋਂ ਘੱਟ ਲੰਬੀ ਹੈ।
ਉਸਦਾ ਗੈਰੇਜ ਸਿਰਫ ਬੱਗ ਨੂੰ ਫਿੱਟ ਕਰਨ ਦੇ ਲਈ ਬਣਾਇਆ ਗਿਆ ਹੈ। ਤਾਂ ਲੈਨੀ ਕੋਲ ਰੀਕੰਡੀਸ਼ਨਡ ਸਟ੍ਰੈਚ ਲੀਮੋ ਹੈ। ਤਾਂ ਲੈਨੀ ਦੇ ਕੋਲ ਵੀ ਇੱਕ ਸਟ੍ਰੈਚ ਲੀਮੋ ਰੀਕੰਡੀਸ਼ਨਡ ਹੈ ਤੇ ਇਹ 28 ਫੁੱਟ ਲੰਬੀ ਹੈ। ਉਸ ਤੋਂ ਡਬਲ ਹੈ। ਇਸਦਾ ਤਸਵੀਰ ਵੀ ਇਸਦੀ ਇਹ ਮੈਂ 1.9 ਪਹਿਲਾਂ ਹੀ ਇੱਥੇ ਲਗਾ ਰਿਹਾ। ਇਹ ਗੈਰੇਜ ਹੈ। ਇੱਥੇ ਇਹ ਲੀਮੋ ਇਹ ਲਈ ਇਸ ਤਰ੍ਹਾਂ ਦੀ ਇਹ ਕਾਰ ਦੀ ਫੋਟੋ ਤਾਂ ਨਹੀਂ ਬਣਾਈ ਹੋਈ ਹੈ, ਲੇਕਿਨ ਇੱਥੇ ਡਾਇਗਰਾਮ ਬਣਾਇਆ ਗਿਆ ਜੋ ਵੀ ਹੈ। ਆਰਟ ਛੁੱਟੀਆਂ ਤੇ ਜਾ ਰਿਹਾ ਹੈ ਅਤੇ ਲੈਨੀ ਨੂੰ ਆਪਣਾ ਘਰ ਕਿਰਾਏ ਤੇ ਦੇ ਰਿਹਾ ਹੈ। ਪਰ ਉਹ ਜਾਣ ਤੋਂ ਪਹਿਲਾਂ ਦੋਵੇਂ ਦੋਸਤ ਇਹ ਯਕੀਨੀ ਬਣਾਉਣ ਲਈ ਇਕੱਠੇ ਹੁੰਦੇ ਆ ਕਿ ਲੈਨੀ ਦੀ ਕਾਰ ਆਰਟ ਦੇ ਗੈਰੇਜ ਵਿੱਚ ਫਿੱਟ ਹੋਵੇਗੀ। ਯਾਨੀ ਕਿ ਆਰਟ ਦੀ ਕਾਰ ਜਿਹੜੀ ਉਹ ਛੋਟੀ ਹੈ ਤੇ ਉਸਦਾ ਜਿਹੜਾ ਗੈਰੇਜ ਵੀ ਉਸਦੇ ਬਰਾਬਰ ਹੀ 14 ਫੁੱਟ ਦੇ ਕਰੀਬ ਬਣੇਗਾ। ਤੇ ਲੈਨੀ ਦੀ ਕਾਰ ਹੈ ਜਿਹੜੀ ਉਹ ਵੱਡੀ ਹੈ ਤੇ ਉਹ ਉਸਨੂੰ ਆਪਣਾ ਘਰ ਕਿਰਾਏ ਤੇ ਦਿੰਦਾ। ਆਰਟ ਜਿਵੇਂ ਯਾਤਰਾ ਦੇ ਉੱਤੇ ਹੈ, ਲੈਨੀ ਹੈ ਜੋ ਇਹ ਰੈਸਟ 'ਤੇ ਹੈ। ਪਰ ਉਹ ਜਾਣ ਤੋਂ ਪਹਿਲਾਂ ਦੋਵੇਂ ਦੋਸਤ ਇਹ ਯਕੀਨੀ ਬਣਾਉਣ ਲਈ ਇਕੱਠੇ ਹੁੰਦੇ ਆ ਕਿ ਲੈਨੀ ਦੀ ਕਾਰ ਆ ਜਿਹੜੀ ਉਹ ਆਰਟ ਦੇ ਗੈਰੇਜ ਵਿੱਚ ਫਿੱਟ ਹੋ ਸਕਦੀ ਹੈ ਜਾਂ ਨਹੀਂ, ਕਿਉਂਕਿ ਲੈਨੀ ਦੀ ਕਾਰ ਤੇ 28 ਫੁੱਟ ਲੰਬੀ ਹੈ। ਤਾਂ ਲੈਨੀ ਸੰਦੇਹਵਾਦੀ ਹੈ, ਪਰ ਆਰਟ ਦੀ ਇੱਕ ਯੋਜਨਾ ਹੈ, ਆਰਟ ਕੋਲ ਕੋਈ ਸਕੀਮ ਹੈ। ਆਰਟ ਲੈਨੀ ਨੂੰ ਬੈਕਅਪ ਲੈਣ ਅਤੇ ਗੈਰੇਜ ਤੋਂ ਚੰਗੀ ਦੂਰੀ ਲੈਣ ਲਈ ਕਹਿੰਦਾ ਤੇ ਫਿਰ ਰੇਸ ਤੇ ਕਦਮ ਰੱਖਣ ਅਤੇ ਬਲੇਜ਼ ਵਾਂਗ ਤੇਜ਼ ਕਰਨ ਲਈ ਕਹਿੰਦਾ। ਤੇ ਜੇ ਲੈਨੀ ਗੈਰੇਜ ਦੇ ਪਿਛਲੇ ਸਿਰੇ ਤੇ ਜਾਣ ਤੋਂ ਪਹਿਲਾਂ 1,61,080 ਮੀਲ ਪ੍ਰਤੀ ਸੈਕਿੰਡ ਤੱਕ ਦੀ ਸਪੀਡ ਨੂੰ ਲੀਮੋ ਪ੍ਰਾਪਤ ਕਰ ਸਕਦੀ ਹੈ ਤਾਂ ਇਹ ਇਸ ਵਿੱਚ ਫਿੱਟ ਹੋ ਜਾਵੇਗੀ। ਤਾਂ ਉਹ ਦੱਸਦਾ ਹੈ ਕਿ ਅਗਰ ਇਹ ਇੰਨੀ ਸਪੀਡ ਪ੍ਰਾਪਤ ਕਰ ਲਵੇ, ਉਸਦੀ ਕਾਰ ਆ ਜਿਹੜੀ 1,61,080 ਮੀਲ ਪ੍ਰਤੀ ਸੈਕਿੰਡ ਦੀ ਸਪੀਡ ਪ੍ਰਾਪਤ ਕਰ ਲਵੇ, ਫਿਰ ਉਸਦੀ ਲੀਮੋ ਜਿਹੜੀ 28 ਫੁੱਟ ਵਾਲੀ ਉਹ 14 ਫੁੱਟ ਵਾਲੇ ਵਿੱਚ ਫਿੱਟ ਹੋ ਜਾਏਗੀ। ਉਹ ਇਸ ਦੀ ਕੋਸ਼ਿਸ਼ ਕਰਦੇ ਆ ਤੇ ਆਰਟ ਫੁੱਟਪਾਥ ਤੋਂ ਦੇਖਦਾ ਹੈ ਕਿ ਜਦੋਂ ਲੈਨੀ ਲੀਮੋ ਦਾ ਬੈਕਅਪ ਲੈਂਦੀ ਹੈ ਤੇ ਰੇਸ ਤੇ ਕਦਮ ਰੱਖਦੀ ਹੈ, ਉਸਨੂੰ ਬੈਕ ਕਰਦੀ ਹੈ ਤੇ ਰੇਸ ਤੇ ਪੈਰ ਰੱਖਦੀ ਹੈ ਤਾਂ ਸਪੀਡੋਮੀਟਰ 1,72,000 ਮਾਈਲ ਪਰ ਸੈਕਿੰਡ ਤੱਕ ਛਾਲ ਮਾਰਦਾ। ਫਿਰ ਬਹੁਤ ਸਾਰੀ ਸਪੀਡ, ਬਹੁਤ ਬਥੇਰੀ ਵਾਧੂ ਹੈ। ਉਸਨੇ ਤਾਂ 1 ਲੱਖ ਕਿੰਨੀ 61 ਫੁੱਟ ਦੱਸੀ ਸੀ ਕੁਛ। ਪਰ ਫਿਰ ਲੈਨੀ ਗੈਰੇਜ ਵੱਲ ਦੇਖਦਾ ਹੈ। ਗੈਰੇਜ ਅਸਲ ਵਿੱਚ ਤੇਜ਼ੀ ਨਾਲ ਮੇਰੇ ਨਜ਼ਦੀਕ ਆ ਰਿਹਾ ਅਤੇ ਇਹ ਇਸ ਦੇ ਅਸਲ ਕਾਰ ਦੇ ਅੱਧੇ ਤੋਂ ਵੀ ਘੱਟ ਹੁੰਦਾ ਹੈ। ਜਾਣੀ ਕਿ ਅਸਲੀ ਕਾਰ ਤਾਂ ਉਸਦਾ 28 ਫੁੱਟ ਹੈ, ਲੇਕਿਨ ਗੈਰੇਜ ਦਾ ਆਕਾਰ ਜਿਵੇਂ 14 ਫੁੱਟ ਤੋਂ ਵੀ ਘੱਟ ਹੈ। ਤੇ ਇਹ ਉਹ ਲੈਨੀ ਨੂੰ ਪਤਾ ਹੈ ਕਿ ਉਹਦੀ ਕਾਰ ਤਾਂ 28 ਫੁੱਟ ਦੀ ਹੈ। ਉਹ ਕਹਿੰਦਾ ਮੈਂ ਕਦੇ ਫਿੱਟ ਨਹੀਂ ਹੋਵਾਂਗਾ। ਯਕੀਨਨ ਤੁਸੀਂ ਫਿੱਟ ਹੋ ਜਾਓਗੇ ਲੈਨੀ, ਮੇਰੀ ਗਣਨਾ ਅਨੁਸਾਰ ਗੈਰੇਜ ਦੀ ਰੈਸਟ ਫਰੇਮ 'ਚ ਤੁਸੀਂ 13 ਫੁੱਟ ਤੋਂ ਥੋੜ੍ਹੇ ਜਿਹੇ ਲੰਬੇ ਹੈ। ਉਸਦੀ ਜਿਹੜੀ ਕਾਰ ਆ 13 ਫੁੱਟ ਤੋਂ ਥੋੜ੍ਹੀ ਜਿਹੀ ਜ਼ਿਆਦਾ ਅਤੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਅਤੇ ਆਰਟ ਮੈਨੂੰ ਉਮੀਦ ਆ ਕਿ ਤੁਸੀਂ ਸਹੀ ਹੈ। ਚਿੱਤਰ 1.9 ਵਿੱਚ ਇੱਕ ਸਪੇਸ ਟਾਈਮ ਚਿੱਤਰ ਹੈ, ਜਿਸ ਵਿੱਚ ਹਨੇਰੇ ਰੰਗਤ ਵਿੱਚ ਖੇਤਰ ਹਨੇਰੇ ਜਿਹੜਾ ਰੰਗਦਾਰ ਖੇਤਰ ਹੈ ਹਨੇਰੇ ਵਾਲਾ, ਇਸ 'ਚ ਦਿਖਾਇਆ ਗਿਆ ਲੈਨੀ ਦਾ ਸਟਿਚ ਲੈਮੋ ਅਤੇ ਗੈਰੇਜ ਨੂੰ ਹਲਕੇ ਰੰਗਤ ਦੇ ਰੂਪ ਦੇ ਵਿੱਚ ਦਿਖਾਇਆ ਗਿਆ। ਜਿਵੇਂ ਇੱਥੇ ਇਸ ਦੇ ਵਿੱਚ ਦਿਖਾਇਆ ਗਿਆ ਕਿ 9 ਤੇ ਜਾਣਾ ਸੀ, ਇਹ ਵਾਲਾ ਡਾਇਗਰਾਮ ਹੈ। ਇਸ 'ਚ ਗੈਰੇਜ ਹੈ ਜਿਹੜਾ ਇਹ ਬੀ ਤੋਂ ਸੀ ਤੱਕ ਹੈ, ਲੇਕਿਨ ਇੱਧਰ ਬੀ ਤੋਂ ਡੀ ਤੱਕ ਜਿਹੜਾ ਇਹ ਲੰਬਾਈ ਇਸ ਵਿੱਚ ਜ਼ਿਆਦਾ ਹੈ ਜਿਵੇਂ। ਅਤੇ ਆਓਗੇ ਪੜ੍ਹਦੇ ਹਾਂ ਇਸ ਵਿੱਚ। 8 ਫੁੱਟਪਾਥ ਤੋਂ ਦੇਖਦਾ ਕਿ ਜਦੋਂ ਲੈਨੀ ਲੀਮੋ ਦਾ ਬੈਕਅਪ ਲੈਂਦੀ ਹੈ ਅਤੇ ਰੇਸ 'ਤੇ ਕਦਮ ਰੱਖਦੀ ਹੈ ਤਾਂ ਸਪੀਡੋਮੀਟਰ ਅਸੀਂ ਪੜ੍ਹ ਲਿਆ। ਇਸ ਤੋਂ ਬਾਅਦ ਲੀਮੋ ਦਾ ਅਗਲਾ ਸਿਰਾ ਏ ਤੇ ਗੈਰਾਜ ਦੇ ਵਿੱਚ ਦਾਖਲ ਹੁੰਦਾ ਅਤੇ ਸੀ ਦੇ ਬਿਲਕੁਲ ਉੱਪਰ ਇਹ ਇਸ ਨੂੰ ਛੱਡਦਾ। ਅਤੇ ਇਹ ਮੰਨ ਲਓ ਕਿ ਆਰਟ ਨੇ ਗੈਰੇਜ ਦੇ ਪਿਛਲੇ ਦਰਵਾਜ਼ੇ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਲੀਮੋ ਦਾ ਪਿਛਲਾ ਸਿਰਾ ਬੀ 'ਤੇ ਦਾਖਲ ਹੁੰਦਾ ਅਤੇ ਡੀ 'ਤੇ ਨਿਕਲਦਾ ਹੈ। ਤਾਂ ਅਗਲਾ ਸਿਰਾ ਲੀਮੋ ਦਾ ਉਸਦਾ ਲੀਮੋ ਜਿਹੜੀ ਕਾਰ ਹੈ ਉਸਦਾ
ਏ ਤੇ ਇਸ ਵਿੱਚ ਦਾਖਲ ਹੁੰਦਾ ਹੈ ਤੇ ਸੀ ਦੇ ਬਿਲਕੁਲ ਉੱਪਰ ਛੱਡਦਾ। ਤਸਵੀਰ ਦੇ ਉੱਤੇ ਚੱਲਦੇ ਹਾਂ ਕਿ ਏ ਦੇ ਵਿੱਚ ਇੱਥੇ ਦਾਖਲ ਹੁੰਦਾ ਹੈ ਤੇ ਇਹ ਸੀ ਦੇ ਉੱਪਰ ਜਾ ਕੇ ਇਸ ਨੂੰ ਇਹ ਛੱਡਦਾ ਤੇ ਪਿਛਲਾ ਸਿਰਾ ਬੀ ਦੇ ਉੱਤੇ ਦਾਖਲ ਹੁੰਦਾ ਹੈ ਤੇ ਡੀ ਦੇ ਉੱਤੇ ਛੱਡਦਾ ਹੈ। ਯਾਨੀ ਕਿ ਇੱਥੇ ਬੀ ਤੋਂ ਦਾਖਲ ਹੋਏਗਾ ਤੇ ਡੀ ਦੇ ਉੱਤੇ ਇਸ ਨੂੰ ਇਹ ਛੱਡਦਾ। ਹੁਣ ਲਾਈਨ ਨੂੰ ਦੇਖੋ, ਇਹ ਗੈਰਾਜ ਦੇ ਬਾਕੀ ਫਰੇਮ 'ਚ ਸਮਕਾਲੀਨਤਾ ਦੀ ਸਤ੍ਹਾ ਦਾ ਹਿੱਸਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਗੈਰਾਜ ਵਿੱਚ ਪੂਰਾ ਲਿਮੋ ਮੌਜੂਦ ਹੁੰਦਾ ਹੈ। ਇਹ ਆਰਟ ਦਾ ਦਾਅਵਾ ਹੈ, ਉਸ ਦੇ ਫਰੇਮ ਦੇ ਵਿੱਚ ਲਿਮੋ ਨੂੰ ਗੈਰਾਜ ਵਿੱਚ ਫਿੱਟ ਕਰਨ ਲਈ ਬਣਾਇਆ ਜਾ ਸਕਦਾ। ਪਰ ਹੁਣ ਲੈਨੀ ਦੀਆਂ ਸਮਕਾਲੀਨਤਾ ਦੀਆਂ ਸਤਹਾਂ ਨੂੰ ਦੇਖੋ, ਜਿਹੜੀ ਉਹਦੀ ਸਿੰਕਰੋਨਾਈਜ਼ਡ ਟਾਈਮ ਵਾਲੀ ਸਰਫੇਸ ਹੈ। ਇਹ ਲਾਈਨ ਅਜਿਹੀ ਸਤ੍ਹਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਲਿਮੋ ਗੈਰੇਜ ਤੋਂ ਵੀ ਵੱਡਾ ਹੈ। ਜਿਵੇਂ ਲੈਨੀ ਚਿੰਤਤ ਸੀ ਲੀਮੋ ਫਿੱਟ ਨਹੀਂ ਬੈਠਦਾ। ਤਾਂ ਚਿੱਤਰ ਸਪਸ਼ਟ ਕਰਦਾ ਕਿ ਸਮੱਸਿਆ ਕੀ ਹੈ। ਲੀਮੋ ਗੈਰੇਜ ਵਿੱਚ ਹੈ, ਕਹਿਣ ਦਾ ਇਹ ਮਤਲਬ ਹੈ ਕਿ ਅੱਗੇ ਅਤੇ ਪਿੱਛੇ ਗੈਰੇਜ ਵਿੱਚ ਇੱਕੋ ਸਮੇਂ ਹਨ। ਉੱਥੇ ਇਹ ਸਮਕਾਲੀ ਸ਼ਬਦ ਦੁਬਾਰਾ ਹੈ। ਸਮਕਾਲੀ ਕਿਸ ਦੇ ਰਿਲੇਟਿਵ, ਆਰਟ ਦੇ ਜਾਂ ਲੈਨੀ ਦੇ? ਕਹਿਣ ਦਾ ਮਤਲਬ ਹੈ ਕਿ ਕਾਰ ਗੈਰੇਜ ਵਿੱਚ ਹੁੰਦੀ ਹੈ, ਵੱਖ-ਵੱਖ ਫਰੇਮਾਂ ਦੇ ਵਿੱਚ ਵੱਖ-ਵੱਖ ਫਰੇਮਾਂ ਵਿੱਚ ਵੱਖੋ ਵੱਖਰੀਆਂ ਚੀਜ਼ਾਂ ਹੁੰਦੀਆਂ। ਇਹ ਕਹਿਣ ਵਿੱਚ ਕੋਈ ਪਹੇਲੀ ਨਹੀਂ ਹੈ ਕਿ ਆਰਟ ਦੇ ਫਰੇਮ ਦੇ ਵਿੱਚ ਕਿਸੇ ਸਮੇਂ ਲੀਮੋ ਅਸਲ ਵਿੱਚ ਗੈਰੇਜ ਵਿੱਚ ਸੀ ਅਤੇ ਇਹ ਕਿ ਲੈਨੀ ਦੇ ਫਰੇਮ ਵਿੱਚ ਕਿਸੇ ਵੀ ਤੁਰੰਤ ਸਮੇਂ ਵਿੱਚ ਗੈਰੇਜ ਵਿੱਚ ਪੂਰੀ ਤਰ੍ਹਾਂ ਲੀਮੋ ਨਹੀਂ ਸੀ। ਵਿਸ਼ੇਸ਼ ਸਾਪੇਖਤਾ ਯਾਨੀ ਕਿ ਸਪੈਸ਼ਲ ਰਿਲੇਟਿਵਿਟੀ ਦੇ ਲਗਭਗ ਸਾਰੇ ਵਿਰੋਧਾਭਾਸ ਉਦੋਂ ਸਪਸ਼ਟ ਹੋ ਜਾਂਦੇ ਆ ਜਦੋਂ ਧਿਆਨ ਨਾਲ ਕਿਹਾ ਜਾਂਦਾ ਹੈ। ਸਮਕਾਲੀ ਸ਼ਬਦ ਦੀ ਸੰਭਾਵ ਤੌਰ ਤੇ ਅਪ੍ਰਤੱਖ ਵਰਤੋਂ ਲਈ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿ ਸਿੰਕਰੋਨਾਈਜੇਸ਼ਨ ਜਿਹੜਾ ਸ਼ਬਦ ਹੈ, ਇਸ ਦੀ ਜਿਹੜੀ ਪੋਸੀਬਲ ਵਰਤੋਂ ਹੈ, ਅ, ਇਸ ਦੇ ਲਈ ਸਾਨੂੰ ਥੋੜ੍ਹਾ ਧਿਆਨ ਰੱਖਣਾ ਪੈਂਦਾ। ਇਹ ਆਮ ਤੌਰ 'ਤੇ ਦਿੱਤਾ ਜਾਂਦਾ ਹੈ ਕਿਸੇ ਦੇ ਸਪੇਖਿਕ ਸਮਕਾਲੀ, ਯਾਨੀ ਕਿ ਕਿਸੇ ਚੀਜ਼ ਦੇ ਰਿਲੇਟਿਵ ਇਹ ਚੀਜ਼ ਦਿੱਤੀ ਜਾਂਦੀ ਸਾਨੂੰ ਕਿ ਕਿਸ ਚੀਜ਼ ਦੇ ਕਿਸੇ ਦੇ ਰਿਲੇਟਿਵ ਸਮਾਂ ਬਰਾਬਰ ਹੈ। ਹੁਣ ਅਸੀਂ ਇੱਕ ਹੋਰ ਬਹੁਤ ਇੰਪੋਰਟੈਂਟ ਟੌਪਿਕ ਪੜ੍ਹਨ ਲੱਗੇ ਹਾਂ, ਮਿੰਕੋਵਸਕੀ ਵਰਡ। ਭੌਤਿਕ ਵਿਗਿਆਨੀ ਦੇ ਟੂਲ ਬੈਗ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਜ਼ਾਰਾਂ ਵਿੱਚੋਂ ਇੱਕ ਇਨਵੇਰੀਐਂਟ ਦੀ ਧਾਰਨਾ ਹੁੰਦੀ ਹੈ। ਔਰ ਇਸਨੂੰ ਸਕਰੀਨ ਦੂਜੀ 'ਤੇ ਲੈ ਚੱਲਦੇ ਹਾਂ, ਵੱਡੀ ਸਕਰੀਨ 'ਤੇ। ਤੇ ਭੌਤਿਕ ਵਿਗਿਆਨੀ ਦੇ ਟੂਲ ਬੈਗ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਜ਼ਾਰਾਂ ਦੇ ਵਿੱਚੋਂ ਇੱਕ ਇਨਵੇਰੀਐਂਸ ਦੀ ਧਾਰਨਾ ਹੁੰਦੀ ਹੈ। ਇਨਵੇਰੀਐਂਸ ਦਾ ਮਤਲਬ ਸਥਿਰਤਾ ਦੀ ਧਾਰਨਾ ਹੁੰਦੀ ਹੈ। ਇੱਕ ਇਨਵੇਰੀਐਂਟ ਇੱਕ ਅਜਿਹੀ ਮਾਤਰਾ ਹੁੰਦੀ ਹੈ ਜੋ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵੇਖੇ ਜਾਣ ਤੋਂ ਚੇਂਜ ਨਹੀਂ ਹੁੰਦੀ। ਇੱਥੇ ਸਾਡਾ ਮਤਲਬ ਸਪੇਸ ਟਾਈਮ ਦੇ ਕੁਝ ਪਹਿਲੂਆਂ ਦਾ ਮਤਲਬ ਹੈ ਜਿਸ ਦਾ ਹਰ ਰੈਫਰੈਂਸ ਫਰੇਮ ਦੇ ਵਿੱਚ ਇੱਕੋ ਜਿਹਾ ਮੁੱਲ ਹੋਵੇ। ਤਾਂ ਆਈਡੀਆ ਪ੍ਰਾਪਤ ਕਰਨ ਲਈ ਅਸੀਂ ਯੂਕਲਿਡੀਅਨ ਜਿਓਮੈਟਰੀ ਤੋਂ ਇੱਕ ਉਦਾਹਰਨ ਲਵਾਂਗੇ। ਆਓ ਕਾਰਟੇਜ਼ੀਅਨ ਕੋਆਰਡੀਨੇਟਾਂ ਦੇ ਦੋ ਸੈੱਟਾਂ ਐਕਸ ਵਾਈ ਅਤੇ ਦੂਜਾ ਸੈੱਟ ਐਕਸ ਪ੍ਰਾਈਮ ਵਾਈ ਪ੍ਰਾਈਮ ਦੇ ਨਾਲ ਇੱਕ ਦੋ ਯਾਮੀ ਪਲੇਨ ਦੇ ਉੱਤੇ, ਦੋ ਯਾਮੀ ਸਰਫੇਸ ਦੇ ਉੱਤੇ ਵਿਚਾਰ ਕਰਦੇ ਹਾਂ। ਇਹ ਮੰਨ ਲਓ ਕਿ ਦੋ ਕੋਆਰਡੀਨੇਟ ਸਿਸਟਮਾਂ ਦੇ ਓਰੀਜਨ ਇੱਕੋ ਬਿੰਦੂ ਤੇ ਹੈ, ਪਰ ਇਹ ਕਿ ਐਕਸ ਪ੍ਰਾਈਮ ਵਾਈ ਪ੍ਰਾਈਮ ਐਕਸਿਸ ਪ੍ਰਾਈਮ ਤੁਰੇ ਹੈ ਜਿਵੇਂ, ਤੇ ਅਨਪ੍ਰਾਈਮਡ ਤੁਰੇ ਜਿਹੜੇ ਐਕਸ ਪ੍ਰਾਈਮ ਤੇ ਐਕਸ ਤੇ ਵਾਈ, ਇਹਨਾਂ ਦੇ ਸੰਬੰਧ ਵਿੱਚ ਇਹ ਇੱਕ ਸਥਿਰ ਕੋਣ ਦੁਆਰਾ ਘੜੀ ਦੀ ਉਲਟ ਦਿਸ਼ਾ ਦੇ ਵਿੱਚ ਘੁੰਮਦੇ ਆ। ਤਾਂ ਇਸ ਉਦਾਹਰਨ ਵਿੱਚ ਕੋਈ ਸਮਾਂ ਐਕਸੈਸ ਨਹੀਂ ਹੁੰਦਾ ਅਤੇ ਕੋਈ ਚੱਲਦੇ ਨਿਰੀਖਕ ਵੀ ਨਹੀਂ ਹੈਗੇ। ਤੇ ਹਾਈ ਸਕੂਲ ਜਿਓਮੈਟਰੀ ਦਾ ਸਿਰਫ ਆਮ ਯੂਕਲਿਡੀਅਨ ਜਹਾਜ਼ ਹੈ ਇਹ। ਤਾਂ ਡਾਇਗਰਾਮ 1.10 ਤੁਹਾਨੂੰ ਇਹ ਤਸਵੀਰ ਦੇਗਾ। ਆਓ 1.10 ਵਾਲੇ ਡਾਇਗਰਾਮ ਤੇ ਚੱਲਦੇ ਹਾਂ। ਤਾਂ ਇਹ ਇੱਕ ਆਮ ਯੂਕਲਿਡੀਅਨ ਜਿਓਮੈਟਰੀ ਹੈ ਇੱਥੇ, ਜਿਸ ਵਿੱਚ ਇੱਕ ਪੁਆਇੰਟ ਹੈ ਪੀ। ਇਹਦੇ ਵਿੱਚ ਐਕਸੈਸ ਕਮਾਏ ਗਏ ਨੇ, ਜੋ ਪੀ ਪੁਆਇੰਟ ਉਹੀ ਹੈ ਤੇ ਸਿਰਫ ਵਾਈ ਐਕਸ ਤੇ ਵਾਈ
ਜਿਹੜੇ ਐਕਸਿਸ ਆ ਇਹਨਾਂ ਨੂੰ ਐਕਸ ਪ੍ਰਾਈਮ ਤੇ ਵਾਈ ਐਕਸਿਸ ਬਣਾਇਆ ਗਿਆ ਤੇ ਇਸ ਦੇ ਵਿੱਚ ਐਕਸ ਪ੍ਰਾਈਮ ਇੱਥੇ ਇਹ ਬਣ ਜਾਂਦਾ ਕਿ ਇਸ ਦੇ ਹਿਸਾਬ ਨਾਲ ਐਕਸ ਪ੍ਰਾਈਮ ਇੱਧਰ ਨੂੰ ਹੋਏਗਾ, ਵਾਈ ਪ੍ਰਾਈਮ ਉੱਪਰ ਨੂੰ ਹੋਏਗਾ। ਇਹ 'ਚ ਟਾਈਮ ਨਹੀਂ ਹੈਗਾ, ਐਕਸ ਤੇ ਵਾਈ ਦੋ ਸਿੰਪਲੀ ਜਿਓਮੈਟਰੀ ਹੈ ਇਹ ਦੋ। ਇਹ ਪੁਆਇੰਟ ਆ ਜਿਹੜਾ ਦੇਖੋ ਪੀ, ਇਸ ਦੇ ਐਕਸ ਵਾਈ ਵਾਲੇ ਵਿੱਚ ਇਸ ਦਾ ਜਿਹੜਾ ਕੋਆਰਡੀਨੇਟ ਐਕਸ ਵਾਈ ਹੈ ਤੇ ਦੂਜੇ ਵਿੱਚ ਇਹ ਐਕਸ ਪ੍ਰਾਈਮ ਤੇ ਵਾਈ ਪ੍ਰਾਈਮ ਨੇ। ਇਸ ਵਿੱਚ ਟੀ ਨਹੀਂ ਹੈਗਾ, ਨਾ ਕੋਈ ਹੋਰ ਆਬਜ਼ਰਵਰ ਹੈ, ਸਿਰਫ ਉਹਦਾ ਐਕਸਸ ਘੁਮਾਇਆ ਗਿਆ। ਤਾਂ ਇਸ ਸਪੇਸ ਦੇ ਵਿੱਚ ਇੱਕ ਮਨ ਚਾਹੇ ਬਿੰਦੂ ਪੀ ਤੇ ਵਿਚਾਰ ਕਰੋ। ਦੋ ਕੋਆਰਡੀਨੇਟ ਸਿਸਟਮ ਪੀ ਨੂੰ ਇੱਕੋ ਜਿਹੇ ਕੋਆਰਡੀਨੇਟ ਮੁੱਲ ਨਿਰਧਾਰਿਤ ਨਹੀਂ ਕਰਦੇ। ਉਹਦੀ ਦੋ ਕੋਆਰਡੀਨੇਟ ਸਿਸਟਮ ਪੀ ਨੂੰ ਇੱਕੋ ਜਿਹੇ ਕੋਆਰਡੀਨੇਟ ਮੁੱਲ ਨਿਰਧਾਰਿਤ ਨਹੀਂ ਕਰਦੇ, ਦੋਹਾਂ ਦਾ ਮੁੱਲ ਅਲੱਗ-ਅਲੱਗ ਹੈ। ਸਪਸ਼ਟ ਤੌਰ ਤੇ ਇਸ ਬਿੰਦੂ ਦੇ ਐਕਸ ਅਤੇ ਵਾਈ, ਐਕਸ ਵਾਈ ਅਤੇ ਵਾਈ ਪ੍ਰਾਈਮ ਦੇ ਸਮਾਨ ਸੰਖਿਆਵਾਂ ਨਹੀਂ ਹਨ, ਭਾਵੇਂ ਕਿ ਕੋਆਰਡੀਨੇਟ ਦੇ ਦੋਵੇਂ ਸੈੱਟ ਇੱਕੋ ਬਿੰਦੂ ਪੀ ਨੂੰ ਦਰਸਾਉਂਦੇ ਆ। ਸਿਰਫ ਉਹਨਾਂ ਦੇ ਜਿਹੜੇ ਐਕਸ ਤੇ ਵਾਈ ਦੇ ਮੁੱਲ ਨੇ ਉਹ ਫਿਰ ਵੀ ਡਿਫਰੈਂਟ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤਾਂ ਸਪੇਸ ਦੇ ਵਿੱਚ ਅਸੀਂ ਕਹਾਂਗਾ ਕਿ ਜਿਹੜੇ ਕੋਆਰਡੀਨੇਟ ਨੇ ਇਹ ਇਨਵੇਰੀਐਂਟ ਨਹੀਂ ਹਨ, ਕਿਉਂਕਿ ਇੱਥੇ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਪੀ ਦੇ ਕੋਆਰਡੀਨੇਟ ਐਕਸ ਤੇ ਵਾਈ ਇਹ ਨੇ, ਜਿਹੜਾ ਵੱਡਾ ਸਾਰਾ ਐਕਸ ਹੈ ਬਿਨਾ ਪ੍ਰਾਈਮ ਵਾਲਾ, ਤੇ ਵਾਈ ਵਾਲੇ ਵਰਟੀਕਲ ਇਹ ਵੱਡਾ ਹੈ, ਵਾਈ ਕਿੰਨਾ ਵੱਡਾ, ਐਕਸ ਕਿੰਨਾ ਛੋਟਾ ਹੈ। ਤੇ ਜਿਹੜੇ ਦੂਜੇ ਵਿੱਚ ਐਕਸ ਪ੍ਰਾਈਮ ਤੇ ਵਾਈ ਪ੍ਰਾਈਮ ਬਰਾਬਰ ਹੈ, ਜਿਵੇਂ ਆਲਮੋਸਟ ਬਰਾਬਰ ਲੱਗ ਰਹੇ ਨੇ ਦੇਖਣ ਨੂੰ। ਇਹ ਹੋਰ ਹੈ, ਐਕਸ ਪ੍ਰਾਈਮ ਹੋਰ ਹੈ, ਇੱਥੇ ਐਕਸ ਹੋਰ ਹੈ, ਵਾਈ ਹੋਰ ਹੈ, ਇੱਥੇ ਵਾਈ ਪ੍ਰਾਈਮ ਹੋਰ ਹੈ। ਇਹਨਾਂ 'ਚ ਡਿਫਰੈਂਸ ਹੈ ਲੇਕਿਨ ਪੁਆਇੰਟ ਸੇਮ ਹੈ, ਸਿਰਫ ਇਸਦੇ ਐਕਸਸ ਘੁਮਾਏ ਗਏ ਨੇ। ਤੇ ਹਾਲਾਂਕਿ ਇੱਥੇ ਇੱਕ ਵਿਸ਼ੇਸ਼ਤਾ ਇਹ ਹੈ ਕਿ ਜੋ ਇੱਕੋ ਹੀ ਹੈ ਕਿ ਭਾਵੇਂ ਤੁਸੀਂ ਇਸ ਨੂੰ ਪ੍ਰਾਈਮ ਜਾਂ ਅਨਪ੍ਰਾਈਮ ਕੋਆਰਡੀਨੇਟ ਵਿੱਚ ਗਿਣਦੇ ਹੋ, ਮੂਲ ਤੋਂ ਪੀ ਦੀ ਦੂਰੀ ਬਰਾਬਰ ਹੈ। ਜਿਵੇਂ ਪੀ ਦੀ ਜਿਹੜੀ ਉਹ 0 ਤੋਂ ਜਿਹੜੀ ਦੂਰੀ ਆ ਉਹ ਉਹੀ ਰਹਿੰਦੀ ਹੈ, ਉਹ ਨਹੀਂ ਚੇਂਜ ਹੁੰਦੀ, ਸਿਰਫ ਐਕਸਸ ਹੀ ਘੁਮਾਏ ਗਏ ਨੇ। ਤਾਂ ਇਹ ਦੂਰੀ ਹਰ ਕੋਆਰਡੀਨੇਟ ਸਿਸਟਮ ਦੇ ਵਿੱਚ ਇੱਕੋ ਜਿਹੀ ਹੁੰਦੀ ਹੈ, ਭਾਵੇਂ ਇਹ ਕਿਸ ਤਰ੍ਹਾਂ ਦੀ ਦਿਸ਼ਾ ਵਿੱਚ ਵੀ ਹੋਵੇ। ਤਾਂ ਇਹਦੇ ਵਿੱਚ ਕੋਆਰਡੀਨੇਟ ਘੁਮਾਉਣ ਨਾਲ ਕੋਈ ਦੂਰੀ ਨੂੰ ਫਰਕ ਨਹੀਂ ਪੈਂਦਾ। ਤਾਂ ਦੂਰੀ ਦੇ ਵਰਗ ਦੇ ਲਈ ਵੀ ਇਹੀ ਸੱਚ ਹੁੰਦਾ ਕਿ ਦੂਰੀ ਦਾ ਜਿਹੜਾ ਸਕੇਅਰ ਹੁੰਦਾ ਉਹੀ ਰਹਿੰਦਾ। ਕਿ ਅਨਪ੍ਰਾਈਮਡ ਕੋਆਰਡੀਨੇਟਾਂ ਦੇ ਵਿੱਚ ਇਸ ਦੂਰੀ ਦੀ ਗਣਨਾ ਕਰਨ ਦੇ ਲਈ ਅਸੀਂ ਦੂਰੀ ਦਾ ਸਕੇਅਰ ਪ੍ਰਾਪਤ ਕਰਨ ਦੇ ਲਈ ਪਾਈਥਾਗੋਰਸ ਥਿਊਰਮ ਯੂਜ਼ ਕਰ ਸਕਦੇ ਹਾਂ। ਡੀ ਸਕੇਅਰ ਇਜ਼ ਇਕੁਅਲ ਟੂ ਐਕਸ ਸਕੇਅਰ ਪਲੱਸ ਵਾਈ ਸਕੇਅਰ ਦੀ ਵਰਤੋਂ ਕਰ ਸਕਦੇ ਹਾਂ ਅਸੀਂ। ਜੇਕਰ ਅਸੀਂ ਇਸ ਦੀ ਬਜਾਏ ਪ੍ਰਾਈਮਡ ਕੋਆਰਡੀਨੇਟ ਦੀ ਵਰਤੋਂ ਕਰਦੇ ਹਾਂ ਤਾਂ ਉਹ ਵੀ ਉਹੀ ਦੂਰੀ ਰਹੇਗੀ, ਐਕਸ ਪ੍ਰਾਈਮ ਸਕੇਅਰ ਪਲੱਸ ਵਾਈ ਪ੍ਰਾਈਮ ਸਕੇਅਰ ਵੀ ਉਹੀ ਸੇਮ ਰਹਿਣੀ ਚਾਹੀਦੀ ਹੈ, ਤਾਂ ਉਸ ਦੇ ਦੁਆਰਾ ਦਿੱਤੀ ਜਾਏਗੀ। ਜਿਵੇਂ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਇਸ ਤਸਵੀਰ ਦੇ ਵਿੱਚ ਹੈ ਕਿ ਇਸ ਵਿੱਚ ਜਿਹੜੀ ਆਹ ਦੂਰੀ ਆ ਉਹ ਸੇਮ ਰਹਿੰਦੀ, ਜਿਹੜੀ ਇਹਦੀ ਇਹ ਐਕਸ ਪ੍ਰਾਈਮ ਤੇ ਵਾਈ ਪ੍ਰਾਈਮ ਸਕੇਅਰ ਦੇ ਇਸੇ ਦੇ ਬਰਾਬਰ ਆਏਗੀ। ਇਹ ਐਕਸ ਪ੍ਰਾਈਮ ਸਕੇਅਰ ਪਲੱਸ ਵਾਈ ਪ੍ਰਾਈਮ ਸਕੇਅਰ, ਜਿਹੜੀ ਆਹ ਵਾਲੀ ਦੂਰੀ ਹੈ ਇੱਥੇ ਬਣਾਈ ਨਹੀਂ ਗਈ। ਤੇ ਦੂਜੀ ਇਸ ਦਾ ਐਕਸ ਦਾ ਸਕੇਅਰ ਤੇ ਪਲੱਸ ਵਾਈ ਦਾ ਸਕੇਅਰ ਇਹ ਵੀ ਇੰਨਾ ਹੀ ਬਣਦਾ, ਇਹ ਵੀ ਇੰਨੀ, ਕਿਉਂਕਿ ਉਹ ਤੇ ਪੀ ਦੀ ਦੂਰੀ ਤਾਂ ਬਰਾਬਰ ਰਹਿੰਦੀ ਹੈ। ਤਾਂ ਕਰਕੇ ਇਸ ਦੇ ਲਈ ਇਸ ਤੋਂ ਪਤਾ ਚੱਲਦਾ ਕਿ ਐਕਸ ਸਕੇਅਰ ਪਲੱਸ ਵਾਈ ਸਕੇਅਰ ਇਜ਼ ਇਕੁਅਲ ਟੂ ਐਕਸ ਪ੍ਰਾਈਮ ਸਕੇਅਰ ਪਲੱਸ ਵਾਈ ਪ੍ਰਾਈਮ ਸਕੇਅਰ, ਇਹ ਬਰਾਬਰ ਹੈ। ਹਾਂ, ਇਹ ਤਾਂ ਦੋਨਾਂ ਸਪੇਸ ਦੇ ਕੋਆਰਡੀਨੇਟ ਦੋਨੋਂ ਬਰਾਬਰ, ਸਪੇਸ ਦੀ ਜਿਹੜੀ ਕੋਆਰਡੀਨੇਟਾਂ ਦਾ ਸਕੇਅਰ ਆ ਦੋਵਾਂ ਦਾ, ਉਹ ਦੋਵਾਂ ਦਾ ਜੋੜ ਬਰਾਬਰ ਹੈ। ਤਾਂ ਦੂਜੇ ਸ਼ਬਦਾਂ ਦੇ ਵਿੱਚ ਇੱਕ ਆਰਬਿਟਰਰੀ ਬਿੰਦੂ ਪੀ ਦੇ ਲਈ ਮਾਤਰਾ ਐਕਸ ਸਕੇਅਰ ਪਲੱਸ ਵਾਈ ਸਕੇਅਰ ਤਾਂ ਇਨਵੇਰੀਐਂਟ ਹੁੰਦੀ ਹੈ, ਯਾਨੀ ਕਿ ਸਥਿਰ ਰਹਿੰਦੀ ਹੈ। ਤਾਂ ਇਨਵੇਰੀਐਂਟ ਦਾ ਮਤਲਬ ਹੈ ਕਿ ਇਸ ਗੱਲ 'ਤੇ ਨਿਰਭਰ ਨਹੀਂ ਕਰਦਾ ਕਿ ਤੁਸੀਂ ਇਸ ਨੂੰ ਕੰਮ ਕਰਨ ਲਈ ਕਿਸ ਕੋਆਰਡੀਨੇਟ ਸਿਸਟਮ ਦੀ ਵਰਤੋਂ ਕਰਦੇ ਹੋ। ਇਨਵੇਰੀਐਂਟ ਦਾ ਮਤਲਬ ਹੈ ਕਿ ਤੁਸੀਂ ਜਿਹੜੇ ਕੋਆਰਡੀਨੇਟ ਸਿਸਟਮ ਤੁਸੀਂ ਜਿਹੜਾ ਮਰਜ਼ੀ ਲਓ, ਨਾ ਉਸਨੂੰ ਉਸਦੀ ਵੈਲਿਊ ਨੂੰ ਕੋਈ ਫਰਕ ਨਹੀਂ ਪਏਗਾ, ਤਾਂ ਤੁਹਾਨੂੰ ਉਹੀ ਜਵਾਬ ਮਿਲਦਾ ਭਾਵੇਂ ਕੁਝ ਵੀ ਹੋਵੇ। ਤਾਂ ਯੂਕਲਿਡੀਅਨ ਜਿਓਮੈਟਰੀ ਦੇ ਵਿੱਚ ਸਮਕੋਣ ਤਿਕੋਣਾਂ ਦੇ ਬਾਰੇ ਇੱਕ ਤੱਥ ਇਹ ਹੈ ਕਿ ਹਾਈਪੋਟੋਨਸ ਆ ਜਿਹੜਾ, ਇਹ ਆਮ ਤੌਰ 'ਤੇ ਕਿਸੇ ਵੀ ਸਾਈਡ ਤੋਂ ਵੱਡਾ ਹੁੰਦਾ। ਇਹ ਇੱਕ ਆਮ ਗੱਲ ਹੈ ਕਿ ਜਿਹੜਾ ਕਰਨ ਹੁੰਦਾ ਉਹਦਾ ਤਿਕੋਣ ਦਾ, ਉਹ ਆਮ ਸਾਈਡ ਤੋਂ ਵੱਡਾ ਹੁੰਦਾ ਦੋਨਾਂ ਤੋਂ, ਜਦੋਂ ਤੱਕ ਕਿ ਸਾਈਡ 0 ਨਾ ਹੋਵੇ। ਕਿਉਂਕਿ ਜਦੋਂ ਇੱਕ ਸਾਈਡ 0 ਹੁੰਦੀ ਹੈ ਤਾਂ ਫਿਰ ਉਹ ਦੂਜੀ ਸਾਈਡ ਦੇ ਬਰਾਬਰ ਹੀ ਹੋ ਜਾਂਦਾ। ਤਾਂ ਇਹ ਸਾਨੂੰ ਦੱਸਦਾ ਕਿ ਦੂਰੀ ਡੀ ਹੈ ਜਿਹੜੀ, ਇਹ ਘੱਟੋ ਘੱਟ ਜਾਂ ਤਾਂ ਐਕਸ ਜਿੰਨੀ ਵੱਡੀ ਹੋਏਗੀ ਜਾਂ ਵਾਈ ਜਿੰਨੀ ਵੱਡੀ ਹੋਏਗੀ, ਘੱਟੋ ਘੱਟ ਮਿਨੀਮਮ।
ਜਾਂ ਫਿਰ ਦੋਨਾਂ ਤੋਂ ਵੱਡੀ ਤਾਂ ਹੁੰਦੀ ਓ ਹੈ। ਤਾਂ ਇਸ ਨੂੰ ਅੱਗੇ ਅਸੀਂ ਹੋਰ ਉਸੇ ਦਲੀਲ ਦੁਆਰਾ ਇਹ ਘੱਟੋ ਘੱਟ ਐਕਸ ਪ੍ਰਾਈਮ ਜਾਂ ਵਾਈ ਪ੍ਰਾਈਮ ਤੋਂ ਵੀ ਵੱਡੀ ਹੋਏਗੀ ਉਸੇ ਤਰ੍ਹਾਂ ਸੇਮ। ਤੇ ਉਹਦੇ ਵਿੱਚ ਵੀ ਉਹ ਸੇਮ ਉਸਦੀ ਜਿਹੜੀ ਦੋਨਾਂ ਸਕੇਅਰ ਤਾਂ ਬਰਾਬਰ ਉਹ ਵੀ ਟਰੰਗਲਾਂ ਉਵੇਂ ਹੀ ਉਸੇ ਤਰ੍ਹਾਂ ਦੀਆਂ ਨੇ। ਤਾਂ ਰਿਲੇਟਿਵਿਟੀ ਦੇ ਵੱਲ ਮੁੜਦੇ ਹੋਏ ਟਵਿਨ ਪੈਰਾਡਾਕਸ ਦੀ ਸਾਡੀ ਚਰਚਾ ਦੇ ਵਿੱਚ ਕੁਝ ਅਜਿਹਾ ਸ਼ਾਮਲ ਹੁੰਦਾ ਜੋ ਇੱਕ ਸਮਕੋਣ ਤਿਕੋਣ ਦੇ ਵਾਂਗ ਦਿਖਾਈ ਦਿੰਦਾ। ਤਾਂ ਚਿੱਤਰ 1.8 ਤੇ ਫਿਰ ਵਾਪਸ ਜਾਂਦੇ ਹਾਂ ਤੇ ਤਿੰਨ ਕਾਲੇ ਬਿੰਦੂਆਂ ਨੂੰ ਜੋੜਨ ਵਾਲੀਆਂ ਰੇਖਾਵਾਂ ਤੋਂ ਬਣੇ ਤਿਕੋਣ ਤੇ ਵਿਚਾਰ ਕਰਦੇ ਹਾਂ। ਉਹ ਪਹਿਲਾਂ ਚਿੱਤਰ 1.8 ਤੇ ਪਹੁੰਚੀਏ। 1.10 ਹੈ, ਇਹ 9 ਹੈ, ਇੱਧਰ ਹੀ ਆ ਗਿਆ 1.8। ਇਸ ਵਿੱਚ ਡੈਸ਼ ਲਾਈਨ ਰਾਹੀਂ ਦੋ ਤਿਕੋਣਾ ਉੱਪਰ ਤੇ ਥੱਲੇ ਜਿਵੇਂ ਡਿਵਾਈਡ ਕੀਤੀਆਂ ਗਈਆਂ ਨੇ। ਤੇ ਇਸ ਨੂੰ ਪੜ੍ਹਦੇ ਹਾਂ ਕਿ ਇਸ ਤੇ ਵਾਪਸ ਜਾਓ ਅਤੇ ਤਿੰਨ ਕਾਲੇ ਬਿੰਦੂਆਂ ਨੂੰ ਜੋੜਨ ਵਾਲੀਆਂ ਰੇਖਾਵਾਂ ਤੋਂ ਬਣੇ ਤਿਕੋਣ ਤੇ ਉੱਤੇ ਵਿਚਾਰ ਕਰਦੇ ਹਾਂ। ਹੌਰੀਜ਼ੌਂਟਲ ਡੈਸ਼ ਲਾਈਨ ਲੈਨੀ ਦੀ ਵਰਟੀਕਲ ਵਰਡ ਲਾਈਨ ਦਾ ਪਹਿਲਾ ਅੱਧ ਅਤੇ ਆਰਟ ਦੇ ਸਫ਼ਰ ਦੇ ਪਹਿਲੇ ਪੜਾਅ ਦੁਆਰਾ ਬਣਾਇਆ ਗਿਆ ਹੈਪੋਟੋਨਸ ਹੈ। ਤਾਂ ਅਸੀਂ ਉਹਨਾਂ ਵਿਚਕਾਰ ਇੱਕ ਸਪੇਸ ਟਾਈਮ ਦੂਰੀ ਨੂੰ ਪਰਿਭਾਸ਼ਿਤ ਕਰਨ ਦੇ ਲਈ ਦੋ ਬਾਅਦ ਵਾਲੇ ਬਿੰਦੂਆਂ ਦੇ ਵਿਚਕਾਰ ਡੈਸ਼ਡ ਲਾਈਨ ਦੂਰੀ ਬਾਰੇ ਸੋਚ ਸਕਦੇ ਹਾਂ। ਤਾਂ ਤਿਕੋਣ ਦੇ ਲੈਨੀ ਦੇ ਮਾਮਲੇ ਦੇ ਲੈਨੀ ਦੇ ਪਾਸੇ ਦੇ ਸਮੇਂ ਨੂੰ ਸਪੇਸ ਟਾਈਮ ਦੂਰੀ ਵਜੋਂ ਮੰਨਿਆ ਜਾ ਸਕਦਾ ਕਿ ਤਿਕੋਣ ਦੇ ਵਿੱਚ ਜੋ ਲੈਨੀ ਵਾਲੀ ਸਾਈਡ ਦੀ ਸਪੇਸ ਟਾਈਮ ਦੂਰੀ ਇਸ ਨੂੰ ਮੰਨਿਆ ਜਾ ਸਕਦਾ। ਇਸ ਵਿੱਚ ਜਿਵੇਂ ਇਸ ਤਿਕੋਣ ਦੇ ਵਿੱਚ ਇਹ ਵਾਲੀ ਜਿਹੜੀ ਦੂਰੀ ਹੈ ਇਹ ਇੱਧਰ ਵਾਲੀ ਸਾਈਡ ਆ ਜਿਹੜੀ ਇਹ ਲੈਨੀ ਵਾਲੇ ਪਾਸੇ ਹੈ ਤੇ ਇੱਧਰ ਆਰਟ ਵਾਲੇ ਪਾਸੇ ਇਹ ਵਾਲੀ ਸਾਈਡ ਆ। ਇਹ ਜਿਹੜਾ ਕਿ ਗਤੀਸ਼ੀਲ ਆ ਟੀ ਪ੍ਰਾਈਮ ਤੇ ਐਕਸ ਪ੍ਰਾਈਮ ਇਸ ਦੇ ਕੋਆਰਡੀਨੇਟ ਹੈ। ਤਾਂ ਇਸ ਦੀ ਲੰਬਾਈ ਹੈ ਜਿਹੜੀ ਇਹ 1/1 - 1 ਹੁੰਦੀ ਹੈ। ਜਿਵੇਂ ਅਸੀਂ ਦੇਖਿਆ ਕਿ ਟੀ ਦੀ ਜਗ੍ਹਾ ਇਹ ਟੀ ਤੋਂ ਘੱਟ ਹੁੰਦੀ ਹੈ ਥੋੜ੍ਹੀ ਜਿਹੀ 1 - ਹੁੰਦੀ ਹੈ। ਅਤੇ ਅੰਤ ਵਿੱਚ ਆਰਟ ਦੀ ਯਾਤਰਾ ਦੇ ਪਹਿਲੇ ਅੱਧੇ ਦੌਰਾਨ ਜੋ ਸਮਾਂ ਟਿਕਿਆ ਹੋਇਆ ਉਹ ਹਾਈਪੋਟਨਸ ਦੇ ਸਪੇਸ ਟਾਈਮ ਦੀ ਲੰਬਾਈ ਹੈ। ਤਾਂ ਆਰਟ ਦੀ ਯਾਤਰਾ ਦੇ ਪਹਿਲੇ ਅੱਧੇ ਦੌਰਾਨ ਜੋ ਸਮਾਂ ਟਿਕਿਆ ਹੋਇਆ ਹੈ ਉਹ ਹਾਈਪੋਟਨਸ ਦੀ ਸਪੇਸ ਟਾਈਮ ਲੰਬਾਈ ਹੈ। ਪਰ ਇੱਕ ਪਲ ਦਾ ਨਿਰੀਖਣ ਕਰਨ ਕੁਝ ਅਸਧਾਰਨ ਦਿਖਾਉਂਦਾ। ਵਰਟੀਕਲ ਲੈਗ ਆ ਜਿਹੜੀ ਹਾਈਪੋਟਨਸ ਨਾਲੋਂ ਲੰਬੀ ਹੁੰਦੀ ਹੈ। ਇਸ ਕਰਕੇ ਲੈਨੀ ਕੋਲ ਦਾੜੀ ਵਧਾਉਣ ਦਾ ਸਮਾਂ ਹੁੰਦਾ ਜਦੋਂ ਕਿ ਆਰਟ ਘੱਟ ਉਮਰ ਦਾ ਹੀ ਰਿਹਾ। ਇਹ ਤੁਰੰਤ ਸਾਨੂੰ ਦੱਸਦਾ ਹੈ ਕਿ ਮਿੰਕੋਵਸਕੀ ਸਪੇਸ ਯੂਕਲਿਡਨ ਸਪੇਸ ਦੇ ਸਮਾਨ ਕਾਨੂੰਨਾਂ ਦੁਆਰਾ ਨਿਯੰਤਰਣ ਨਹੀਂ ਹੈਗੀ। ਜਿਵੇਂ ਅਸੀਂ ਇੱਥੇ ਪਹਿਲਾਂ ਵੀ ਦੇਖਿਆ ਕਿ ਇਹ ਵਾਲੀ ਜਿਹੜੀ ਇਹ ਟੀ ਹੈ ਜੋ ਇਹ ਘੱਟ ਹੈ ਇਸ ਤੋਂ, ਯਾਨੀ ਕਿ ਟੀ ਪ੍ਰਾਈਮ ਹੈ ਜਿਹੜਾ ਟੀ ਤੋਂ ਘੱਟ ਹੈ, ਟੀ ਜ਼ਿਆਦਾ ਹੈ। ਤਾਂ ਕਰਕੇ ਇੱਥੇ ਇਸ ਹਾਈਪੋਟਨਸ ਤੋਂ ਹਾਈਪੋਟਨਸ ਹੈ ਜਿਹੜਾ ਇਸ ਦੀ ਸਾਈਡ ਤੋਂ ਜ਼ਿਆਦਾ ਲੰਬਾ ਹੈ। ਹਾਈਪੋਟਨਸ ਸਾਈਡ ਤੋਂ ਛੋਟਾ ਹੈ ਜਦ ਕਿ ਤਿਕੋਣ ਦੇ ਵਿੱਚ ਆਮ ਤੌਰ 'ਤੇ ਹਾਈਪੋਟਨਸ ਹਮੇਸ਼ਾ ਉਸ ਤੋਂ ਲੰਬਾ ਹੁੰਦਾ ਜਾਂ ਉਸ ਦੇ ਬਰਾਬਰ ਹੁੰਦਾ। ਤਾਂ ਅਸੀਂ ਜਾਣਦੇ ਹਾਂ ਕਿ ਓਰੀਜਨ ਤੋਂ ਇੱਕ ਨਿਸ਼ਚਿਤ ਬਿੰਦੂ ਪੀ ਤੱਕ ਦੀ ਦੂਰੀ ਦਾ ਸਕੇਅਰ ਆ ਜਿਹੜਾ ਇਹ ਯੂਕਲਿਡਨ ਕੋਆਰਡੀਨੇਟਾਂ ਦੇ ਸਧਾਰਨ ਰੋਟੇਸ਼ਨਾਂ ਦੇ ਅਧੀਨ ਬਦਲਦਾ ਹੁੰਦਾ ਹੈ। ਤਾਂ ਪੀ ਤੱਕ ਦੀ ਦੂਰੀ ਦਾ ਜਿਹੜਾ ਸਕੇਅਰ ਹੈ ਯੂਕਲਿਡਨ ਕੋਆਰਡੀਨੇਟ ਦੇ ਸਧਾਰਨ ਰੋਟੇਸ਼ਨਾਂ ਦੇ ਅਧੀਨ ਚੇਂਜ ਹੋ ਜਾਂਦਾ। ਤਾਂ ਇੱਕ ਸਮਾਨ ਜਾਂ ਮਾਤਰਾ ਸੰਭਵ ਤੌਰ ਤੇ ਟੀ ਸਕੇਅਰ ਪਲੱਸ ਐਕਸ ਸਕੇਅਰ ਹੈ ਜੋ ਇਹ ਲਾਰੈਂਸ ਪਰਿਵਰਤਨ ਦੇ ਅਧੀਨ ਬਦਲ ਸਕਦੀ ਹੈ। ਕੀ ਇਹ ਟੀ ਸਕੇਅਰ ਪਲੱਸ ਐਕਸ ਸਕੇਅਰ ਲਾਰੈਂਸ ਟਰਾਂਸਫਰਮੇਸ਼ਨ ਦੇ ਅਧੀਨ ਚੇਂਜ ਹੋ ਸਕਦੀ ਹੈ। ਆਓ ਇਸ ਨੂੰ ਅਜਮਾਈਏ। ਇੱਕ ਸਪੇਸ ਟਾਈਮ ਚਿੱਤਰ ਵਿੱਚ ਇੱਕ ਆਰਬਿਟਰੇਰੀ ਬਿੰਦੂ ਪੀ ਤੇ ਵਿਚਾਰ ਕਰੋ। ਤੇ ਅਸੀਂ ਦੂਜੇ ਡਾਇਗਰਾਮ ਤੇ ਚੱਲਦੇ ਹਾਂ 1.11 ਵਾਲੀ ਤੇ 1.10 ਵਾਲੇ ਤੇ ਇੱਥੇ ਪੀ ਬਿੰਦੂ ਤੇ ਅਸੀਂ ਵਿਚਾਰ ਕਰ ਰਹੇ ਹਾਂ।
ਤਾਂ ਇਸ ਬਿੰਦੂ ਨੂੰ ਇੱਕ ਟੀ ਮੁੱਲ ਅਤੇ ਇੱਕ ਐਕਸ ਮੁੱਲ ਦੇ ਦੁਆਰਾ ਦਰਸਾਇਆ ਗਿਆ। ਤੇ ਕੁਝ ਗਤੀਸ਼ੀਲ ਰੈਫਰੈਂਸ ਫਰੇਮ ਦੇ ਵਿੱਚ ਇਹ ਟੀ ਪ੍ਰਾਈਮ ਤੇ ਐਕਸ ਪ੍ਰਾਈਮ ਦੁਆਰਾ ਵੀ ਦਰਸਾਇਆ ਗਿਆ। ਤਾਂ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਕੋਆਰਡੀਨੇਟਾਂ ਦੇ ਇਹ ਦੋ ਸੈੱਟ ਲਾਰੈਂਸ ਪਰਿਵਰਤਨ ਦੁਆਰਾ ਸੰਬੰਧਿਤ ਹੁੰਦੇ ਹਨ। ਆਓ ਦੇਖੀਏ ਕਿ ਕੀ ਸਾਡਾ ਅਨੁਮਾਨ ਟੀ ਪ੍ਰਾਈਮ ਸਕੇਅਰ ਪਲੱਸ ਐਕਸ ਪ੍ਰਾਈਮ ਸਕੇਅਰ ਇਹ ਟੀ ਸਕੇਅਰ ਪਲੱਸ ਐਕਸ ਪ੍ਰਾਈਮ ਟੀ ਸਕੇਅਰ ਪਲੱਸ ਐਕਸ ਸਕੇਅਰ ਦੇ ਬਰਾਬਰ ਹੈ ਜਾਂ ਨਹੀਂ। ਇਹ ਸਹੀ ਹੈ। ਤਾਂ ਟੀ ਪ੍ਰਾਈਮ ਅਤੇ ਐਕਸ ਪ੍ਰਾਈਮ ਨੂੰ ਬਦਲਣ ਦੇ ਲਈ ਲਾਰੈਂਸ ਪਰਿਵਰਤਨ ਇਕੁਏਸ਼ਨਾਂ 1.19 ਤੇ 1.20 ਉੱਪਰ ਲਿਖੀਆਂ ਗਈਆਂ ਨੇ। ਇਹਨਾਂ ਦੀ ਵਰਤੋਂ ਕਰਦੇ ਹੋਏ ਸਾਡੇ ਕੋਲ ਇਹ ਹੁੰਦਾ ਟੀ ਪ੍ਰਾਈਮ ਸਕੇਅਰ ਹੈ ਜੋ ਇਹ ਇੱਥੋਂ ਅਸੀਂ ਲੈਂਦੇ ਹਾਂ ਟੀ ਪ੍ਰਾਈਮ ਦਾ ਸਕੇਅਰ, ਇੱਧਰ ਟੀ ਮਾਈਨਸ ਵੀ ਐਕਸ ਦਾ ਸਕੇਅਰ ਕਰਦੇ ਹਾਂ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਰਹਿ ਜਾਂਦਾ, ਅੰਡਰ ਰੂਟ ਹਟ ਜਾਂਦਾ। ਅਤੇ ਦੂਜਾ ਜਿਹੜਾ ਐਕਸ ਸਕੇਅਰ ਹੈ ਐਕਸ ਪ੍ਰਾਈਮ ਸਕੇਅਰ ਅਸੀਂ ਇੱਥੋਂ ਲੈਂਦੇ ਹਾਂ ਇਸਦਾ 1 ਇੱਧਰ ਕਰਦੇ ਹਾਂ ਅਸੀਂ 1.19 ਵਾਲੀ ਵਿੱਚੋਂ ਐਕਸ ਪ੍ਰਾਈਮ ਦਾ ਸਕੇਅਰ ਲੈਂਦੇ ਹਾਂ ਐਕਸ ਮਾਈਨਸ ਵੀ ਟੀ ਦਾ ਸਕੇਅਰ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਦੇ ਅੰਡਰ ਰੂਟ ਦਾ ਸਕੇਅਰ ਹਟ ਕੇ 1 ਮਾਈਨਸ ਵੀ ਸਕੇਅਰ ਰਹਿ ਜਾਂਦਾ। ਤਾਂ ਇਹ ਟੀ ਪ੍ਰਾਈਮ ਸਕੇਅਰ ਪਲੱਸ ਐਕਸ ਪ੍ਰਾਈਮ ਸਕੇਅਰ ਸਾਡੇ ਕੋਲ ਇਹ ਵੈਲਿਊ ਆ ਜਾਂਦੀ ਹੈ ਟੀ ਮਾਈਨਸ ਵੀ ਐਕਸ ਦਾ ਸਕੇਅਰ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਪਲੱਸ ਐਕਸ ਮਾਈਨਸ ਵੀ ਟੀ ਸਕੇਅਰ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ। ਅਤੇ ਇਸ ਨੂੰ ਅਸੀਂ ਅੱਗੇ ਹੋਰ ਥੋੜ੍ਹਾ ਸਾਨੂੰ ਹੁਣ ਇਹਦੀ ਜ਼ਰੂਰਤ ਨਹੀਂ ਹੈ, ਅਸੀਂ ਥੋੜ੍ਹਾ ਦੂਜੇ ਵੱਡੀ ਸਕਰੀਨ 'ਤੇ ਚੱਲਦੇ ਹਾਂ। ਇੱਧਰ ਤੁਸੀਂ ਸਕਰੀਨ ਨੂੰ ਜਿੰਨਾ ਕੁ ਦੇਖਣਾ ਸੀ ਦੇਖ ਲਿਆ ਕਿ ਦੋ ਸਿੰਪਲ ਹੈ ਕਿ ਦੋ ਕੋਆਰਡੀਨੇਟ ਵਿੱਚ ਐਸ ਅਤੇ ਵਾਈ ਅਤੇ ਦੂਜੇ ਦੇ ਕੋਆਰਡੀਨੇਟ ਐਕਸ ਪ੍ਰਾਈਮ ਅਤੇ ਵਾਈ ਪ੍ਰਾਈਮ। ਅਤੇ ਹੁਣ ਅਸੀਂ ਵੱਡੀ ਸਕਰੀਨ 'ਤੇ ਚੱਲਦੇ ਹਾਂ। ਇਸ ਵਿੱਚ ਸਾਰਾ ਹੁਣ ਥਿਊਰੀ ਦਾ ਹੀ ਕੰਮ ਹੈ ਜ਼ਿਆਦਾਤਰ। ਅਤੇ ਸਾਡਾ ਤਾਂ ਇਕੁਏਸ਼ਨ ਅਸੀਂ ਇੱਥੇ ਲਿਖਤੀ ਹੈ ਟੀ ਸਕੇਅਰ ਪ੍ਰਾਈਮ ਟੀ ਪ੍ਰਾਈਮ ਸਕੇਅਰ ਪਲੱਸ ਟੀ ਐਕਸ ਪ੍ਰਾਈਮ ਸਕੇਅਰ ਇਜ਼ ਇਕੁਅਲ ਟੂ ਦਿਸ ਥਿੰਗ। ਅਤੇ ਜੋ ਇਹ ਸਰਲ ਹੋ ਕੇ ਇਹ ਬਣ ਜਾਂਦੀ ਹੈ। ਇਸ ਨੂੰ ਅਸੀਂ ਅੱਗੇ ਸਕੇਅਰ ਨੂੰ ਅੱਗੇ ਫੈਲਾ ਦਿੰਦੇ ਹਾਂ ਟੀ ਮਾਈਨਸ ਵੀ ਸਕੇਅਰ ਨੂੰ ਟੀ ਸਕੇਅਰ ਪਲੱਸ ਵੀ ਸਕੇਅਰ ਐਕਸ ਸਕੇਅਰ ਮਾਈਨਸ 2 ਵੀ ਟੀ ਐਕਸ ਬਣ ਜਾਂਦਾ। ਅਤੇ ਉੱਪਰ ਇੱਧਰ ਦੂਜੇ ਟਰਮਾਂ ਵਿੱਚ ਐਕਸ ਮਾਈਨਸ ਵੀ ਟੀ ਸਕੇਅਰ ਹੈ ਜਿਹੜਾ ਇਹ ਐਕਸ ਸਕੇਅਰ ਪਲੱਸ ਵੀ ਸਕੇਅਰ ਟੀ ਸਕੇਅਰ ਮਾਈਨਸ 2 ਵੀ ਟੀ ਐਕਸ ਬਣ ਜਾਂਦਾ। ਇਹ ਵਾਲੀਆਂ ਦੋਨੋਂ ਇਕੁਏਸ਼ਨਾਂ ਦੇ ਵਿੱਚ। ਅਤੇ ਥੱਲੇ ਦੋਨਾਂ ਦਾ ਡਿਨੋਮੀਨੇਟਰ 1 ਮਾਈਨਸ ਵੀ ਸਕੇਅਰ ਹੀ ਹੁੰਦਾ। ਅਤੇ ਕੀ ਸੱਜਾ ਪਾਸਾ ਟੀ ਸਕੇਅਰ ਪਲੱਸ ਐਕਸ ਸਕੇਅਰ ਦੇ ਬਰਾਬਰ ਹੈ। ਤਾਂ ਜਿਹੜਾ ਇਹ ਜੋ ਹਿੱਸਾ ਹੈ ਇਹ ਟੀ ਸਕੇਅਰ ਪਲੱਸ ਐਕਸ ਸਕੇਅਰ ਜੋ ਅਸੀਂ ਲੱਭਣਾ ਚਾਹੁੰਦੇ ਹਾਂ ਕਿ ਇਸ ਦੇ ਬਰਾਬਰ ਹੈ ਇਹ, ਤਾਂ ਇਹ ਬਿਲਕੁਲ ਬਰਾਬਰ ਨਹੀਂ ਹੈ ਕਿਉਂਕਿ ਕਾਫੀ ਡਿਫਰੈਂਟ ਟਰਮਾਂ ਨੇ ਇਹਦੇ ਵਿੱਚ। ਅਤੇ ਇਹਨਾਂ ਨੂੰ ਜਦੋਂ ਅਸੀਂ ਦੋਵਾਂ ਨੂੰ ਜੋੜਾਂਗੇ ਤਾਂ ਮਾਈਨਸ 2 ਬੀ ਟੀ ਐਕਸ ਹੈ ਜਿਹੜਾ ਇੱਧਰ ਮਾਈਨਸ 2 ਬੀ ਟੀ ਐਕਸ ਦੇ ਵਿੱਚ ਜੁੜਨਾ ਹੀ ਹੈ ਅਤੇ ਉਹ ਬਰਾਬਰ ਨਹੀਂ ਰਹਿਣਾ। ਤਾਂ ਅਸੀਂ ਤੁਰੰਤ ਦੇਖ ਸਕਦੇ ਹਾਂ ਕਿ ਪਹਿਲੀ ਜਿਹੜੀ ਐਕਸਪ੍ਰੈਸ਼ਨ ਹੈ ਇਹ ਵਾਲੀ ਟੀ ਸਕੇਅਰ ਪਲੱਸ ਐਕਸ ਇਸ ਦੇ ਵਿੱਚ ਜਿਹੜਾ ਪਹਿਲੀ ਇਹਦੇ ਵਿੱਚ ਜਿਹੜਾ ਟੀ ਐਕਸ ਰਕਮ ਹੈ ਜਿਵੇਂ ਇਸ ਪਹਿਲੀ ਐਕਸਪ੍ਰੈਸ਼ਨ ਦੇ ਵਿੱਚ ਇਹ ਦੂਜੀ ਰਕਮ ਦੇ ਵਾਲੀ ਟੀ ਐਕਸ ਰਕਮ ਦੇ ਨਾਲ ਜੁੜ ਜਾਂਦੀ ਹੈ, ਕੈਂਸਲ ਨਹੀਂ ਹੁੰਦੀ। ਇਸ ਲਈ ਇਸ ਨੂੰ ਬੈਲੈਂਸ ਕਰਨ ਦੇ ਲਈ ਖੱਬੇ ਪਾਸੇ ਕੋਈ ਟੀ ਐਕਸ ਵਾਲੀ ਰਕਮ ਹੀ ਹੈ ਨਹੀਂ ਅਤੇ ਇਹ ਬਰਾਬਰ ਨਹੀਂ ਹੋ ਸਕਦੀਆਂ। ਪਰ ਜੇ ਤੁਸੀਂ ਧਿਆਨ ਨਾਲ ਦੇਖਦੇ ਹੋ ਤਾਂ ਤੁਹਾਨੂੰ ਤੁਸੀਂ ਵੇਖੋਗੇ ਕਿ ਜੇਕਰ ਅਸੀਂ ਦੋਵੇਂ ਰਕਮਾਂ ਦੇ ਅੰਤਰ ਨੂੰ ਉਹਨਾਂ ਦੇ ਜੋੜ ਦੇ ਬਜਾਏ ਸੱਜੇ ਪਾਸੇ ਲਈਏ, ਸੱਜੇ ਪਾਸੇ ਪਲੱਸ ਦੀ ਬਜਾਏ ਅਸੀਂ ਮਾਈਨਸ ਲਈਏ ਅਗਰ, ਤਾਂ ਫਿਰ ਇਹ ਰਕਮਾਂ ਰੱਦ ਹੋ ਸਕਦੀਆਂ ਜਿਹੜੀਆਂ ਵੀ ਟੀ ਐਕਸ ਵਾਲੀਆਂ ਇਹ ਰਕਮਾਂ ਖਤਮ ਹੋ ਸਕਦੀਆਂ। ਵੀ ਸਕੇਅਰ ਐਕਸ ਸਕੇਅਰ ਤਾਂ ਐਜ਼ ਇਟ ਇਜ਼ ਰਹੇਗਾ ਲੇਕਿਨ ਮਾਈਨਸ 2 ਵੀ ਟੀ ਐਕਸ ਵਾਲੀ ਰਕਮ ਹੈ ਜਿਹੜੀ ਇੱਧਰ ਵਾਲੀ ਰਕਮ ਦੇ ਨਾਲ ਇਹ ਡਿਵਾਈਡ ਮਾਈਨਸ ਹੋ ਸਕਦੀ ਹੈ। ਤਾਂ ਇਸ ਨੂੰ ਅਸੀਂ ਅਗਲੀਆਂ ਇਹਦੇ ਵਿੱਚ ਇਸਦੇ ਵਿੱਚ ਆਓ ਇੱਕ ਨਵੀਂ ਮਾਤਰਾ ਨੂੰ ਪਰਿਭਾਸ਼ਿਤ ਕਰੀਏ ਫਿਰ। ਹੁਣ ਅਸੀਂ ਟੀ ਸਕੇਅਰ ਪਲੱਸ ਐਕਸ ਸਕੇਅਰ ਦੀ ਬਜਾਏ ਟੀ ਸਕੇਅਰ ਮਾਈਨਸ ਐਕਸ ਸਕੇਅਰ ਲਾ ਕੇ ਦੇਖਦੇ ਹਾਂ ਅਤੇ ਇਸ ਨੂੰ ਟਾਓ ਸਕੇਅਰ ਲਿਖਦੇ ਹਾਂ। ਜਿਹੜੀ ਇਹ ਦੋਨਾਂ ਦਾ ਡਿਫਰੈਂਸ ਹੈ ਸਕੇਅਰਾਂ ਦਾ ਡਿਫਰੈਂਸ ਹੈ ਜੋ ਟਾਈਮ ਦਾ ਸਕੇਅਰ ਅਤੇ ਸਪੇਸ ਦਾ ਸਕੇਅਰ ਇਹਨਾਂ ਨੂੰ ਅਗਰ ਇਹਨਾਂ ਸਕੇਅਰਾਂ ਨੂੰ ਜਿਹੜਾ ਡਿਫਰੈਂਸ ਹੈ ਇਸ ਨੂੰ ਅਗਰ ਅਸੀਂ ਟਾਓ ਸਕੇਅਰ ਕਹੀਏ, ਇਸ ਨੂੰ ਡਿਫਾਈਨ ਕੀਤਾ ਅਸੀਂ ਟਾਓ ਸਕੇਅਰ ਨੂੰ ਮੰਨਿਆ ਅਜ਼ਿਊਮ ਕੀਤਾ ਅਤੇ ਇਹ ਐਕਸ ਸਕੇਅਰ ਨੂੰ ਟੀ ਸਕੇਅਰ ਤੋਂ ਘਟਾਉਣ ਦਾ ਨਤੀਜਾ ਸਾਨੂੰ ਇਹ ਮਿਲਦਾ ਟੀ ਪ੍ਰਾਈਮ ਸਕੇਅਰ ਪਲੱਸ ਐਕਸ ਮਾਈਨਸ ਐਕਸ ਪ੍ਰਾਈਮ ਸਕੇਅਰ। ਯਾਨੀ ਕਿ ਇਸ ਵਿੱਚੋਂ ਅਗਰ ਅਸੀਂ ਇਸ ਨੂੰ ਘਟਾਈਏ ਦੂਜੇ ਕੋਆਰਡੀਨੇਟ ਜਿਹੜੇ ਪ੍ਰਾਈਮ ਵਾਲੇ ਨੇ ਉਹਨਾਂ ਦੇ ਸਕੇਅਰਾਂ ਨੂੰ ਆਪਸ ਵਿੱਚ ਘਟਾਈਏ ਅਗਰ, ਤਾਂ ਇੱਥੇ ਸਾਨੂੰ ਪਲੱਸ ਦੀ ਜਗ੍ਹਾ ਹੁਣ ਮਾਈਨਸ ਮਿਲ ਜਾਂਦਾ ਅਤੇ ਇਹਦੇ ਨਾਲ ਇਹ ਰਕਮਾਂ ਲਾਸਟ ਵਾਲੀਆਂ ਚੇਂਜ ਹੋ ਜਾਂਦੀਆਂ।
ਲਾਸਟ ਵਾਲੀਆਂ ਕੈਂਸਲ ਹੋ ਜਾਂਦੀਆਂ। ਤਾਂ ਸਾਨੂੰ ਸਿਰਫ ਬਚਦਾ ਸਾਡੇ ਕੋਲ ਟੀ ਸਕੁਏਅਰ ਪਲੱਸ ਵੀ ਸਕੁਏਅਰ ਐਕਸ ਸਕੁਏਅਰ ਡਿਵਾਈਡ ਬਾਈ 1 ਮਾਈਨਸ ਵੀ ਸਕੁਏਅਰ ਮਾਈਨਸ ਐਕਸ ਸਕੁਏਅਰ ਪਲੱਸ ਵੀ ਟੀ ਸਕੁਏਅਰ ਡਿਵਾਈਡ ਬਾਈ 1 ਮਾਈਨਸ ਵੀ ਸਕੁਏਅਰ। ਇਹ ਮਾਈਨਸ ਵੀ ਟੀ ਐਕਸ ਤੇ ਮਾਈਨਸ ਵੀ ਟੀ ਐਕਸ ਆ ਜਿਹੜੀਆਂ ਮਾਈਨਸ ਕਰਨ ਇਹ ਕੈਂਸਲ ਹੋ ਜਾਂਦੀਆਂ ਨੇ। 1.29 ਨੰਬਰ ਇਕੁਏਸ਼ਨ ਅਸੀਂ ਇਸ ਨੂੰ ਕਹਾਂਗੇ। ਤੇ ਕੁਝ ਪੁਨਰ ਵਿਵਸਥਾ ਤੋਂ ਬਾਅਦ ਅਗਰ ਇਸ ਨੂੰ ਹੋਰ ਥੋੜ੍ਹਾ ਹੋਰ ਸੋਲਵ ਕਰਦੇ ਹਾਂ ਤਾਂ ਸਾਨੂੰ ਉਹੀ ਮਿਲ ਜਾਂਦਾ ਜੋ ਚਾਹੁੰਦੇ ਹਾਂ ਅਸੀਂ, ਕਿ ਟੀ ਪ੍ਰਾਈਮ ਸਕੁਏਅਰ ਮਾਈਨਸ ਐਕਸ ਪ੍ਰਾਈਮ ਸਕੁਏਅਰ ਜਿਹੜਾ ਇਹ ਟੀ ਸਕੁਏਅਰ ਮਾਈਨਸ ਐਕਸ ਸਕੁਏਅਰ ਦੇ ਬਰਾਬਰ ਆ ਜਾਂਦਾ। ਇਸ ਨੂੰ ਤੁਸੀਂ ਸੋਲਵ ਕਰਕੇ ਦੇਖੋਗੇ ਤੇ ਇਹ ਟੀ ਸਕੁਏਅਰ ਮਾਈਨਸ ਐਕਸ ਸਕੁਏਅਰ ਬਣ ਜਾਏਗਾ ਆਪਣੇ ਆਪ। ਤੁਸੀਂ ਸੋਲਵ ਕਰ ਸਕਦੇ ਆ ਤੇ ਇਸ ਨੂੰ ਅਸੀਂ ਟਾਓ ਸਕੁਏਅਰ ਕਿਹਾ ਜਿਵੇਂ, ਤਾਂ ਇਹ ਟਾਓ ਸਕੁਏਅਰ ਦੇ ਬਰਾਬਰ 1.30 ਨੰਬਰ ਇਕੁਏਸ਼ਨ ਅਸੀਂ ਇਸ ਨੂੰ ਕਹਾਂਗੇ। ਤੇ ਅਸੀਂ ਇੱਕ ਇਨਵੇਰੀਐਂਟ ਟਾਓ ਸਕੁਏਅਰ ਦੀ ਖੋਜ ਕੀਤੀ ਹੈ, ਕਿਉਂਕਿ ਇਸ ਦੇ ਵਿੱਚ ਦੇਖਿਆ ਕਿ ਪ੍ਰਾਈਮਾਂ ਵਾਲੇ ਜਿਹੜੇ ਐਕਸਸ ਹੈ ਇਹ ਬਿਨਾਂ ਪ੍ਰਾਈਮ ਕੀਤੇ ਵਾਲੇ ਐਕਸਸ ਦੇ ਸਕੇਅਰਾਂ ਦੇ ਡਿਫਰੈਂਸ ਦੇ ਬਰਾਬਰ ਹੀ ਰਹੇ। ਯਾਨੀ ਕਿ ਇੱਕ ਟੀ ਸਕੁਏਅਰ ਇਨਵੇਰੀਐਂਟ ਰਹਿੰਦਾ, ਉਹ ਚੇਂਜ ਨਹੀਂ ਹੁੰਦਾ। ਇਹ ਇਨਵੇਰੀਐਂਟ ਟਾਓ ਸਕੁਏਅਰ ਦੀ ਖੋਜ ਕੀਤੀ ਹੈ, ਜਿਸ ਦਾ ਮੁੱਲ ਹੈ ਜਿਹੜਾ ਜਦੋਂ ਟਾਓ ਸਕੁਏਅਰ ਇਨਵੇਰੀਐਂਟ ਹੋਏਗਾ ਤਾਂ ਟਾਓ ਵੀ ਇਨਵੇਰੀਐਂਟ ਹੀ ਹੋਏਗਾ, ਉਹ ਵੀ ਨਹੀਂ ਚੇਂਜ ਹੋਏਗਾ ਤਾਂ ਕਿਉਂਕਿ ਉਸ ਦਾ ਸਕੁਏਅਰ ਰੂਟ ਆ ਉਹ। ਤਾਂ ਜਿਸ ਦਾ ਮੁੱਲ ਐਕਸ ਐਕਸਸ ਦੇ ਨਾਲ ਕਿਸੇ ਵੀ ਲੋਰੈਂਸ ਪਰਿਵਰਤਨ ਦੇ ਅਧੀਨ ਇੱਕੋ ਜਿਹਾ ਰਹਿੰਦਾ ਹੈ। ਯਾਨੀ ਕਿ ਐਕਸਸ ਦੇ ਦੌਰਾਨ ਅਸੀਂ ਜਦੋਂ ਇਸ ਨੂੰ ਚੇਂਜ ਕਰਦੇ ਹਾਂ ਤਾਂ ਫਿਰ ਇਹ ਚੇਂਜ ਨਹੀਂ ਹੁੰਦਾ। ਟਾਓ ਸਕੁਏਅਰ ਹੈ ਜਿਹੜਾ ਕਿ ਟੀ ਸਕੁਏਅਰ ਮਾਈਨਸ ਐਕਸ ਸਕੁਏਅਰ ਦੇ ਬਰਾਬਰ ਹੈ, ਜਾਂ ਟੀ ਪ੍ਰਾਈਮ ਸਕੁਏਅਰ ਮਾਈਨਸ ਐਕਸ ਪ੍ਰਾਈਮ ਸਕੁਏਅਰ ਦੇ ਬਰਾਬਰ ਵੀ ਆ ਉਹ ਕਦੇ ਵੀ ਚੇਂਜ ਨਹੀਂ ਹੁੰਦਾ। ਤਾਂ ਇਸ ਮਾਤਰਾ ਦੇ ਵਰਗਮੂਲ ਟਾਓ ਨੂੰ ਪ੍ਰੋਪਰ ਟਾਈਮ ਕਿਹਾ ਜਾਂਦਾ। ਪ੍ਰੋਪਰ ਟਾਈਮ ਨੂੰ ਅੰਗਰੇਜ਼ੀ 'ਚ ਪ੍ਰੋਪਰ ਟਾਈਮ ਕਹਿੰਦੇ, ਪੰਜਾਬੀ ਤੁਸੀਂ ਸਹੀ ਸਮਾਂ ਕਹਿ ਸਕਦੇ ਆ, ਲੇਕਿਨ ਸਹੀ ਸਮੇਂ ਦੀ ਜਗ੍ਹਾ ਤੁਸੀਂ ਜਿਹੜੀ ਭੌਤਿਕ ਵਿਗਿਆਨ ਦੀ ਟਰਮ ਪ੍ਰੋਪਰ ਟਾਈਮ ਹੀ ਇਸ ਨੂੰ ਕਹੋਗੇ ਤਾਂ ਚੰਗੀ ਗੱਲ ਹੈ। ਤਾਂ ਪ੍ਰੋਪਰ ਟਾਈਮ ਆਪਾਂ ਇਸ ਨੂੰ ਵਰਤਾਂਗੇ। ਇਸ ਇਸ ਮਾਤਰਾ ਦਾ ਜੋ ਵਰਗਮੂਲ ਹੁੰਦਾ ਟੀ ਸਕੁਏਅਰ ਟਾਓ ਸਕੁਏਅਰ ਦਾ, ਇਸ ਨੂੰ ਪ੍ਰੋਪਰ ਟਾਈਮ ਕਿਹਾ ਜਾਂਦਾ। ਇਹ ਕਦੇ ਵੀ ਚੇਂਜ ਨਹੀਂ ਹੁੰਦਾ। ਇਹ ਜਿਹੜੇ ਮਰਜ਼ੀ ਕੋਆਰਡੀਨੇਟ ਦੇ ਵਿੱਚ ਅਸੀਂ ਨਾਪ ਲਿਆ ਹੋਵੇ। ਤਾਂ ਇਸ ਮਾਤਰਾ ਦੇ ਵਰਗਮੂਲ ਟਾਓ ਨੂੰ ਪ੍ਰੋਪਰ ਟਾਈਮ ਕਿਹਾ ਜਾਂਦਾ। ਉਹ ਟਾਓ ਸਕੁਏਅਰ ਹੈ ਤੇ ਇਸ ਟਾਓ ਨੂੰ ਪ੍ਰੋਪਰ ਟਾਈਮ ਕਿਹਾ ਜਾਂਦਾ। ਇਸ ਨਾਂ ਦਾ ਕਾਰਨ ਜਲਦੀ ਹੀ ਸਪਸ਼ਟ ਹੋ ਜਾਵੇਗਾ। ਹੁਣ ਤੱਕ ਅਸੀਂ ਸੰਸਾਰ ਨੂੰ ਇੱਕ ਰੇਲ ਮਾਰਗ ਹੋਣ ਦੀ ਕਲਪਨਾ ਕੀਤੀ ਹੈ, ਜਿਸ ਦੇ ਵਿੱਚ ਸਾਰੀ ਗਤੀ ਐਕਸ ਐਕਸਿਸ ਦੇ ਨਾਲ ਹੀ ਅਸੀਂ ਆਮ ਤੌਰ ਤੇ ਲਈ ਹੈ। ਤਾਂ ਲੋਰੈਂਸ ਟਰਾਂਸਫਰਮੇਸ਼ਨ ਐਕਸ ਐਕਸਿਸ ਦੇ ਨਾਲ ਸਾਰੇ ਬੂਸਟ ਕਹੇ ਜਾਂਦੇ ਜਿਵੇਂ। ਤਾਂ ਹੁਣ ਤੱਕ ਤੁਸੀਂ ਸ਼ਾਇਦ ਟਰੈਕਾਂ ਦੇ ਵਰਟੀਕਲ ਹੋਰ ਦੋ ਦਿਸ਼ਾਵਾਂ ਬਾਰੇ ਭੁੱਲ ਗਏ ਹੋਵੋਗੇ ਕਿ ਵਾਈ ਦਿਸ਼ਾ ਵੀ ਹੁੰਦੀ ਹੈ ਤੇ ਜ਼ੈਡ ਕੋਆਰਡੀਨੇਟ ਵੀ ਹੁੰਦੇ ਆ, ਤੇ ਇਹਨਾਂ ਦੇ ਵਿੱਚ ਵੀ ਦਿਸ਼ਾਵਾਂ ਹੁੰਦੀਆਂ। ਤੇ ਚਲੋ ਉਹਨਾਂ ਨੂੰ ਵੀ ਹੁਣ ਵਾਪਸ ਲਿਆਉਂਦੇ ਆ। ਤੇ ਉਹਦੇ 'ਚ ਅਸੀਂ ਜਿਵੇਂ ਪਹਿਲਾਂ ਇੱਕ 25 ਤੇ ਇੱਕ 26 ਦੇ ਨਾਲ 27 ਤੇ 28 ਨੰਬਰ ਵੀ ਇਕੁਏਸ਼ਨ ਹੈ ਕਿ ਵਾਈ ਪ੍ਰਾਈਮ ਵਾਈ ਦੇ ਬਰਾਬਰ ਹੁੰਦੀ ਹੈ, ਜ਼ੈਡ ਪ੍ਰਾਈਮ ਜ਼ੈਡ ਦੇ ਬਰਾਬਰ ਹੁੰਦੀ ਹੈ, ਉਹ ਕੋਈ ਫਰਕ ਨਹੀਂ ਪੈਂਦਾ ਉਸ ਨੂੰ। ਤੇ ਤਾਂ ਜੇਕਰ 1.2.4 ਸੈਕਸ਼ਨ ਦੇ ਵਿੱਚ ਅਸੀਂ ਸਮਝਿਆ ਸੀ ਕਿ ਐਕਸ ਧੁਰੇ ਦੇ ਨਾਲ ਰਿਲੇਟਿਵ ਗਤੀ ਦੇ ਲਈ ਪੂਰੀ ਲੌਰੈਂਟਜ਼ ਪਰਿਵਰਤਨ ਹੈ ਜਿਹੜੀ c=1 ਦੇ ਨਾਲ ਐਕਸ ਦੇ ਨਾਲ ਇੱਕ ਬੂਸਟ ਦੀਆਂ 4 ਸਮੀਕਰਨਾਂ ਹੁੰਦੀਆਂ। ਇੱਕ ਤਾਂ ਇਹ ਲਿਖੀ ਗਈ ਹੈ ਉੱਪਰ 1.25 ਵਾਲੀ ਐਕਸ ਮਾਈਨਸ ਵੀ ਟੀ ਡਿਵਾਈਡ ਬਾਈ 1 ਮਾਈਨਸ ਵੀ ਸਕੁਏਅਰ ਡਿਵਾਈਡ ਬਾਈ ਸੀ ਸਕੁਏਅਰ। 1.26 ਵਾਲੀ ਹੈ ਟੀ ਪ੍ਰਾਈਮ ਇਜ਼ ਇਕੁਅਲ ਟੂ ਟੀ ਮਾਈਨਸ ਵੀ ਐਕਸ ਡਿਵਾਈਡ ਬਾਈ ਸੀ ਸਕੁਏਅਰ ਡਿਵਾਈਡ ਬਾਈ 1 ਮਾਈਨਸ ਵੀ ਸਕੁਏਅਰ ਸੀ ਸਕੁਏਅਰ ਦਾ ਅੰਡਰ ਰੂਟ। ਤੇ ਵਾਈ ਪ੍ਰਾਈਮ ਵਾਈ ਬਰਾਬਰ ਹੀ ਹੁੰਦਾ, ਜ਼ੈਡ ਪ੍ਰਾਈਮ ਜ਼ੈਡ ਦੇ ਬਰਾਬਰ ਹੁੰਦੀ ਹੈ। ਇਹਨਾਂ ਨੂੰ ਅਸੀਂ ਇੱਥੇ 1.27 ਤੇ 28 ਨੰਬਰ ਇਕੁਏਸ਼ਨ ਹੈ ਇਹ ਇੱਥੇ ਲਿਖੀ ਨਹੀਂ ਹੈਗੀ। ਤਾਂ ਹੋਰ ਐਕਸਸ ਦੇ ਨਾਲ ਬੂਸਟਾਂ ਬਾਰੇ ਕਿਆ ਖਿਆਲ ਹੁੰਦਾ ਹੈ? ਜਿਵੇਂ ਕਿ ਅਸੀਂ ਸੈਕਸ਼ਨ 1.3 ਦੇ ਵਿੱਚ ਸਮਝਿਆ ਕਿ ਇਹਨਾਂ ਹੋਰ ਬੂਸਟਾਂ ਨੂੰ ਐਕਸ ਅਤੇ ਰੋਟੇਸ਼ਨਾਂ ਦੇ ਨਾਲ ਬੂਸਟਾਂ ਦੇ ਮੇਲਾਂ ਦੇ ਵਜੋਂ ਦਰਸਾਇਆ ਜਾ ਸਕਦਾ ਹੈ, ਜੋ ਐਕਸ ਐਕਸਸ ਦੇ ਕਿਸੇ ਹੋਰ ਦਿਸ਼ਾ ਦੇ ਵਿੱਚ ਇਹਨਾਂ ਨੂੰ ਘੁਮਾਇਆ ਜਾਂਦਾ ਜਿਵੇਂ। ਤਾਂ ਉਹਨਾਂ ਦੇ ਬੂਸਟਾਂ ਦੇ ਮੇਲ ਦੇ ਰੂਪ ਦੇ ਵਿੱਚ ਵੀ ਇਸ ਨੂੰ ਅਸੀਂ ਦਰਸਾ ਸਕਦੇ ਹਾਂ। ਤੇ ਉਹਨਾਂ ਦੇ ਲਈ ਅਸੀਂ ਮਿੰਕੋਵਸਕੀ ਵਰਲਡ ਦੇ ਵਿੱਚ ਪੜ੍ਹ ਰਹੇ ਹਾਂ ਹੁਣ ਕਿ ਨਤੀਜੇ ਵਜੋਂ ਸਾਰੇ ਲੋਰੈਂਟਸ ਪਰਿਵਰਤਨਾਂ ਦੇ ਅਧੀਨ ਇੱਕ ਮਾਤਰਾ ਇਨਵੇਰੀਐਂਟ ਹੋਵੇਗੀ, ਜਿਹੜੀ ਟਾਓ ਵਾਲੀ ਹੈ। ਤੇ ਜੇਕਰ ਇਹ ਇਨਵੇਰੀਐਂਟ ਹੋਵੇ ਤਾਂ ਐਕਸ ਦੇ ਨਾਲ ਬੂਸਟ ਦੇ ਸੰਬੰਧ ਵਿੱਚ ਅਤੇ ਸਪੇਸ ਰੋਟੇਸ਼ਨ ਦੇ ਸੰਬੰਧ ਵਿੱਚ ਟੀ ਸਕੁਏਅਰ ਮਾਈਨਸ ਐਕਸ ਸਕੁਏਅਰ ਇਜ਼ ਇਕੁਅਲ ਟੂ ਟਾਓ ਸਕੁਏਅਰ ਦੀ ਮਾਤਰਾ ਬਾਰੇ ਕੀ ਖਿਆਲ ਹੈ? ਤੇ ਸਪੇਸ ਦੀ ਅਗਰ ਰੋਟੇਸ਼ਨ ਹੁੰਦੀ ਹੈ ਤਾਂ ਅਸੀਂ ਦੇਖਿਆ ਕਿ ਐਕਸ ਬੂਸਟਾਂ ਦੇ ਸੰਬੰਧ ਵਿੱਚ ਵੀ ਇਨਵੇਰੀਐਂਟ ਰਹਿੰਦਾ ਹੁੰਦਾ, ਪਰ ਜੇਕਰ ਸਪੇਸ ਨੂੰ ਘੁਮਾਇਆ ਜਾਂਦਾ ਤਾਂ ਇਹ ਬਦਲਦਾ ਫਿਰ। ਤਾਂ ਜੇਕਰ ਇਹ
ਜੇਕਰ ਇਹ ਸਪਸ਼ਟ ਹੈ ਕਿ ਕਿਉਂਕਿ ਇਸ ਵਿੱਚ ਐਕਸ ਸ਼ਾਮਲ ਹੁੰਦਾ ਪਰ ਵਾਈ ਅਤੇ ਜ਼ੈਡ ਤਾਂ ਇਸ ਵਿੱਚ ਸ਼ਾਮਲ ਹੀ ਨਹੀਂ ਹੈ। ਇਸ ਵੀ ਇਹ ਸਿਰਫ ਐਕਸ ਲਈ ਅਸੀਂ ਕੱਢਿਆ ਜਿਹੜਾ ਟਾਓ ਹੈ, ਤਾਂ ਵਾਈ ਅਤੇ ਜ਼ੈਡ ਦੇ ਲਈ ਵੀ ਅਸੀਂ ਦੇਖਦੇ ਹਾਂ ਕਿ ਕੀ ਫਰਕ ਪੈਂਦਾ। ਖੁਸ਼ਕਿਸਮਤੀ ਦੇ ਨਾਲ ਟਾਓ ਨੂੰ ਇੱਕ ਪੂਰਨ ਯੋਗ ਇਨਵੇਰੀਐਂਟ ਦੇ ਵਿੱਚ ਸਰਬ ਸਧਾਰਨ ਬਣਾਉਣਾ ਬਹੁਤ ਸੌਖਾ ਹੀ ਹੁੰਦਾ। ਉਸਦੇ ਵਿੱਚ ਵੀ ਉਸਦੀ ਹੁਣ ਗੱਲ ਕਰਾਂਗੇ, ਕਾਫੀ ਇੰਪੋਰਟੈਂਟ ਅਸੀਂ ਇੱਕ ਇਕੁਏਸ਼ਨ ਪੜ੍ਹਨ ਜਾ ਰਹੇ ਹਾਂ ਜਿਹੜੀ ਕਿ ਸੌਖੀ ਹੋਏ, ਕੋਈ ਨਾ ਡਰਾਈਵ ਕਰਨ ਦੀ ਜ਼ਰੂਰਤ ਹੈ ਉਸਨੂੰ, ਸਿੱਧਾ ਹੀ ਕੰਮ ਹੈ ਉਹ। ਤਾਂ ਇਕੁਏਸ਼ਨ 1.30 ਹੈ ਜੋ ਇਸ ਦੇ ਵਿੱਚ ਇਸਦੇ ਸਧਾਰਨ ਸੰਸਕਾਰ ਤੇ ਵਿਚਾਰ ਕਰੋ ਕਿ ਟਾਓ ਸਕੇਅਰ ਇਜ਼ ਇਕੁਅਲ ਟੂ ਟੀ ਸਕੇਅਰ ਮਾਈਨਸ ਐਕਸ ਸਕੇਅਰ ਮਾਈਨਸ ਵਾਈ ਸਕੇਅਰ ਮਾਈਨਸ ਜ਼ੈਡ ਸਕੇਅਰ ਵੀ ਅਗਰ ਅਸੀਂ ਲੈ ਲੈਂਦੇ ਹਾਂ ਇਹਦੇ ਨਾਲ, ਬਾਕੀ ਐਕਸ ਸਕੇਅਰ ਤਾਂ ਹੈਗਾ ਹੀ ਇੱਥੇ ਲਿਖਿਆ ਵਾ, ਇਸ ਨਾਲ ਸਪੋਜ਼ ਕਰੋ ਵਾਈ ਸਕੇਅਰ ਅਤੇ ਜ਼ੈਡ ਸਕੇਅਰ ਵੀ ਅਸੀਂ ਮਾਈਨਸ ਕਰਕੇ ਲਿਖ ਦਿੰਦੇ ਹਾਂ, ਤਾਂ ਕੀ ਬਣਦਾ? ਤਾਂ ਇਸਦੇ 1.31 ਇਸ ਨੂੰ ਲਿਖਾਂਗੇ, ਦੇਖਦੇ ਹਾਂ ਕਿ ਇਹ ਵੈਲਿਡ ਹੈ ਜਾਂ ਨਹੀਂ, ਕਿ ਟਾਓ ਸਕੇਅਰ ਇਸ ਦੇ ਵੀ ਬਰਾਬਰ ਹੈ ਜਾਂ ਨਹੀਂ। ਅਸੀਂ ਤਾਂ ਇੱਥੇ ਸਿਰਫ ਇੱਕੋ ਡਾਇਮੈਂਸ਼ਨ ਲਈ ਸੀ ਐਕਸ ਵਾਲੀ, ਵਾਈ ਅਤੇ ਜ਼ੈਡ ਵਾਲੀਆਂ ਡਾਇਮੈਂਸ਼ਨਾਂ ਨੂੰ ਕਿਉਂ ਭੁੱਲਣੇ ਹੈ? ਕੋਈ ਚੀਜ਼ ਘੁਮਾਈ ਜਾਂਦੀ ਹੈ ਤਾਂ ਬਾਕੀ ਡਾਇਮੈਂਸ਼ਨ ਨੂੰ ਵੀ ਤਾਂ ਕੋਈ ਫਰਕ ਪੈਣਾ ਚਾਹੀਦਾ, ਤਾਂ ਉਸਦੀ ਅਸੀਂ ਇੱਥੇ ਗੱਲ ਕਰਾਂਗੇ, ਹੁਣ ਦੇਖਾਂਗੇ ਉਸਨੂੰ ਮੈਥੇਮੈਟਿਕਲੀ। ਚਲੋ ਪਹਿਲਾਂ ਬਹਿਸ ਕਰੀਏ ਕਿ ਟਾਓ ਹੈ ਜਿਹੜਾ ਐਕਸ ਐਕਸਸ ਦੇ ਨਾਲ ਬੂਸਟਾਂ ਦੇ ਸੰਬੰਧ ਵਿੱਚ ਤਾਂ ਇਨਵੇਰੀਐਂਟ ਹੁੰਦਾ ਹੈ। ਤਾਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਰਕਮ ਹੈ ਟੀ ਸਕੇਅਰ ਮਾਈਨਸ ਐਕਸ ਸਕੇਅਰ ਤਾਂ ਇਹ ਇਨਵੇਰੀਐਂਟ ਹੈ। ਤਾਂ ਇਸ ਵਿੱਚ ਅਸੀਂ ਇਸ ਤੱਥ ਨੂੰ ਜੋੜਦੇ ਹਾਂ ਕਿ ਵਰਟੀਕਲ ਨਿਰਦੇਸ਼ਾਂਕ ਵਾਈ ਅਤੇ ਜ਼ੈਡ ਆ ਜਿਹੜੇ, ਇਹ ਐਕਸ ਦੇ ਇੱਕ ਬੂਸਟ ਦੇ ਅਧੀਨ ਇਹ ਨਹੀਂ ਬਦਲਦੇ। ਤਾਂ ਇਹਨਾਂ ਦੀ ਵੀ ਅਸੀਂ ਹੁਣ ਗੱਲ ਕਰਾਂਗੇ ਕਿ ਵਾਈ ਅਤੇ ਜ਼ੈਡ ਜਿਹੜੇ ਨਿਰਦੇਸ਼ਾਂਕ ਨੇ ਵਰਟੀਕਲ, ਇਹ ਚੇਂਜ ਨਹੀਂ ਹੁੰਦੇ ਐਕਸ ਦੇ ਉੱਤੇ ਅਗਰ ਬੂਸਟ ਕੀਤਾ ਜਾਂਦਾ। ਤਾਂ ਜੇਕਰ ਇੱਕ ਫਰੇਮ ਤੋਂ ਦੂਜੇ ਫਰੇਮ 'ਚ ਬਦਲਦੇ ਸਮੇਂ ਨਾ ਤਾਂ ਟੀ ਸਕੇਅਰ ਐਕਸ ਸਕੇਅਰ ਚੇਂਜ ਹੁੰਦਾ ਹੈ ਤੇ ਨਾ ਹੀ ਵਾਈ ਸਕੇਅਰ ਪਲੱਸ ਜ਼ੈਡ ਸਕੇਅਰ ਚੇਂਜ ਹੁੰਦਾ ਹੈ, ਤਾਂ ਸਪਸ਼ਟ ਤੌਰ ਤੇ ਟੀ ਸਕੇਅਰ ਮਾਈਨਸ ਐਕਸ ਸਕੇਅਰ ਮਾਈਨਸ ਵਾਈ ਸਕੇਅਰ ਮਾਈਨਸ ਜ਼ੈਡ ਸਕੇਅਰ ਵੀ ਇਨਵੇਰੀਐਂਟ ਹੋਏਗਾ। ਫਿਰ ਤਾਂ ਅਗਰ ਵਾਈ ਸਕੇਅਰ ਤੇ ਜ਼ੈਡ ਸਕੇਅਰ ਵੀ ਚੇਂਜ ਨਾ ਹੋਣ, ਤਾਂ ਇਹ ਐਕਸ ਦਿਸ਼ਾ ਦੇ ਵਿੱਚ ਬੂਸਟਾਂ ਦਾ ਧਿਆਨ ਰੱਖਦਾ। ਹਾਂ, ਇਹ ਵੀ ਇੱਕ ਪਾਈਥਾਗੋਰਸ ਦੀ ਜਿਹੜੀ ਇੱਕ 3 ਡਾਇਮੈਂਸ਼ਨਲ ਥਿਊਰਮ ਹੈ ਉਸਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਇਹ ਓਨਾ ਹੀ ਰਹੇਗਾ। ਤਾਂ ਹੁਣ ਦੇਖਦੇ ਹਾਂ ਕਿ ਜੇਕਰ ਸਪੇਸ ਐਕਸਿਸ ਨੂੰ ਘੁਮਾਇਆ ਜਾਂਦਾ ਤਾਂ ਇਹ ਕਿਉਂ ਨਹੀਂ ਬਦਲਦਾ। ਤਾਂ ਦੁਬਾਰਾ ਫਿਰ ਦਲੀਲ ਦੋ ਹਿੱਸਿਆਂ ਵਿੱਚ ਆਉਂਦੀ ਹੈ। ਪਹਿਲਾ ਇਹ ਹੈ ਕਿ ਸਥਾਨਿਕ ਕੋਆਰਡੀਨੇਟਾਂ ਦੀ ਰੋਟੇਸ਼ਨ ਐਕਸ ਵਾਈ ਅਤੇ ਜ਼ੈਡ ਨੂੰ ਮਿਲਾਉਂਦੀ ਹੈ, ਪਰ ਸਮੇਂ 'ਤੇ ਕੋਈ ਪ੍ਰਭਾਵ ਨਹੀਂ ਪਾਉਂਦੀ। ਇਸ ਲਈ ਸਪੇਸ ਦੀਆਂ ਰੋਟੇਸ਼ਨਾਂ ਦੇ ਸੰਬੰਧ ਵਿੱਚ ਟੀ ਇਨਵੇਰੀਐਂਟ ਰਹਿੰਦਾ ਹੈ। ਤਾਂ ਅੱਗੇ ਐਕਸ ਸਕੇਅਰ ਪਲੱਸ ਵਾਈ ਸਕੇਅਰ ਪਲੱਸ ਜ਼ੈਡ ਸਕੇਅਰ ਦੀ ਮਾਤਰਾ 'ਤੇ ਵਿਚਾਰ ਕਰੋ, ਇਹ ਤਾਂ ਇਨਵੇਰੀਐਂਟ ਹੀ ਹੁੰਦੀ ਹੈ। ਤਾਂ ਪਾਈਥਾਗੋਰਸ ਦੀ ਥਿਊਰਮ ਦਾ ਇੱਕ 3 ਡਾਇਮੈਂਸ਼ਨਲ ਜਿਹੜਾ ਵਰਜ਼ਨ ਹੈ, ਉਹ ਸਾਨੂੰ ਦੱਸਦਾ ਕਿ ਐਕਸ ਸਕੇਅਰ ਪਲੱਸ ਵਾਈ ਸਕੇਅਰ ਪਲੱਸ ਜ਼ੈਡ ਸਕੇਅਰ ਬਿੰਦੂ ਐਕਸ ਵਾਈ ਜ਼ੈਡ ਦੀ ਓਰੀਜਨ ਤੋਂ ਜਿਹੜੀ ਦੂਰੀ ਹੁੰਦੀ ਹੈ ਉਸੇ ਦਾ ਸਕੇਅਰ ਹੁੰਦਾ, ਉਹੀ ਆਰ ਸਕੇਅਰ ਹੀ ਹੁੰਦਾ ਉਹ। ਤਾਂ ਉਸਦੇ ਮੁਤਾਬਕ ਤਾਂ ਫਿਰ ਇਹ ਦੋਵੇਂ ਇਨਵੇਰੀਐਂਟ ਹੀ ਹੁੰਦੇ, ਵਾਈ ਸਕੇਅਰ ਪਲੱਸ ਜ਼ੈਡ ਸਕੇਅਰ ਵੀ। ਤਾਂ ਇਸ ਨੂੰ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਦੁਬਾਰਾ ਫਿਰ ਉਹੀ ਚੀਜ਼ ਹੈ ਕਿ ਜੋ ਸਪੇਸ ਦੇ ਰੋਟੇਸ਼ਨ ਦੇ ਅਧੀਨ ਨਹੀਂ ਬਦਲਦਾ, ਤਾਂ ਸਮੇਂ ਦੀ ਇਨਵੇਰੀਐਂਸ ਅਤੇ ਓਰੀਜਨ ਸਪੇਸ ਵਿੱਚ ਰੋਟੇਸ਼ਨਾਂ ਦੇ ਅਧੀਨ ਦੀ ਦੂਰੀ ਦੀ ਇਨਵੇਰੀਐਂਸ ਨੂੰ ਮਿਲਾ ਕੇ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਇਕੁਏਸ਼ਨ 1.31 ਦੁਆਰਾ ਪਰਿਭਾਸ਼ਿਤ ਪ੍ਰੋਪਰ ਟਾਈਮ ਟਾਓ ਹੈ ਜਿਹੜਾ, ਇਹ ਵੀ ਇਨਵੇਰੀਐਂਟ ਰਹਿੰਦਾ, ਜਿਸ 'ਤੇ ਸਾਰੇ ਅਬਜ਼ਰਵਰ ਸਹਿਮਤ ਹੁੰਦੇ ਆ ਕਿਉਂਕਿ ਉਹ ਦੂਰੀ ਤਾਂ ਚੇਂਜ ਹੀ ਨਹੀਂ ਹੁੰਦੀ, ਉਹ ਤਾਂ ਉੱਥੇ ਹੀ ਖੜਾ ਪੁਆਇੰਟ ਤਾਂ। ਤਾਂ ਇਹ ਨਾ ਸਿਰਫ ਕਿਸੇ ਵੀ ਦਿਸ਼ਾ ਵੱਲ ਵਧਣ ਵਾਲੇ ਨਿਰੀਖਕਾਂ ਦੇ ਲਈ ਹੈ, ਸਗੋਂ ਕਿਸੇ ਵੀ ਗਤੀ ਦਿਸ਼ਾ ਦੇ ਵਿੱਚ ਗਤੀ ਕਰਨ ਵਾਲੇ ਅਬਜ਼ਰਵਰਾਂ ਦੇ ਲਈ ਹੈ, ਸਗੋਂ ਉਹਨਾਂ ਅਬਜ਼ਰਵਰਾਂ ਲਈ ਉਹ ਵੀ ਅਬਜ਼ਰਵਰ ਇਸ ਵਿੱਚ ਸ਼ਾਮਲ ਹੈ ਜਿਨ੍ਹਾਂ ਦੇ ਕੋਆਰਡੀਨੇਟ ਐਕਸਸ ਕਿਸੇ ਵੀ ਤਰੀਕੇ ਦੇ ਨਾਲ ਰੱਖੇ ਗਏ ਹੋਣ। ਹੁਣ ਅਸੀਂ ਮਿੰਕੋਵਸਕੀ ਅਤੇ ਲਾਈਟ ਕੋਨ ਬਾਰੇ ਪੜ੍ਹਾਂਗੇ, ਇਹ ਕਾਫੀ ਇੰਟਰਸਟਿੰਗ ਚੀਜ਼ ਹੈ ਵੀ। ਤਾਂ ਪ੍ਰੋਪਰ ਟਾਈਮ ਟੀ ਦੀ ਇਨਵੇਰੀਐਂਸ ਇੱਕ ਸ਼ਕਤੀਸ਼ਾਲੀ ਤੱਥ ਹੁੰਦਾ, ਕਿ ਪ੍ਰੋਪਰ ਟਾਈਮ ਟੀ ਜਿਹੜਾ ਇਨਵੇਰੀਐਂਟ ਰਹਿੰਦਾ। ਤਾਂ ਮੈਨੂੰ ਨਹੀਂ ਪਤਾ ਕਿ ਇਹ ਆਈਨਸਟਾਈਨ ਨੂੰ ਪਤਾ ਸੀ ਜਾਂ ਨਹੀਂ, ਪਰ ਇਸ ਭਾਗ ਨੂੰ ਲਿਖਣ ਦੀ ਪ੍ਰਕਿਰਿਆ ਵਿੱਚ ਮੈਂ 1905 ਦੇ ਪੇਪਰ ਵਾਲੇ ਡੋਵਰ ਐਡੀਸ਼ਨ ਦੀ ਆਪਣੀ ਪੁਰਾਣੀ ਖਰਾਬ ਅਤੇ ਫਿੱਕੀ ਕਾਪੀ ਨੂੰ ਦੇਖਿਆ। ਕਵਰ ਦੀ ਕੀਮਤ $1.5 ਸੀ, ਜਿਸ ਨੂੰ ਮੈਨੂੰ ਇਕੁਏਸ਼ਨ 1.31 ਵਾਲੀ ਜਿਹੜੀ ਇਕੁਏਸ਼ਨ ਆ ਉੱਪਰ ਇਕੱਲੀ ਲਿਖ ਦਿੱਤੀ, ਬਾਕੀ ਸਾਰੀਆਂ ਇਕੁਏਸ਼ਨਾਂ ਚੱਕਤੀਆਂ, ਉਹਨਾਂ ਦੀ ਹੁਣ ਜ਼ਰੂਰਤ ਨਹੀਂ ਹੈ। ਤਾਂ ਇਸ ਜਾਂ ਫਿਰ ਸਪੇਸ ਟਾਈਮ ਦੂਰੀ ਦੇ ਵਿਚਾਰ ਦਾ ਕੋਈ ਜ਼ਿਕਰ ਨਹੀਂ ਮਿਲਿਆ ਉਸ ਕਿਤਾਬ ਦੇ ਵਿੱਚ, ਯਾਨੀ ਕਿ ਇਹ ਮਿੰਕੋਵਸਕੀ ਸੀ ਜਿਸ ਨੇ ਸਭ ਤੋਂ ਪਹਿਲਾਂ ਸਮਝਿਆ ਸੀ ਕਿ ਪ੍ਰੋਪਰ ਟਾਈਮ ਦੀ ਅਦਲਾ ਬਦਲੀ ਇਸ ਦੇ ਗੈਰ ਕੁਦਰਤੀ ਘਟਾਓ ਚਿੰਨ੍ਹਾਂ ਦੇ ਨਾਲ ਸਪੇਸ ਟਾਈਮ ਦੀ ਇੱਕ ਪੂਰੀ ਤਰ੍ਹਾਂ ਨਵੀਂ 4 ਆਯਾਮੀ ਜਿਓਮੈਟਰੀ ਮਿੰਕੋਵਸਕੀ ਸਪੇਸ ਦਾ ਆਧਾਰ ਬਣੇਗੀ। ਤਾਂ ਇਹ ਮਿੰਕੋਵਸਕੀ ਸੀ ਜਿਸ ਨੇ ਇਹ ਸਮਝ ਲਿਆ ਸੀ ਕਿ
ਜਿਹੜਾ ਟਾਓ ਹੈ ਇਹ ਮਾਈਨਸ ਦੇ ਨਾਲ ਇਸਦਾ ਨਵੀਂ 4 ਆਯਾਮੀ ਜਿਓਮੈਟਰੀ ਹੈ ਮਿੰਕੋਵਸਕੀ, ਜਿਸ ਨੂੰ ਅਸੀਂ ਮਿੰਕੋਵਸਕੀ ਸਪੇਸ ਕਹਿੰਦੇ ਆ। ਇਹ ਇਸ ਦਾ ਬੇਸ ਇਹ ਬਣੇਗਾ ਜਿਹੜਾ ਮਾਈਨਸ ਵਾਲਾ ਚਿੰਨ੍ਹ ਹੈ, ਪਾਈਥਾਗੋਰਸ ਤੋਂ ਉਲਟ ਹੈ। ਮਤਲਬ ਪਲੱਸ ਪਾਈਥਾਗੋਰਸ ਵਿੱਚ ਜਿਵੇਂ ਪਲੱਸ ਸਾਈਨ ਯੂਜ਼ ਹੁੰਦਾ, ਇਸ ਵਿੱਚ ਮਾਈਨਸ ਸਾਈਨ ਯੂਜ਼ ਹੁੰਦਾ ਹੈ। ਤਾਂ ਮੈਨੂੰ ਲੱਗਦਾ ਕਿ ਇਹ ਕਹਿਣਾ ਉਚਿਤ ਹੈ ਕਿ ਮਿੰਕੋਵਸਕੀ ਨੂੰ 1908 ਵਿੱਚ ਆਈਨਸਟਾਈਨ ਨੇ 3 ਸਾਲ ਪਹਿਲਾਂ ਸ਼ੁਰੂ ਕੀਤੀ ਵਿਸ਼ੇਸ਼ ਰਿਲੇਟਿਵਿਟੀ ਕ੍ਰਾਂਤੀ ਨੂੰ ਪੂਰਾ ਕਰਨ ਦਾ ਸਿਹਰਾ ਦਿੱਤਾ। ਤਾਂ ਮਿੰਕੋਵਸਕੀ ਨੇ 1908 ਦੇ ਵਿੱਚ ਜਿਹੜੀ 3 ਸਾਲ ਪਹਿਲਾਂ ਸ਼ੁਰੂ ਕੀਤੀ ਵਿਸ਼ੇਸ਼ ਰਿਲੇਟਿਵਿਟੀ ਸਪੈਸ਼ਲ ਰਿਲੇਟਿਵਿਟੀ ਦੀ ਜਿਹੜਾ ਜੋ ਵੀ ਇਹ ਸੀ ਉਸਦਾ ਸਿਹਰਾ ਉਸਨੇ ਮਿੰਕੋਵਸਕੀ ਨੂੰ ਦਿੱਤਾ। ਤਾਂ ਮਿੰਕੋਵਸਕੀ ਦੇ 4 ਆਯਾਮੀ ਸਪੇਸ ਟਾਈਮ ਦੇ ਚੌਥੇ ਆਯਾਮ ਦੇ ਰੂਪ ਦੇ ਵਿੱਚ ਸਮੇਂ ਦੀ ਧਾਰਨਾ ਦੇ ਅਸੀਂ ਦੇਣਦਾਰ ਹਾਂ ਕਿ ਉਸਨੇ 4 ਆਯਾਮੀ ਸਪੇਸ ਟਾਈਮ ਦੇ ਵਿੱਚ ਚੌਥੇ ਆਯਾਮ ਦੇ ਰੂਪ ਦੇ ਵਿੱਚ ਸਾਨੂੰ ਇਹ ਇੱਕ ਆਯਾਮ ਦਿੱਤਾ, ਡਾਇਮੈਂਸ਼ਨ ਦਿੱਤੀ। ਤਾਂ ਜਦੋਂ ਮੈਂ ਇਹ 2 ਪੇਪਰ ਪੜ੍ਹਦਾ ਤਾਂ ਮੈਨੂੰ ਅਜੇ ਵੀ ਕੰਬਣੀ ਦਿੰਦਾ ਹੈ। ਆਓ ਮਿੰਕੋਵਸਕੀ ਦੀ ਪਾਲਣਾ ਕਰੀਏ ਅਤੇ ਪ੍ਰਕਾਸ਼ ਦੀਆਂ ਕਿਰਨਾਂ ਦੇ ਮਾਰਗ 'ਤੇ ਵਿਚਾਰ ਕਰੀਏ ਜੋ ਮੂਲ ਤੋਂ ਸ਼ੁਰੂ ਹੁੰਦੀਆਂ। ਹਾਂ, ਰੋਸ਼ਨੀ ਦੀ ਇੱਕ ਫਲੈਸ਼ ਦੀ ਕਲਪਨਾ ਕਰੋ। ਇੱਕ ਫਲੈਸ਼ ਬੱਲਬ ਇਵੈਂਟ ਓਰੀਜਨ 'ਤੇ ਬੰਦ ਹੋ ਰਹੀ ਹੈ ਅਤੇ ਬਾਹਰ ਵੱਲ ਫੈਲ ਰਹੀ ਹੈ। ਅਤੇ ਆਓ ਅਸੀਂ ਇਸ ਦੇ ਵਿੱਚ ਇੱਕ ਚਿੱਤਰ ਵੀ ਬਣਾਉਂਦੇ ਹਾਂ। ਇੱਕ ਦੂਜੇ ਸੀਨ 'ਤੇ ਚੱਲਦੇ ਹਾਂ ਜਿਸ ਵਿੱਚ ਇੱਕ ਡਾਇਗਰਾਮ 1.11 ਜਿਸ ਵਿੱਚ ਇੱਕ ਓਰੀਜਨ ਦੇ ਉੱਤੇ ਇੱਕ ਲਾਈਟ ਸਟਾਰਟ ਹੁੰਦੀ ਹੈ ਅਤੇ ਇੱਧਰ ਨੂੰ ਫੈਲਦੀ ਹੈ ਉੱਪਰ ਵੱਲ ਨੂੰ, ਫਿਊਚਰ ਵੱਲ ਨੂੰ, ਟਾਈਮ ਵੱਲ ਨੂੰ, ਅਤੇ ਮਾਈਨਸ ਸਮੇਂ ਵੱਲ ਨੂੰ ਇਹ ਫੇਰ ਫੈਲਦੀ ਹੈ। ਅਤੇ ਇਹ ਇੱਕ ਮਿੰਕੋਵਸਕੀ ਦਾ ਡਾਇਗਰਾਮ ਹੈ ਜਿਵੇਂ। ਅਤੇ ਇੱਕੋ ਸਮੇਂ ਬਾਅਦ ਇਹ ਇੱਕ ਦੂਰੀ ਦੀ ਯਾਤਰਾ ਕਰੇਗੀ। ਇੱਕ ਸਮੇਂ ਬਾਅਦ ਇਹ ਇੱਕ ਦੂਰੀ ਦੀ ਯਾਤਰਾ ਕਰੇਗੀ ਅਤੇ ਇੱਕ ਅਸੀਂ ਸਮੀਕਰਨਾਂ ਦੁਆਰਾ ਫਲੈਸ਼ ਦਾ ਵਰਣਨ ਕਰ ਸਕਦੇ ਹਾਂ। ਐਕਸ ਸਕੇਅਰ ਪਲੱਸ ਵਾਈ ਸਕੇਅਰ ਪਲੱਸ ਜ਼ੈਡ ਸਕੇਅਰ ਇਜ਼ ਇਕੁਅਲ ਟੂ ਸੀ ਸਕੇਅਰ ਟੀ ਸਕੇਅਰ। ਇਹ ਅਸੀਂ ਇਸ ਨੂੰ ਇਵੇਂ ਅਸੀਂ ਲਿਖ ਸਕਦੇ ਹਾਂ 1.32 ਦੇ ਵਿੱਚ, ਕਿਉਂਕਿ ਇਹ ਮਾਈਨਸ ਟੀ ਓ ਇੱਕ ਤਰ੍ਹਾਂ ਦਾ ਮਾਈਨਸ ਟੀ ਇਜ਼ ਇਕੁਅਲ ਟੂ 0 ਵਾਲੀ ਇਹ ਉਹੀ ਇਕੁਏਸ਼ਨ ਹੈ ਜੋ ਉੱਪਰ ਲਿਖੀ ਗਈ ਹੈ ਸੇਮ। ਇਕੁਏਸ਼ਨ 1.32 ਦਾ ਖੱਬਾ ਪਾਸਾ ਓਰੀਜਨ ਤੋਂ ਦੂਰੀ ਦੇ ਉੱਤੇ ਹੈ। ਇਹਦਾ ਜਿਹੜਾ ਖੱਬਾ ਪਾਸਾ ਜਿਹੜਾ ਓਰੀਜਨ ਤੋਂ ਦੂਰੀ ਐਕਸ ਸਕੇਅਰ ਪਲੱਸ ਵਾਈ ਸਕੇਅਰ ਜ਼ੈਡ ਸਕੇਅਰ, ਅਤੇ ਸੱਜੇ ਪਾਸੇ ਉਹ ਦੂਰੀ ਹੈ ਜੋ ਲਾਈਟ ਸਿਗਨਲ ਦੁਆਰਾ ਟੀ ਸਮੇਂ ਦੇ ਵਿੱਚ ਤੈਅ ਕੀਤੀ ਜਾਂਦੀ ਹੈ। ਉਸੇ ਦਾ ਸਕੇਅਰ ਹੈ ਇਹ, ਜੋ ਸੀ ਟੀ ਤੈਅ ਕਰਦਾ ਉਹ ਜਿਹੜਾ ਲਾਈਟ ਸਿਗਨਲ ਹੈ ਉਹ ਦੂਰੀ ਹੈ ਜੋ ਹਾਈਪੋਟੋਨਸ ਬਣਦਾ ਉਸਦਾ ਪਾਈਥਾਗੋਰਸ ਦੇ ਵਿੱਚ ਜਿਵੇਂ। ਤਾਂ ਇਹਨਾਂ ਨੂੰ ਬਰਾਬਰ ਕਰਨ ਦੇ ਨਾਲ ਫਲੈਸ਼ ਦੁਆਰਾ ਪਹੁੰਚੇ ਸਾਰੇ ਬਿੰਦੂਆਂ ਦਾ ਟਿਕਾਣਾ ਮਿਲਦਾ। ਤਾਂ ਸਪੇਸ ਟਾਈਮ ਵਿੱਚ ਇੱਕ ਕੋਣ ਨੂੰ ਪਰਿਭਾਸ਼ਿਤ ਕਰਨ ਦੇ ਰੂਪ ਦੇ ਵਿੱਚ 4 ਦੀ ਬਜਾਏ ਸਿਰਫ 3 ਆਯਾਮਾਂ ਦੇ ਨਾਲ ਸਮੀਕਰਨ ਦੀ ਕਲਪਨਾ ਕੀਤੀ ਜਾ ਸਕਦੀ ਹੈ। ਹਾਲਾਂਕਿ ਉਸਨੇ ਕੋਣ ਨੂੰ ਬਿਲਕੁਲ ਨਹੀਂ ਖਿੱਚਿਆ, ਉਸਨੇ ਇਸ ਦਾ ਵਿਸਥਾਰ ਵਿੱਚ ਵਰਣਨ ਕੀਤਾ। ਕੋਣ ਦੀ ਫੋਟੋ ਇੱਥੇ ਬਣਾਈ ਹੋ ਗਈ ਹੈ। ਇਸ ਨੂੰ ਤੁਸੀਂ ਦੇਖ ਸਕਦੇ ਹੋ ਕਿ 0 ਬਿੰਦੂ 'ਤੇ ਮਿਲਦੀ ਹੈ, 0 ਓਰੀਜਨ ਦੇ ਉੱਤੇ। ਅਤੇ ਅਸੀਂ ਇੱਥੇ ਮਿੰਕੋਵਸਕੀ ਦਾ ਲਾਈਟ ਕੋਨ ਚਿੱਤਰ 1.11 ਇੱਥੇ ਬਣਾਇਆ ਹੋਇਆ ਜਿਵੇਂ। ਉੱਪਰ ਵੱਲ ਇਸ਼ਾਰਾ ਕਰਨ ਵਾਲੀ ਸ਼ਾਖਾ ਨੂੰ ਫਿਊਚਰ ਲਾਈਟ ਕੋਨ ਕਿਹਾ ਜਾਂਦਾ, ਅਤੇ ਜੋ ਥੱਲੇ ਵੱਲ ਇਸ਼ਾਰਾ ਕਰਦੀ ਆ ਉਸ ਨੂੰ ਪਾਸਟ ਲਾਈਟ ਕੋਨ ਕਿਹਾ ਜਾਂਦਾ, ਭੂਤਕਾਲ ਵਾਲੀ ਪੁਰਾਣੇ ਮਾਈਨਸ ਟੀ ਵਾਲੀ ਹੈ। ਅਤੇ ਹੁਣ ਆਓ ਐਕਸ ਐਕਸਿਸ ਦੇ ਨਾਲ ਸਖਤੀ ਨਾਲ ਗਤੀ ਦੀ ਰੇਲ ਮਾਰਗ ਸੰਸਾਰ 'ਤੇ ਵਾਪਸ ਚੱਲੀਏ। ਹੁਣ ਅਸੀਂ ਐਕਸ ਐਕਸਿਸ ਦੇ ਨਾਲ ਦੁਬਾਰਾ ਜਿਹੜਾ ਪਹਿਲਾਂ ਅਸੀਂ ਜਿਵੇਂ ਇਕੁਏਸ਼ਨਾਂ ਬਣਾਈਆਂ ਉਹਨਾਂ 'ਤੇ ਵਾਪਸ ਚੱਲਦੇ ਹਾਂ। ਪ੍ਰੋਪਰ ਟਾਈਮ ਦਾ ਭੌਤਿਕੀ ਅਰਥ ਇਸ ਦੀ ਥੋੜ੍ਹੀ ਗੱਲ ਕਰਦੇ ਹਾਂ ਪ੍ਰੋਪਰ ਟਾਈਮ ਦੀ। ਇੱਥੇ ਤੁਸੀਂ ਇਹ ਜਿਹੜੀ ਲਾਈਟ ਕੋਨ ਹੈ ਤੇ ਦੇਖ ਹੀ ਇਨਵੇਰੀਐਂਟ ਦੀ ਮਾਤਰਾ ਟਾਓ ਸਕੇਅਰ ਸਿਰਫ ਇੱਕ ਗਣਿਤਿਕ ਸੰਖੇਪਤਾ ਨਹੀਂ ਹੈਗੀ, ਇਸ ਦਾ ਇੱਕ ਭੌਤਿਕੀ ਇੱਥੋਂ ਤੱਕ ਕਿ ਇੱਕ ਪ੍ਰਯੋਗਾਤਮਕ ਅਰਥ ਵੀ ਹੁੰਦਾ, ਐਕਸਪੈਰੀਮੈਂਟਲ ਮੀਨਿੰਗ ਵੀ ਹੈ ਇਸ ਦਾ ਟਾਓ ਸਕੇਅਰ ਦਾ। ਇਸ ਨੂੰ ਸਮਝਣ ਦੇ ਲਈ ਲੈਨੀ ਨੂੰ ਆਮ ਵਾਂਗ ਐਕਸ ਧੁਰੇ ਦੇ ਨਾਲ ਨਾਲ ਚੱਲਦੇ ਹੋਏ ਅਤੇ ਬਾਕੀ ਫਰੇਮ ਦੇ ਵਿੱਚ ਆਰਟ ਆਰਾਮ 'ਤੇ ਜਿਵੇਂ ਹੁੰਦਾ ਉਸ 'ਤੇ ਵਿਚਾਰ ਕਰੋ। ਉਹ ਇੱਕ ਦੂਜੇ ਨੂੰ ਓਰੀਜਨ ਓ ਤੋਂ ਲੰਘਦੇ ਆ ਅਤੇ ਅਸੀਂ ਲੈਨੀ ਦੀ ਵਰਡ ਲਾਈਨ ਦੇ ਨਾਲ ਇੱਕ ਦੂਜੇ ਡੀ ਨੂੰ ਵੀ ਨਿਸ਼ਾਨ ਬਣਾਉਂਦੇ ਹਾਂ ਜੋ ਕਿ ਲੈਨੀ ਨੂੰ ਟੀ ਪ੍ਰਾਈਮ ਧੁਰੇ ਦੇ ਨਾਲ ਘੁੰਮਦੇ ਹੋਏ ਦਰਸਾਉਂਦਾ। ਇਹ ਸਭ ਚਿੱਤਰ 1.12 ਵਿੱਚ ਦਿਖਾਇਆ ਗਿਆ। ਤਾਂ ਹੁਣ ਅਸੀਂ ਇੱਕ ਨਵੇਂ ਚਿੱਤਰ 'ਤੇ ਚੱਲਦੇ ਹਾਂ 1.12 ਦੇ ਵਿੱਚ। ਜਿਵੇਂ ਇੱਥੇ ਇੱਕ ਡੀ ਪੁਆਇੰਟ ਹੈ ਅਤੇ ਇਹ ਓਰੀਜਨ ਤੋਂ ਦੋਨੋਂ ਲੰਘਦੇ ਆ। ਇਹ ਐਕਸ ਇਜ਼ ਇਕੁਅਲ ਟੂ 0 ਇਹ ਸਥਿਰ ਬਿੰਦੂ ਹੈ, ਐਕਸ ਇਜ਼ ਇਕੁਅਲ ਟੂ 0 ਇਹ ਜਿਹੜਾ ਸਥਿਰ ਅਬਜ਼ਰਵਰ ਹੈ ਉਸ ਦਾ ਫਰੇਮ ਹੈ, ਅਤੇ ਐਕਸ ਪ੍ਰਾਈਮ ਦੂਜੇ ਆਰਟ ਵਾਲੇ ਦਾ ਜਿਵੇਂ ਟੀ ਪ੍ਰਾਈਮ।
ਇਹ ਦੂਜੇ ਅਬਜ਼ਰਵਰ ਦਾ ਫਰੇਮ ਹੈ, ਉਹਦੇ ਵਿੱਚ ਐਕਸ ਪ੍ਰਾਈਮ ਹੈ ਇਹ। ਬਿੰਦੂ ਸੇਮ ਹੈ ਡੀ, ਐਕਸ ਪ੍ਰਾਈਮ ਟੀ ਪ੍ਰਾਈਮ ਹੈ। ਉਸਦੇ ਵਿੱਚ ਉਸਦੇ ਜਿਹੜੇ ਪ੍ਰਾਈਮ ਐਕਸਸ ਨੇ ਐਕਸ ਪ੍ਰਾਈਮ ਟੀ ਪ੍ਰਾਈਮ ਨੇ, ਇਸ ਵਿੱਚ ਉਸਦੇ ਐਕਸ ਤੇ ਟੀ ਨੇ, ਦੂਜੇ ਦੇ ਵਿੱਚ ਉਸਦੇ ਪ੍ਰਾਈਮ ਵਾਲੇ ਨੇ। ਤਾਂ ਵਿਸ਼ਵ ਰੇਖਾ ਦੇ ਨਾਲ ਸ਼ੁਰੂਆਤੀ ਬਿੰਦੂ ਆਮ ਮੂਲ 0 ਹੈ। ਤਾਂ ਦੋਵਾਂ ਵਰਲਡ ਲਾਈਨ ਦੇ ਨਾਲ ਜਿਹੜਾ ਸਟਾਰਟਿੰਗ ਪੁਆਇੰਟ ਆ ਉਹ 0 ਹੀ ਹੈ। ਤਾਂ ਪਰਿਭਾਸ਼ਾ ਦੇ ਅਨੁਸਾਰ ਲੈਨੀ ਐਕਸ ਪ੍ਰਾਈਮ ਇਜ਼ ਇਕੁਅਲ ਟੂ 0 ਦੇ ਸਥਿਤ ਹੁੰਦਾ ਹੈ, ਤੇ ਉਹ ਟੀ ਪ੍ਰਾਈਮ ਧੁਰੇ ਦੇ ਨਾਲ ਚੱਲਦਾ। ਤੇ ਕੋਆਰਡੀਨੇਟ ਐਕਸ ਤੇ ਟੀ ਨੇ ਜਿਹੜੇ ਇਹ ਆਰਟ ਦੇ ਫਰੇਮ ਦਾ ਹਵਾਲਾ ਦਿੰਦੇ ਆ, ਅਤੇ ਪ੍ਰਾਈਮ ਕੀਤੇ ਹੋਏ ਕੋਆਰਡੀਨੇਟ ਜਿਹੜੇ ਐਕਸ ਪ੍ਰਾਈਮ ਤੇ ਟੀ ਪ੍ਰਾਈਮ ਇਹ ਲੈਨੀ ਦੇ ਫਰੇਮ ਦਾ ਹਵਾਲਾ ਦਿੰਦੇ ਆ। ਤਾਂ ਇਨਵੇਰੀਐਂਟ ਟਾਓ ਸਕੇਅਰ ਨੂੰ ਲੈਨੀ ਦੇ ਫਰੇਮ 'ਚ ਟੀ ਪ੍ਰਾਈਮ ਸਕੇਅਰ ਮਾਈਨਸ ਐਕਸ ਪ੍ਰਾਈਮ ਸਕੇਅਰ ਵਜੋਂ ਪਰਿਭਾਸ਼ਿਤ ਕੀਤਾ ਗਿਆ। ਪਰਿਭਾਸ਼ਾ ਦੇ ਅਨੁਸਾਰ ਲੈਨੀ ਹਮੇਸ਼ਾ ਆਪਣੇ ਆਰਾਮ ਫਰੇਮ ਦੇ ਵਿੱਚ ਐਕਸ ਪ੍ਰਾਈਮ ਇਜ਼ ਇਕੁਅਲ ਟੂ 0 ਤੇ ਰਹਿੰਦਾ, ਕਿਉਂਕਿ ਬਿੰਦੂ ਡੀ ਤੇ ਐਕਸ ਪ੍ਰਾਈਮ ਇਜ਼ ਇਕੁਅਲ ਟੂ 0 ਟੀ ਪ੍ਰਾਈਮ ਸਕੇਅਰ ਪਲੱਸ ਐਕਸ ਪ੍ਰਾਈਮ ਸਕੇਅਰ ਇਜ਼ ਇਕੁਅਲ ਟੂ ਟਾਓ ਸਕੇਅਰ ਪ੍ਰਾਈਮ ਦੇ ਬਰਾਬਰ ਹੁੰਦਾ। ਤਾਂ ਇੱਥੇ ਅਗਰ ਅਸੀਂ ਇਕੁਏਸ਼ਨ ਟਾਓ ਸਕੇਅਰ ਇਜ਼ ਇਕੁਅਲ ਟੂ ਟੀ ਸਕੇਅਰ ਪ੍ਰਾਈਮ ਮਾਈਨਸ ਐਕਸ ਪ੍ਰਾਈਮ ਸਕੇਅਰ ਇਹ ਬਣ ਜਾਏਗੀ। ਫਿਰ ਅਗਰ ਐਕਸ ਪ੍ਰਾਈਮ 0 ਹੋਵੇ ਤਾਂ ਇਹ ਸਿਰਫ ਟਾਓ ਸਕੇਅਰ ਟੀ ਸਕੇਅਰ ਦੇ ਬਰਾਬਰ ਹੀ ਬਣ ਜਾਏਗਾ, ਯਾਨੀ ਕਿ ਟਾਓ ਟੀ ਪ੍ਰਾਈਮ ਸਕੇਅਰ ਦੇ ਬਰਾਬਰ ਬਣ ਜਾਏਗਾ। ਟਾਓ ਸਕੇਅਰ ਹੈ ਜਿਹੜਾ, ਤਾਂ ਟੀ ਹੈ ਜਿਹੜਾ ਇਹ ਟੀ ਪ੍ਰਾਈਮ ਹੈ ਜਿਹੜਾ ਇਹ ਟਾਓ ਦੇ ਬਰਾਬਰ ਹੀ ਬਣ ਜਾਂਦਾ, ਪ੍ਰੋਪਰ ਟਾਈਮ ਦੇ ਬਰਾਬਰ ਬਣ ਜਾਂਦਾ। ਪਰ ਟੀ ਪ੍ਰਾਈਮ ਕੀ ਹੁੰਦਾ? ਇਹ ਉਸ ਸਮੇਂ ਦੀ ਮਾਤਰਾ ਜੋ ਲੈਨੀ ਦੇ ਫਰੇਮ ਦੇ ਵਿੱਚ ਬੀਤ ਰਹੀ ਹੁੰਦੀ ਹੈ ਜਦੋਂ ਤੋਂ ਉਸਨੇ ਓਰੀਜਨ ਛੱਡਿਆ। ਇਸ ਵਿੱਚ ਲੈਨੀ ਨੂੰ ਦੂਜਾ ਯਾਤਰਾ ਵਾਲਾ ਬਣਾਇਆ ਗਿਆ ਇਸ ਵਾਰ ਫਿਲਹਾਲ। ਤੇ ਜਦੋਂ ਓਰੀਜਨ ਨੂੰ ਛੱਡ ਦਿੰਦਾ ਤਾਂ ਉਸਦਾ ਜਿਹੜਾ ਸਮਾਂ ਟੀ ਪ੍ਰਾਈਮ ਹੁੰਦਾ, ਜਿਹੜਾ ਕਿ ਟਾਊ ਦੇ ਬਰਾਬਰ ਹੀ ਹੈ ਇੱਥੇ, ਕਿਉਂਕਿ ਐਕਸ ਪ੍ਰਾਈਮ ਇੱਥੇ ਅਸੀਂ 0 ਲਿਆ। ਤਾਂ ਇਹ ਉਸ ਸਮੇਂ ਦੀ ਮਾਤਰਾ ਜੋ ਲੈਨੀ ਦੇ ਫਰੇਮ 'ਚ ਬੀਤ ਗਈ ਹੈ ਜਦੋਂ ਤੋਂ ਉਸਨੇ ਓਰੀਜਨ ਛੱਡਿਆ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਨਵੇਰੀਐਂਟ ਟਾਓ ਦਾ ਭੌਤਿਕੀ ਅਰਥ ਇਹ ਹੁੰਦਾ ਹੈ, ਇੱਕ ਵਿਸ਼ਵ ਰੇਖਾ ਦੇ ਨਾਲ ਵਰਲਡ ਲਾਈਨ ਦੇ ਨਾਲ ਇਨਵੇਰੀਐਂਟ ਪ੍ਰੋਪਰ ਟਾਈਮ ਉਸ ਵਰਲਡ ਲਾਈਨ ਦੇ ਨਾਲ ਚੱਲਦੀ ਇੱਕ ਘੜੀ ਦੀ ਟਿਕ ਨੂੰ ਦਰਸਾਉਂਦਾ ਹੈ। ਇਸ ਸਥਿਤੀ ਦੇ ਵਿੱਚ ਇਹ ਲੈਨੀ ਦੇ ਰੋਲੈਕਸ ਦੇ ਟਿੱਕਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ, ਕਿਉਂਕਿ ਉਹ ਓਰੀਜਨ ਤੋਂ ਬਿੰਦੂ ਡੀ ਵੱਲ ਜਾਂਦਾ ਹੈ। ਤਾਂ ਪ੍ਰੋਪਰ ਟਾਈਮ ਦੀ ਸਾਡੀ ਚਰਚਾ ਨੂੰ ਪੂਰਾ ਕਰਨ ਲਈ ਅਸੀਂ ਇਸ ਨੂੰ ਰਵਾਇਤੀ ਨਿਰਦੇਸ਼ਾਂਕਾਂ ਦੇ ਵਿੱਚ ਲਿਖਦੇ ਹਾਂ ਕਿ ਟਾਓ ਸਕੇਅਰ ਇਜ਼ ਇਕੁਅਲ ਟੂ ਟੀ ਸਕੇਅਰ ਮਾਈਨਸ ਐਕਸ ਸਕੇਅਰ ਦੇ ਨਾਲ ਅਸੀਂ ਸੀ ਸਕੇਅਰ ਨਾਲ ਡਿਵਾਈਡ ਵੀ ਕਰਨਾ ਹੁੰਦਾ, ਕਿਉਂਕਿ ਟੀ ਦੀ ਇਹਦਾ ਡਾਇਮੈਂਸ਼ਨ ਟਾਈਮ ਦੀ ਹੈ, ਟਾਓ ਦੀ ਵੀ ਟਾਈਮ ਦੀ ਹੈ। ਅਤੇ ਇੱਧਰ ਐਕਸ ਸਕੇਅਰ ਡਿਵਾਈਡ ਬਾਏ ਸੀ ਸਕੇਅਰ ਨਾਲ ਡਿਵਾਈਡ ਕਰਕੇ ਇਹ ਸੇਮ ਡਾਇਮੈਂਸ਼ਨ ਬਣੇਗੀ। ਤਾਂ ਟੀ ਸਕੇਅਰ ਮਾਈਨਸ ਐਕਸ ਸਕੇਅਰ ਡਿਵਾਈਡ ਬਾਏ ਸੀ ਸਕੇਅਰ ਇਸ ਦੀ ਜਿਹੜੀ ਪਰਿਭਾਸ਼ਾ ਬਣੇਗੀ। ਹੁਣ ਅਸੀਂ ਇੱਕ ਅਗਲਾ ਚੈਪਟਰ ਪੜ੍ਹ ਰਹੇ ਹਾਂ, ਸਪੇਸ ਟਾਈਮ ਇੰਟਰਵਲ। ਤਾਂ ਪ੍ਰੋਪਰ ਟਾਈਮ ਸ਼ਬਦ ਦਾ ਇੱਕ ਖਾਸ ਭੌਤਿਕੀ ਅਤੇ ਮਾਤਰਾਤਮਕ ਅਰਥ ਹੈ। ਦੂਜੇ ਪਾਸੇ ਮੈਂ ਸਪੇਸ ਟਾਈਮ ਦੂਰੀ ਸ਼ਬਦ ਨੂੰ ਉਸੇ ਵਿਚਾਰ ਦੇ ਇੱਕ ਆਮ ਸੰਸਕਰਣ ਵਜੋਂ ਵੀ ਵਰਤਿਆ। ਅੱਗੇ ਜਾ ਕੇ ਅਸੀਂ ਇੱਕ ਹੋਰ ਸਟੀਕ ਸ਼ਬਦ ਸਪੇਸ ਟਾਈਮ ਅੰਤਰਾਲ ਨੂੰ ਡੈਲਟਾ ਐਸ ਸਕੇਅਰ ਦੀ ਵਰਤੋਂ ਸ਼ੁਰੂ ਕਰਾਂਗੇ, ਜਿਸ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਂਦਾ, ਡੈਲਟਾ ਸਕੇਅਰ ਇਜ਼ ਇਕੁਅਲ ਟੂ ਮਾਈਨਸ ਡੈਲਟਾ ਟੀ ਸਕੇਅਰ ਪਲੱਸ ਡੈਲਟਾ ਐਕਸ ਸਕੇਅਰ ਪਲੱਸ ਡੈਲਟਾ ਵਾਈ ਸਕੇਅਰ ਪਲੱਸ ਡੈਲਟਾ ਜ਼ੈਡ ਸਕੇਅਰ। ਤਾਂ ਇਹ ਡੈਲਟਾ ਐਸ ਸਪੇਸ ਟਾਈਮ ਇੰਟਰਵਲ ਕਿਹਾ ਜਾਂਦਾ, ਇਸ ਦੀ ਵਰਤੋਂ ਸ਼ੁਰੂ ਕਰਾਂਗੇ, ਜਿਹੜਾ ਕਿ ਇਸ ਦੇ ਬਰਾਬਰ ਹੈ। ਤਾਂ ਇੱਕ ਘਟਨਾ ਟੀ ਐਕਸ ਵਾਈ ਜ਼ੈਡ ਅਤੇ ਓਰੀਜਨ ਦੇ ਵਿਚਕਾਰ ਸਪੇਸ ਟਾਈਮ ਅੰਤਰਾਲ ਦਾ ਵਰਣਨ ਕਰਨ ਦੇ ਲਈ ਅਸੀਂ ਲਿਖਦੇ ਹਾਂ ਐਸ ਸਕੇਅਰ ਇਜ਼ ਇਕੁਅਲ ਟੂ ਟੀ ਮਾਈਨਸ ਟੀ ਸਕੇਅਰ ਪਲੱਸ ਐਕਸ ਸਕੇਅਰ ਪਲੱਸ ਵਾਈ ਸਕੇਅਰ ਪਲੱਸ ਜ਼ੈਡ ਸਕੇਅਰ। ਤਾਂ ਅਸੀਂ ਇਸ ਤਰ੍ਹਾਂ ਨਾਲ ਲਿਖਦੇ ਹਾਂ ਕਿ ਇੱਕ ਜਿਹੜੀ ਘਟਨਾ ਹੈ ਟੀ ਐਕਸ ਵਾਈ ਜ਼ੈਡ ਜਿਹੜੇ ਉਹਦੇ 4 ਕੋਆਰਡੀਨੇਟ ਨੇ, ਉਹ ਇਸ ਤਰੀਕੇ ਨਾਲ ਉਸਦਾ ਅਸੀਂ ਵਰਣਨ ਕਰਦੇ ਹਾਂ। ਮੇਰੇ ਖਿਆਲ ਨਾਲ ਫੋਟੋ ਦੀ ਸਾਨੂੰ ਜ਼ਰੂਰਤ ਨਹੀਂ ਹੈ, ਅਸੀਂ ਦੁਬਾਰਾ ਵੱਡੀ ਸਕਰੀਨ 'ਤੇ ਚੱਲਦੇ ਹਾਂ। ਤਾਂ ਦੂਜੇ ਸ਼ਬਦਾਂ ਵਿੱਚ ਐਸ ਸਕੇਅਰ ਸਿਰਫ ਟਾਓ ਸਕੇਅਰ ਦਾ ਨੈਗੇਟਿਵ ਹੁੰਦਾ, ਜਿਹੜਾ ਐਸ ਸਕੇਅਰ ਹੈ ਇਸੇ ਦਾ ਨੈਗੇਟਿਵ ਹੈ, ਤੁਸੀਂ ਦੇਖ ਸਕਦੇ ਹੋ। ਅਤੇ ਇਸ ਲਈ ਇਹ ਇੱਕ ਇਨਵੇਰੀਐਂਟ ਹੁੰਦਾ ਹੈ, ਕਿਉਂਕਿ ਇਸਦਾ ਨੈਗੇਟਿਵ ਵੀ ਤਾਂ ਇਨਵੇਰੀਐਂਟ ਹੀ ਹੋਏਗਾ। ਕਿਸੇ ਚੀਜ਼ ਨੂੰ ਨੈਗੇਟਿਵ ਕਰਨ ਦੇ ਨਾਲ ਉਸਦੀ ਇਨਵੇਰੀਐਂਸ ਨੂੰ ਕੋਈ ਫਰਕ ਨਹੀਂ ਪੈਂਦਾ।
ਤਾਂ ਇਹ ਟਾਊ ਸਕੁਏਅਰ ਦਾ ਨੈਗੇਟਿਵ ਹੈ, ਇੱਥੇ ਟੀ ਸਕੁਏਅਰ ਪਲੱਸ ਹੈ, ਮਾਈਨਸ ਐਕਸ ਸਕੁਏਅਰ ਮਾਈਨਸ ਵਾਈ ਸਕੁਏਅਰ ਮਾਈਨਸ ਜ਼ੈਡ ਸਕੁਏਅਰ ਹੈ ਟਾਊ ਸਕੁਏਅਰ ਦੇ ਲਈ। ਅਤੇ ਇਸ ਦੇ ਵਿੱਚ ਜਿਹੜਾ ਐਸ ਸਕੁਏਅਰ ਹੈ ਇਸੇ ਦਾ ਉਲਟਾ ਹੈ, ਮਾਈਨਸ ਟੀ, ਇੱਥੇ ਟੀ ਸਕੁਏਅਰ ਦੀ ਜਗ੍ਹਾ ਮਾਈਨਸ ਟੀ ਸਕੁਏਅਰ ਹੈ, ਲੇਕਿਨ ਐਕਸ ਸਕੁਏਅਰ ਵਾਈ ਸਕੁਏਅਰ ਜ਼ੈਡ ਸਕੁਏਅਰ ਤਿੰਨੇ ਇਸ ਵਿੱਚ ਪੋਜ਼ੀਟਿਵ ਨੇ, ਤਾਂ ਇਸੇ ਨੂੰ ਸਿਰਫ ਨੈਗੇਟਿਵ ਕਰਕੇ ਇਹ ਬਣ ਜਾਂਦਾ। ਤਾਂ ਟੀ ਐਸ ਸਕੁਏਅਰ ਸਿਰਫ ਟਾਊ ਸਕੁਏਅਰ ਦਾ ਨੈਗੇਟਿਵ ਹੁੰਦਾ, ਇਸ ਲਈ ਇਹ ਵੀ ਇੱਕ ਇਨਵੇਰੀਐਂਟ ਹੁੰਦਾ, ਇਸ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਤਾਂ ਇੱਥੇ ਅਸੀਂ ਐਸ ਸਕੁਏਅਰ ਨੂੰ ਲਿਖਤਾ ਮਾਈਨਸ ਟੀ ਸਕੁਏਅਰ ਪਲੱਸ ਐਕਸ ਸਕੁਏਅਰ ਪਲੱਸ ਵਾਈ ਸਕੁਏਅਰ ਜ਼ੈਡ ਸਕੁਏਅਰ ਪਲੱਸ ਜ਼ੈਡ ਸਕੁਏਅਰ, ਅਤੇ ਜਿਹੜਾ ਟਾਊ ਸਕੁਏਅਰ ਹੈ ਇਸੇ ਤੋਂ ਉਲਟਾ ਹੈ, ਇਸ 'ਚ ਮਾਈਨਸ ਹੈ ਸਾਰੇ ਪਾਸੇ। ਐਕਸ ਸਕੁਏਅਰ ਵਾਈ ਸਕੁਏਅਰ ਜ਼ੈਡ ਸਕੁਏਅਰ ਤਿੰਨਾਂ ਵਿੱਚ ਮਾਈਨਸ ਹੈ, ਟੀ ਸਕੁਏਅਰ ਪੋਜ਼ੀਟਿਵ ਹੈ, ਇੱਥੇ ਟੀ ਸਕੁਏਅਰ ਨੈਗੇਟਿਵ ਹੈ। ਅਤੇ ਹੁਣ ਤੱਕ ਟਾਊ ਸਕੁਏਅਰ ਅਤੇ ਐਸ ਸਕੁਏਅਰ ਦੇ ਵਿਚਕਾਰ ਅੰਤਰ ਮਹੱਤਵਪੂਰਨ ਨਹੀਂ ਰਿਹਾ, ਪਰ ਜਲਦੀ ਹੀ ਇਹ ਖੇਡ ਵਿੱਚ ਆ ਜਾਵੇਗਾ। ਹੁਣ ਅਸੀਂ ਅਗਲਾ ਚੈਪਟਰ ਪੜ੍ਹ ਰਹੇ ਹਾਂ, ਟਾਈਮ ਲਾਈਕ, ਸਪੇਸ ਲਾਈਕ ਅਤੇ ਲਾਈਟ ਲਾਈਕ ਵਖਰੇਵੇਂ। ਤਿੰਨ ਸ਼ਬਦ ਨੇ ਇਹ, ਇਹਨਾਂ ਦਾ ਅਸੀਂ ਹੁਣ ਡਿਫਰੈਂਸ ਪੜ੍ਹਾਂਗੇ ਕੀ ਹੈ ਇਹਨਾਂ ਦੇ ਵਿੱਚ। ਤਾਂ ਮਿੰਕੋਵਸਕੀ ਦੁਆਰਾ ਰਿਲੇਟਿਵਿਟੀ ਦੇ ਵਿੱਚ ਪੇਸ਼ ਕੀਤੇ ਗਏ ਬਹੁਤ ਸਾਰੇ ਜਿਓਮੈਟ੍ਰਿਕ ਵਿਚਾਰਾਂ ਵਿੱਚ ਘਟਨਾਵਾਂ ਦੇ ਵਿਚਕਾਰ ਟਾਈਮ ਲਾਈਕ, ਸਪੇਸ ਲਾਈਕ ਅਤੇ ਲਾਈਟ ਲਾਈਕ ਵਿਭਾਜਨ ਦੇ ਸੰਕਲਪ ਹੁੰਦੇ ਆ। ਇਹ ਵਰਗੀਕਰਨ ਇਨਵੇਰੀਐਂਟ ਦੇ ਆਧਾਰ ਤੇ ਹੋ ਸਕਦਾ ਹੈ। ਇਸੇ ਜਿਹੜੀ ਇਕੁਏਸ਼ਨ ਆ ਟਾਊ ਸਕੁਏਅਰ ਵਾਲੀ ਜਾਂ ਸਕੁਏਅਰ ਵਾਲੀ, ਇਹਨਾਂ ਦੇ ਆਧਾਰ ਦੇ ਉੱਤੇ ਇਹ ਵਰਗੀਕਰਨ ਕੀਤਾ ਜਾ ਸਕਦਾ ਹੈ। ਜੋ ਸਪੇਸ ਟਾਈਮ ਅੰਤਰਾਲ ਜੋ ਕਿ ਇੱਕ ਘਟਨਾ ਟੀ ਐਕਸ ਵਾਈ ਜ਼ੈਡ ਨੂੰ ਰੀਜਨ ਤੋਂ ਵੱਖ ਕਰਦੀ ਹੈ, ਜਿਵੇਂ ਸਪੇਸ ਟਾਈਮ ਜਿਹੜਾ ਅੰਤਰਾਲ ਹੈ ਉਹ ਰੀਜਨ ਤੋਂ ਜਿੰਨੀ ਉਸਦੀ ਦੂਰੀ ਹੁੰਦੀ ਹੈ ਉਸਦੇ ਬਾਰੇ ਗੱਲ ਹੈ ਇਹ। ਤਾਂ ਅਸੀਂ ਐਸ ਸਕੁਏਅਰ ਦੀ ਵਰਤੋਂ ਕਰਾਂਗੇ, ਐਸ ਸਕੁਏਅਰ ਵਾਲੀ ਇਕੁਏਸ਼ਨ ਦੀ ਅਸੀਂ ਵਰਤੋਂ ਕਰਾਂਗੇ, ਅਤੇ ਅੰਤਰਾਲ ਐਸ ਸਕੁਏਅਰ ਨੈਗੇਟਿਵ, ਪੋਜ਼ੀਟਿਵ ਜਾਂ ਜ਼ੀਰੋ ਹੋ ਸਕਦਾ ਹੈ। ਜਿਹੜਾ ਇਸ ਐਸ ਸਕੁਏਅਰ ਹੈ ਇਹ ਜ਼ੀਰੋ ਵੀ ਹੋ ਸਕਦਾ, ਪੋਜ਼ੀਟਿਵ ਵੀ ਹੋ ਸਕਦਾ, ਨੈਗੇਟਿਵ ਵੀ ਹੋ ਸਕਦਾ, ਅਤੇ ਇਹ ਨਿਰਧਾਰਿਤ ਕਰਦਾ ਹੈ ਕਿ ਕੀ ਕੋਈ ਘਟਨਾ ਸਮੇਂ ਵਰਗੀ ਹੈ ਜਾਂ ਸਪੇਸ ਵਰਗੀ ਹੈ ਜਾਂ ਫਿਰ ਰੀਜਨ ਤੋਂ ਵੱਖ ਕੀਤੀ ਗਈ ਹੈ। ਤਾਂ ਇਹਨਾਂ ਤਿੰਨਾਂ ਦਾ ਅਸੀਂ ਅਰਥ ਪੜ੍ਹਾਂਗੇ। ਅਤੇ ਬੜਾ ਸਿੰਪਲ ਹੀ ਹੈ, ਸੌਖਾ ਹੀ ਕੰਮ ਹੈ ਇਸ ਵਿੱਚ, ਇਹੀ ਕੁਐਸਚਨ ਯੂਜ਼ ਹੋਏਗੀ ਸਾਰੀ ਵਾਰੀ। ਤਾਂ ਇਹਨਾਂ ਸ਼੍ਰੇਣੀਆਂ ਬਾਰੇ ਕੁਝ ਅਨੁਭਵ ਪ੍ਰਾਪਤ ਕਰਨ ਲਈ ਜ਼ੀਰੋ ਸਮੇਂ ਅਲਫਾ ਸੈਂਚਰੀ ਤੋਂ ਸ਼ੁਰੂ ਹੋਣ ਵਾਲੇ ਇੱਕ ਲਾਈਟ ਸਿਗਨਲ ਬਾਰੇ ਸੋਚੋ। ਅਲਫਾ ਸੈਂਚਰੀ ਇੱਕ ਜਿਵੇਂ ਤਾਰਾ ਹੈ ਸਾਡੇ ਤੋਂ 4 ਪ੍ਰਕਾਸ਼ ਸਮੇਂ, ਪ੍ਰਕਾਸ਼ ਸਾਲ ਦੀ ਦੂਰੀ 'ਤੇ ਹੈ, ਕਿ ਉੱਥੋਂ ਲਾਈਟ ਆਉਣ ਨੂੰ ਸਾਨੂੰ 4 ਸਾਲ ਲੱਗ ਜਾਂਦੀ ਤਕਰੀਬਨ ਉੱਥੇ। ਤਾਂ ਉਸਦੇ ਸਪੋਜ਼ ਕਰੋ ਉੱਥੋਂ ਇੱਕ ਲਾਈਟ ਸਿਗਨਲ ਆ ਰਿਹਾ, ਅਤੇ ਉਸ ਸਿਗਨਲ ਨੂੰ ਧਰਤੀ 'ਤੇ ਸਾਡੇ ਤੱਕ ਪਹੁੰਚਣ ਦੇ ਲਗਭਗ 4 ਸਾਲ ਲੱਗ ਜਾਂਦੇ ਹਨ। ਇਸ ਉਦਾਹਰਨ ਦੇ ਵਿੱਚ ਅਲਫਾ ਸੈਂਚਰੀ ਵਿੱਚ ਲਾਈਟ ਫਲੈਸ਼ ਓਰੀਜਨ ਹੁੰਦੀ ਹੈ, ਸਪੋਜ਼ ਕਰੋ ਉੱਥੇ ਓਰੀਜਨ ਜ਼ੀਰੋ ਹੈ, ਅਤੇ ਅਸੀਂ ਇਸ ਦੇ ਭਵਿੱਖ ਦੇ ਲਾਈਟ ਕੋਨ ਦੇ ਜਿਵੇਂ ਚਿੱਤਰ ਤੁਸੀਂ ਪਹਿਲਾਂ ਦੇਖਿਆ ਉਸਦੇ ਵਿੱਚ ਸਪੋਜ਼ ਕਰੋ ਉੱਪਰਲੇ ਪਾਸੇ ਹੈ। ਅਤੇ ਹੁਣ ਅਸੀਂ ਟਾਈਮ ਲਾਈਕ ਵਖਰੇਵਾਂ ਪੜ੍ਹਾਂਗੇ। ਇਸ ਵਿੱਚ ਸਭ ਤੋਂ ਪਹਿਲਾਂ ਤਾਂ ਪਹਿਲਾਂ ਇੱਕ ਬਿੰਦੂ 'ਤੇ ਵਿਚਾਰ ਕਰੋ ਜੋ ਕੋਨ ਦੇ ਅੰਦਰ ਪਿਆ ਹੈ। ਕੋਨ ਦੇ ਅੰਦਰ ਜਿਹੜਾ ਬਿੰਦੂ ਹੋਵੇ ਅਜਿਹਾ ਤਾਂ ਹੀ ਹੋਵੇਗਾ ਜੇਕਰ ਇਸ ਦਾ ਸਮੇਂ ਦਾ ਨਿਰਦੇਸ਼ਾਂਕ ਟੀ ਹੈ ਜਿਹੜਾ, ਇਸ ਦਾ ਮੈਗਨੀਚਿਊਡ ਆ ਜਿਹੜਾ ਘਟਨਾ ਦੀ ਸਥਾਨਕ ਦੂਰੀ ਤੋਂ ਵੱਧ ਹੋਵੇ। ਦੂਜੇ ਸ਼ਬਦਾਂ ਵਿੱਚ ਜੇਕਰ ਮਾਈਨਸ ਟੀ ਸਕੁਏਅਰ ਪਲੱਸ ਐਕਸ ਸਕੁਏਅਰ ਪਲੱਸ ਵਾਈ ਸਕੁਏਅਰ ਪਲੱਸ ਜ਼ੈਡ ਸਕੁਏਅਰ ਜ਼ੀਰੋ ਤੋਂ ਘੱਟ ਹੋਵੇ, ਯਾਨੀ ਕਿ ਜਿਹੜਾ ਇਹ ਨਿਰਦੇਸ਼ਾਂਕ ਟੀ ਹੈ ਇਹ ਅਗਰ ਘਟਨਾ ਦੀ ਸਥਾਨਕ ਦੂਰੀ ਤੋਂ ਵੱਧ ਹੋਵੇ, ਯਾਨੀ ਕਿ ਐਕਸ ਸਕੁਏਅਰ ਪਲੱਸ ਵਾਈ ਸਕੁਏਅਰ ਪਲੱਸ ਜ਼ੈਡ ਸਕੁਏਅਰ ਤੋਂ ਜਿਹੜਾ ਟੀ ਹੈ ਇਹ ਅਗਰ ਜ਼ਿਆਦਾ ਹੋਵੇਗਾ, ਤਾਂ ਕਿਉਂਕਿ ਇਹ ਮਾਈਨਸ ਹੈ ਤਾਂ ਫਿਰ ਇਹ ਐਕਸ ਸਕੁਏਅਰ ਵਾਈ ਸਕੁਏਅਰ ਜ਼ੈਡ ਸਕੁਏਅਰ ਤੋਂ ਘੱਟ ਜਾਏਗਾ, ਅਤੇ ਜ਼ੀਰੋ ਤੋਂ ਇਹ ਨੈਗੇਟਿਵ ਹੋ ਜਾਏਗਾ। ਫਿਰ ਇਹ ਤਾਂ ਫਿਰ ਇਹ ਸਮੇਂ ਦਾ ਨਿਰਦੇਸ਼ਾਂਕ ਦਾ ਜਿਹੜਾ ਮੈਗਨੀਚਿਊਡ ਆ ਟੀ ਦਾ, ਇਹ ਘਟਨਾ ਦੀ ਸਥਾਨਕ ਦੂਰੀ ਤੋਂ ਵੱਧ ਹੋਣਾ ਚਾਹੀਦਾ ਹੈ, ਯਾਨੀ ਕਿ ਐਕਸ ਸਕੁਏਅਰ ਵਾਈ ਸਕੁਏਅਰ ਜ਼ੈਡ ਸਕੁਏਅਰ ਤੋਂ ਵੱਧ ਹੋਣਾ ਚਾਹੀਦਾ ਹੈ। ਯਾਨੀ ਕਿ ਟੀ ਸਕੁਏਅਰ ਨੂੰ ਅਗਰ ਅਸੀਂ ਉੱਧਰਲੀ ਸਾਈਡ ਲਿਜਾਂਦੇ ਹਾਂ ਤਾਂ ਇਹ ਇੱਧਰ ਵਾਲੇ ਐਕਸ ਸਕੁਏਅਰ ਵਾਈ ਸਕੁਏਅਰ ਜ਼ੈਡ ਸਕੁਏਅਰ ਤੋਂ ਵੱਧ ਹੋਣਾ ਚਾਹੀਦਾ। ਅਜਿਹੀਆਂ ਘਟਨਾਵਾਂ ਨੂੰ ਰੀਜਨ ਦੇ ਰਿਲੇਟਿਵ ਟਾਈਮ ਲਾਈਕ ਕਿਹਾ ਜਾਂਦਾ ਇਹਨਾਂ ਨੂੰ, ਇਹ ਟਾਈਮ ਇਹਨਾਂ ਵਿੱਚ ਵੱਡਾ ਹੈ। ਅਤੇ ਟੀ ਐਕਸਸ ਦੇ ਸਾਰੇ ਬਿੰਦੂ ਓਰੀਜਨ ਦੇ ਰਿਲੇਟਿਵ ਹੁੰਦਾ, ਅਤੇ ਮੈਂ ਉਹਨਾਂ ਨੂੰ ਟਾਈਮ ਲਾਈਕ ਕਹਾਂਗਾ। ਅਤੇ ਟਾਈਮ ਲਾਈਕ ਹੋਣ ਦੀ ਵਿਸ਼ੇਸ਼ਤਾ ਇਨਵੇਰੀਐਂਟ ਹੁੰਦੀ ਹੈ, ਕਿ ਜੇਕਰ ਕੋਈ ਘਟਨਾ ਕਿਸੇ ਵੀ ਫਰੇਮ ਦੇ ਵਿੱਚ ਟਾਈਮ ਲਾਈਕ ਹੋਵੇ ਤਾਂ ਇਹ ਸਾਰੇ ਫਰੇਮਾਂ ਦੇ ਵਿੱਚ ਵੀ ਟਾਈਮ ਲਾਈਕ ਰਹਿੰਦੀ ਹੈ। ਤਾਂ ਇਸ ਟਾਈਮ ਲਾਈਕ ਵਖਰੇਵਾਂ ਜਿਵੇਂ ਚੈਪਟਰ ਦਾ ਸਾਡਾ ਨਾਮ ਹੈ, ਇਸ ਦੇ ਵਿੱਚ
ਇਹ ਪਹਿਲੀ ਇਕੁਏਸ਼ਨ ਹੈ ਕਿ ਉਹ 0 ਤੋਂ ਛੋਟਾ ਰਹਿੰਦਾ ਜਿਹੜਾ ਇਹ ਸਾਡਾ ਇਹ -t ਵਾਲਾ ਇਹ s ਸਕੁਏਅਰ ਹੈ ਜਿਵੇਂ s ਸਪੇਸ ਵਾਲਾ ਜਿਹੜਾ ਇੰਟਰਵਲ ਹੈ ਇਹ ਟਾਈਮ 0 ਤੋਂ ਘੱਟ ਹੈ। ਤਾਂ ਜੇਕਰ ਫਲੈਸ਼ ਭੇਜੇ ਜਾਣ ਤੋਂ 4 ਸਾਲ ਬਾਅਦ ਧਰਤੀ ਤੇ ਕੋਈ ਘਟਨਾ ਵਾਪਰਦੀ ਹੈ ਤਾਂ ਇਹ ਫਲੈਸ਼ ਦੇ ਰਿਲੇਟਿਵ ਟਾਈਮ ਲਾਈਕ ਹੁੰਦੀ ਹੈ। ਤਾਂ ਫਲੈਸ਼ ਭੇਜੇ ਜਾਣ ਤੋਂ 4 ਸਾਲ ਬਾਅਦ ਅਗਰ ਕੋਈ ਘਟਨਾ ਵਾਪਰੇ ਤਾਂ ਫਿਰ ਇਹ ਫਲੈਸ਼ ਦੇ ਰਿਲੇਟਿਵ ਟਾਈਮ ਲਾਈਕ ਹੁੰਦੀ ਹੈ, ਕਿਉਂਕਿ ਟਾਈਮ ਉਸ ਵਿੱਚ ਜ਼ਿਆਦਾ ਹੁੰਦਾ ਹੈ। ਘਟਨਾ ਦਾ ਜਿਹੜਾ ਸਪੇਸ ਟਾਈਮ ਹੈ ਉਹ ਘੱਟ ਹੈ। ਉਹ ਘਟਨਾਵਾਂ ਸਿਗਨਲ ਦੁਆਰਾ ਪ੍ਰਭਾਵਿਤ ਹੋਣ ਦੇ ਲਈ ਬਹੁਤ ਲੇਟ ਹੋ ਜਾਣਗੀਆਂ। ਇਹ ਪਹਿਲਾਂ ਹੀ ਲੰਘ ਗਿਆ ਹੋਵੇਗਾ, ਕਿਉਂਕਿ ਸਮਾਂ ਉਸ ਵਿੱਚ ਪਹਿਲਾਂ ਹੀ ਲੰਘ ਜਾਂਦਾ, ਉਹ ਜ਼ਿਆਦਾ ਹੁੰਦਾ ਅਤੇ ਇਹ ਘਟਨਾਵਾਂ ਸਿਗਨਲ ਦੁਆਰਾ ਪ੍ਰਭਾਵਿਤ ਹੋਣ ਤੋਂ ਬਹੁਤ ਲੇਟ ਹੋ ਜਾਣਗੀਆਂ। ਸਿਗਨਲ ਪਹਿਲਾਂ ਹੀ ਲੰਘ ਜਾਂਦਾ, ਕਿਉਂਕਿ 4 ਸਾਲ ਤੋਂ ਬਾਅਦ ਕੋਈ ਘਟਨਾ ਅਗਰ ਵਾਪਰਦੀ ਹੈ, ਫਲੈਸ਼ ਭੇਜੇ ਜਾਣ ਤੋਂ ਬਾਅਦ ਧਰਤੀ ਦੇ ਉੱਤੇ ਕੋਈ ਘਟਨਾ ਵਾਪਰਦੀ ਹੈ ਤਾਂ ਫਿਰ ਇਹ ਫਲੈਸ਼ ਦੇ ਰਿਲੇਟਿਵ ਟਾਈਮ ਲਾਈਕ ਰਹਿੰਦੀ ਹੈ। ਹੁਣ ਸਪੇਸ ਲਾਈਕ ਵਖਰੇਵੇਂ ਦੀ ਗੱਲ ਹੈ, ਤਾਂ ਸਪੇਸ ਲਾਈਕ ਘਟਨਾਵਾਂ ਕੋਨ ਤੋਂ ਬਾਹਰ ਹੁੰਦੀਆਂ। ਦੂਜੇ ਸ਼ਬਦਾਂ ਵਿੱਚ ਉਹ ਅਜਿਹੀਆਂ ਘਟਨਾਵਾਂ, ਮੈਂ ਫੋਟੋ ਬਣਾ ਹੀ ਦਿੰਦਾ ਉਸ ਦੇ ਵਿੱਚ, ਤਾਂ ਲਾਈਟ ਕੋਨ ਵਾਲੀ ਫੋਟੋ ਲਗਾਤੀ ਹੈ। ਇਸ 'ਚ ਦੂਜੇ ਸ਼ਬਦਾਂ ਵਿੱਚ ਉਹ ਅਜਿਹੀਆਂ ਘਟਨਾਵਾਂ ਹੁੰਦੀਆਂ ਸਪੇਸ ਲਾਈਕ ਵਾਲੀਆਂ ਜਿਨ੍ਹਾਂ ਦੇ -t ਸਕੁਏਅਰ ਪਲੱਸ x ਸਕੁਏਅਰ ਪਲੱਸ y ਸਕੁਏਅਰ ਪਲੱਸ z ਸਕੁਏਅਰ 0 ਤੋਂ ਵੱਡਾ ਹੁੰਦਾ ਹੈ। ਯਾਨੀ ਕਿ ਅਗਰ ਟੀ ਸਕੁਏਅਰ ਵਾਲੀ ਟਰਮ ਨੂੰ ਅਸੀਂ ਉੱਧਰਲੀ ਸਾਈਡ ਲੈ ਕੇ ਜਾਂਦੇ ਤਾਂ ਪੋਜ਼ੀਟਿਵ ਰਹਿੰਦੀ ਹੈ, ਅਤੇ ਇਹ ਐਕਸ ਸਕੁਏਅਰ ਵਾਈ ਸਕੁਏਅਰ ਜ਼ੈਡ ਸਕੁਏਅਰ ਇਸ ਤੋਂ ਵੱਡੀ ਹੁੰਦੀ, ਯਾਨੀ ਕਿ ਸਪੇਸ ਵਾਲੀਆਂ ਘਟਨਾਵਾਂ ਜਿਹੜੀਆਂ ਇਹ ਜ਼ਿਆਦਾ ਵੱਡੀਆਂ ਟਾਈਮ ਤੋਂ, ਤਾਂ ਇਹ ਸਪੇਸ ਲਾਈਕ ਵੱਖਰੇ ਇਹਨਾਂ ਨੂੰ ਕਿਹਾ ਜਾਂਦਾ। ਇਹਨਾਂ ਘਟਨਾਵਾਂ ਦੇ ਲਈ ਓਰੀਜਨ ਤੋਂ ਸਪੇਸ ਦੀ ਦੂਰੀ ਸਮੇਂ ਦੀ ਦੂਰੀ ਨਾਲੋਂ ਵੱਡੀ ਹੁੰਦੀ ਹੈ, ਅਤੇ ਦੁਬਾਰਾ ਇੱਕ ਘਟਨਾ ਦੀ ਸਪੇਸ ਵਰਗੀ ਵਿਸ਼ੇਸ਼ਤਾ ਇਨਵੇਰੀਐਂਟ ਹੁੰਦੀ ਹੈ। ਪ੍ਰਕਾਸ਼ ਸਿਗਨਲ ਤੱਕ ਪਹੁੰਚਣ ਦੇ ਲਈ ਸਪੇਸ ਲਾਈਕ ਘਟਨਾਵਾਂ ਬਹੁਤ ਦੂਰ ਹੁੰਦੀਆਂ, ਯਾਨੀ ਕਿ ਲਾਈਟ ਦਾ ਸਿਗਨਲ ਹਜੇ ਪਹੁੰਚਿਆ ਨਹੀਂ ਹੁੰਦਾ, ਘਟਨਾ ਪਹਿਲਾਂ ਵਾਪਰ ਜਾਂਦੀ ਹੈ। ਤਾਂ ਧਰਤੀ 'ਤੇ ਕੋਈ ਵੀ ਘਟਨਾ ਜੋ ਲਾਈਟ ਸਿਗਨਲ ਦੀ ਯਾਤਰਾ ਸ਼ੁਰੂ ਹੋਣ ਤੋਂ 4 ਸਾਲ ਪਹਿਲਾਂ ਵਾਪਰਦੀ ਹੈ, ਉਹ ਫਲੈਸ਼ ਨੂੰ ਬਣਾਉਣ ਵਾਲੀ ਘਟਨਾ ਦੁਆਰਾ ਪ੍ਰਭਾਵਿਤ ਨਹੀਂ ਹੋ ਸਕਦੀ। ਤਾਂ ਇਹ ਇੱਕ ਆਮ ਸਮਝਣ ਨਾਲ ਗੱਲ ਹੈ ਕਿ ਅਗਰ ਲਾਈਟ ਉੱਥੋਂ ਚੱਲਦੀ ਹੈ ਅਤੇ ਧਰਤੀ ਉੱਤੇ ਕੋਈ ਘਟਨਾ 4 ਸਾਲ ਦੇ ਅੰਦਰ ਅੰਦਰ ਬੀਤਦੀ ਹੈ, ਤਾਂ ਉਹ ਲਾਈਟ ਦੀ ਜਿਹੜੀ ਸਿਗਨਲ ਆ ਜਿਹੜਾ ਉਸਨੂੰ ਉਹਨਾਂ ਦੇ ਨਾਲ ਉਹ ਉੱਥੋਂ ਪ੍ਰਭਾਵਿਤ ਨਹੀਂ ਹੁੰਦੀਆਂ ਉਹ ਘਟਨਾਵਾਂ। ਇਸ ਤੋਂ ਬਾਅਦ ਆ ਜਾਂਦਾ ਲਾਈਟ ਲਾਈਕ ਵਖਰੇਵਾਂ। 2 ਅਸੀਂ ਪੜ੍ਹ ਲਏ ਨੇ, ਇਹ ਉੱਪਰ ਲਿਖ ਦਿੱਤੇ ਨੇ। ਪਹਿਲਾ ਇਹ ਟਾਈਮ ਲਾਈਕ ਹੈ, ਜਿਸ ਵਿੱਚ ਟੀ ਵੱਡਾ, ਇਸ ਵਿੱਚ ਐਸ ਵੱਡਾ ਜਿਹੜੀ ਸਪੇਸ ਟਾਈਮ ਹੈ। ਫਿਰ ਹੁਣ ਲਾਈਟ ਲਾਈਕ ਵਿੱਚ ਇਸ 'ਚ ਬਰਾਬਰ ਹੈ। ਤਾਂ ਅੰਤ ਵਿੱਚ ਲਾਈਟ ਕੋਨ ਦੀ ਘਟਨਾਵਾਂ ਜਿਨ੍ਹਾਂ ਦੇ ਲਈ ਅਸੀਂ ਜਿਹੜਾ -t ਸਕੁਏਅਰ ਹੈ ਜਿਹੜਾ ਪਲੱਸ ਐਕਸ ਸਕੁਏਅਰ ਪਲੱਸ ਵਾਈ ਸਕੁਏਅਰ ਪਲੱਸ ਜ਼ੈਡ ਸਕੁਏਅਰ ਇਜ਼ ਇਕੁਅਲ ਟੂ 0 ਹੁੰਦਾ, ਯਾਨੀ ਕਿ ਇਹ ਟੀ ਸਕੁਏਅਰ ਦੇ ਬਰਾਬਰ ਹੁੰਦੇ, ਐਕਸ ਸਕੁਏਅਰ ਵਾਈ ਸਕੁਏਅਰ ਜ਼ੈਡ ਸਕੁਏਅਰ ਟੀ ਸਕੁਏਅਰ ਦੇ ਬਰਾਬਰ ਹੈ। ਤਾਂ ਇਹ ਉਹ ਬਿੰਦੂ ਹੈ ਜਿੱਥੇ ਇੱਕ ਲਾਈਟ ਸਿਗਨਲ ਓਰੀਜਨ ਤੋਂ ਸ਼ੁਰੂ ਹੁੰਦਾ ਹੋਇਆ ਪਹੁੰਚਦਾ ਹੈ। ਇੱਕ ਵਿਅਕਤੀ ਜੋ ਓਰੀਜਨ ਦੇ ਰਿਲੇਟਿਵ ਇੱਕ ਲਾਈਟ ਲਾਈਕ ਘਟਨਾ ਦੇ ਉੱਤੇ ਹੈ, ਉਹ ਰੋਸ਼ਨੀ ਦੀ ਫਲੈਸ਼ ਨੂੰ ਦੇਖੇਗਾ। ਉਹ ਹਮੇਸ਼ਾ ਉਹ ਫਲੈਸ਼ ਦਾ ਹੀ ਟਾਈਮ ਹੈ ਇੱਕ ਤਰ੍ਹਾਂ ਦਾ, ਉਸੇ ਦੀ ਸਪੇਸ ਹੈ, ਉਸੇ ਦੀ ਗੱਲ ਹੈ, ਉਹ ਲਾਈਟ ਲਾਈਕ ਉਸਨੂੰ ਕਿਹਾ ਜਾਂਦਾ। ਤਾਂ ਹੁਣ ਅਸੀਂ ਲਾਸਟ ਵਿੱਚ ਪੜ੍ਹ ਰਹੇ ਹਾਂ ਇਤਿਹਾਸਕ ਪਹਿਲੂ। ਪਹਿਲਾਂ ਆਈਨਸਟਾਈਨ ਬਾਰੇ ਪੜ੍ਹਾਂਗੇ। ਸਕਰੀਨ ਅਸੀਂ ਵੱਡੀ ਲਾ ਲੈਂਦੇ ਹਾਂ, ਦੂਜੀ ਗੱਲਾਂ ਬਾਤਾਂ ਵਾਲੀ। ਇਸ ਵਿੱਚ ਫੋਟੋ ਦੀ ਸਾਨੂੰ ਜ਼ਰੂਰਤ ਨਹੀਂ ਹੈ, ਫੋਟੋ ਨੂੰ ਅਸੀਂ ਕੱਟ ਹੀ ਦਿੰਦੇ ਹਾਂ। ਅਤੇ ਇਤਿਹਾਸਕ ਪਹਿਲੂ ਵਿੱਚ ਪਹਿਲਾਂ ਆਈਨਸਟਾਈਨ ਬਾਰੇ ਪੜ੍ਹਾਂਗੇ। ਲੋਕ ਅਕਸਰ ਹੈਰਾਨ ਹੁੰਦੇ ਆ ਕਿ ਕੀ ਆਈਨਸਟਾਈਨ ਦੀ ਘੋਸ਼ਣਾ ਕਿ ਸੀ ਭੌਤਿਕ ਵਿਗਿਆਨ ਦਾ ਇੱਕ ਨਿਯਮ ਹੈ, ਯਾਨੀ ਕਿ ਲਾਈਟ ਸਪੀਡ ਆਫ ਲਾਈਟ ਹੈ ਜਿਹੜੀ, ਇਹ ਭੌਤਿਕ ਵਿਗਿਆਨ ਦਾ ਇੱਕ ਨਿਯਮ ਹੈ, ਇਹ ਸਿਧਾਂਤਕ ਸੂਝ ਜਾਂ ਪੂਰਵ ਪ੍ਰਯੋਗਾਤਮਕ ਨਤੀਜਿਆਂ ਦੇ ਆਧਾਰਿਤ ਸੀ, ਜਾਂ ਫਿਰ ਇਹ ਐਕਸਪੈਰੀਮੈਂਟਲ ਜਿਹੜੇ ਕਰੇ ਗਏ ਐਕਸਪੈਰੀਮੈਂਟ ਉਹਨਾਂ ਤੋਂ ਪਹਿਲਾਂ ਦੇ ਜਿਹੜੇ ਸਿਧਾਂਤਕ ਸੂਝ ਸੀਗੀ ਜਾਂ ਉਸਦੇ ਉੱਤੇ ਆਧਾਰਿਤ ਸੀ, ਐਕਸਪੈਰੀਮੈਂਟ ਦੇ ਆਧਾਰਿਤ ਸੀ। ਖਾਸ ਕਰਕੇ ਮਾਈਕਲਸਨ ਮੋਰਲੇ ਦਾ ਜਿਹੜਾ ਇੱਕ ਪ੍ਰਯੋਗ ਸੀਗਾ ਕਿ ਉਸ 'ਤੇ ਆਧਾਰਿਤ ਸੀ ਜਾਂ ਨਹੀਂ। ਤਾਂ ਬੇਸ਼ੱਕ ਅਸੀਂ ਜਵਾਬ ਬਾਰੇ ਨਿਸ਼ਚਿਤ ਨਹੀਂ ਹੋ ਸਕਦੇ। ਕੋਈ ਵੀ ਅਸਲ ਵਿੱਚ ਨਹੀਂ ਜਾਣਦਾ ਕਿ ਦੂਜੇ ਵਿਅਕਤੀ ਦੇ ਮਨ ਵਿੱਚ ਕੀ ਹੁੰਦਾ। ਤਾਂ ਆਈਨਸਟਾਈਨ ਨੇ ਖੁਦ ਦਾਅਵਾ ਕੀਤਾ ਕਿ ਉਹ ਮਾਈਕਲਸਨ ਅਤੇ ਮੋਰਲੇ ਦੇ ਨਤੀਜਿਆਂ ਤੋਂ ਜਾਣੂ ਨਹੀਂ ਸੀ ਜਦੋਂ ਉਸਨੇ ਆਪਣਾ 1905 ਦੇ ਵਿੱਚ ਪੇਪਰ ਲਿਖਿਆ ਸੀ। ਤਾਂ ਮੈਨੂੰ ਲੱਗਦਾ ਕਿ ਉਸ 'ਤੇ ਵਿਸ਼ਵਾਸ ਕਰਨ ਦੇ ਕਾਫੀ ਕਾਰਨ ਹੈ। ਆਈਨਸਟਾਈਨ ਨੇ ਮੈਕਸਵੈਲ ਦੀਆਂ ਸਮੀਕਰਨਾਂ ਨੂੰ ਭੌਤਿਕ ਵਿਗਿਆਨ ਦਾ ਨਿਯਮ ਮੰਨਿਆ।
ਉਹ ਜਾਣਦਾ ਸੀ ਕਿ ਉਹ ਤਰੰਗ ਵਰਗੇ ਹੱਲਾਂ ਨੂੰ ਜਨਮ ਦਿੰਦੀਆਂ, ਤਰੰਗ ਵਰਗੇ ਸੋਲਿਊਸ਼ਨਸ ਨੂੰ। ਤਾਂ 16 ਸਾਲ ਦੀ ਉਮਰ ਵਿੱਚ ਉਹ ਹੈਰਾਨ ਸੀ ਕਿ ਜੇਕਰ ਤੁਸੀਂ ਇੱਕ ਰੋਸ਼ਨੀ ਕਿਰਨ ਦੇ ਨਾਲ ਯਾਤਰਾ ਕਰੋ ਤਾਂ ਕੀ ਹੋਵੇਗਾ? ਤਾਂ ਸਪਸ਼ਟ ਜਵਾਬ ਇਹ ਹੈ ਕਿ ਤੁਸੀਂ ਇੱਕ ਸਥਿਰ ਇਲੈਕਟ੍ਰਿਕ ਅਤੇ ਚੁੰਬਕੀ ਫੀਲਡ ਨੂੰ ਇੱਕ ਤਰੰਗ ਵਰਗੀ ਬਣਤਰ ਦੇ ਨਾਲ ਵੇਖੋਗੇ, ਜੋ ਹਿੱਲਦੀ ਹੋ ਨਹੀਂ, ਯਾਨੀ ਕਿ ਉਹ ਸਮਾਂ ਬੀਤਦਾ ਹੀ ਨਹੀਂ ਉਸ ਵਿੱਚ। ਇਸੇ ਤਰ੍ਹਾਂ ਉਹ ਜਾਣਦਾ ਸੀ ਕਿ ਜੇਕਰ ਇਹ ਗਲਤ ਸੀ, ਉਹ ਜਾਣਦਾ ਸੀ ਕਿ ਇਹ ਗਲਤ ਹੈ, ਗਲਤ ਸੀ ਤੇ ਇਹ ਮੈਕਸਵੈਲ ਦੀਆਂ ਸਮੀਕਰਨਾਂ ਦਾ ਸੋਲਿਊਸ਼ਨ ਨਹੀਂ ਸੀ। ਮੈਕਸਵੈਲ ਦੀਆਂ ਸਮੀਕਰਨਾਂ ਕਹਿੰਦੀਆਂ ਹਨ ਕਿ ਪ੍ਰਕਾਸ਼ ਅਤੇ ਪ੍ਰਕਾਸ਼ ਜਿਹੜਾ ਹੈ ਪ੍ਰਕਾਸ਼ ਦੀ ਗਤੀ ਦੇ ਨਾਲ ਚੱਲਦਾ ਹੈ। ਮੈਕਸਵੈਲ ਦੀਆਂ ਕੁਐਸਚਨਾਂ ਬਾਰੇ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਇਸੇ ਕੋਰਸ ਦੇ ਅਗਲੇ ਭਾਗ ਵਿੱਚ। ਤੇ ਮੈਂ ਇਹ ਮੰਨਣ ਲਈ ਤਿਆਰ ਹਾਂ ਕਿ ਆਈਨਸਟਾਈਨ ਦੇ ਆਪਣੇ ਖਾਤੇ ਦੇ ਅਨੁਸਾਰ ਜਦੋਂ ਉਸਨੇ ਆਪਣਾ ਪੇਪਰ ਲਿਖਿਆ ਤਾਂ ਉਸਨੂੰ ਮਾਈਕਲਸਨ ਮੋਰਲੇ ਪ੍ਰਯੋਗ ਬਾਰੇ ਨਹੀਂ ਪਤਾ ਸੀ। ਆਧੁਨਿਕ ਭਾਸ਼ਾ ਵਿੱਚ ਅਸੀਂ ਆਈਨਸਟਾਈਨ ਦੇ ਤਰਕ ਨੂੰ ਥੋੜ੍ਹਾ ਵੱਖਰੇ ਢੰਗ ਨਾਲ ਸਮਝਾਵਾਂਗੇ। ਅਸੀਂ ਕਹਾਂਗੇ ਕਿ ਮੈਕਸਵੈਲ ਦੀਆਂ ਸਮੀਕਰਨਾਂ ਵਿੱਚ ਅਸੀਂ ਕਿਸੇ ਕਿਸਮ ਦੀ ਸਮਰੂਪਤਾ ਹੁੰਦੀ ਹੈ, ਕੋਆਰਡੀਨੇਟ ਪਰਿਵਰਤਨ ਦੇ ਕੁਝ ਸਮੂਹ ਆ ਜਿਨ੍ਹਾਂ ਦੇ ਅਧੀਨ ਸਮੀਕਰਨਾਂ ਦਾ ਹਰੇਕ ਰੈਫਰੈਂਸ ਫਰੇਮ ਦੇ ਵਿੱਚ ਇੱਕੋ ਰੂਪ ਹੁੰਦਾ ਹੈ। ਅਸੀਂ ਕਹਾਂਗੇ ਕਿ ਮੈਕਸਵੈਲ ਦੀਆਂ ਸਮੀਕਰਨਾਂ ਦੇ ਵਿੱਚ ਕਿਸੇ ਕਿਸਮ ਦੀ ਸਿਮਿਟਰੀ ਹੁੰਦੀ ਹੈ, ਯਾਨੀ ਕਿ ਕੋਆਰਡੀਨੇਟ ਟਰਾਂਸਫਰਮੇਸ਼ਨ ਦੇ ਕੁਝ ਕਲੈਕਸ਼ਨਾਂ ਹੁੰਦੀਆਂ ਜਿਨ੍ਹਾਂ ਦੇ ਅਧੀਨ ਸਮੀਕਰਨਾਂ ਦੇ ਹਰੇਕ ਰੈਫਰੈਂਸ ਫਰੇਮ ਦੇ ਵਿੱਚ ਉਹਨਾਂ ਦਾ ਇੱਕੋ ਰੂਪ ਰਹਿੰਦਾ ਹੈ। ਤਾਂ ਜੇ ਤੁਸੀਂ ਮੈਕਸਵੈਲ ਦੀਆਂ ਸਮੀਕਰਨਾਂ ਲੈਂਦੇ ਹੋ ਜਿਸ ਦੇ ਵਿੱਚ ਐਕਸ ਅਤੇ ਟੀ ਹੁੰਦੇ ਹੈ ਅਤੇ ਪੁਰਾਣੇ ਗਲੀਲੀਅਨ ਨਿਯਮਾਂ ਨੂੰ ਵਿੱਚ ਭਰਦੇ ਹੈ, ਤਾਂ ਫਿਰ ਐਕਸ ਪ੍ਰਾਈਮ ਇਜ਼ ਇਕੁਅਲ ਟੂ ਐਕਸ ਮਾਈਨਸ ਵੀ ਟੀ ਹੁੰਦਾ ਅਤੇ ਟੀ ਪ੍ਰਾਈਮ ਇਜ਼ ਇਕੁਅਲ ਟੂ ਟੀ ਹੁੰਦਾ। ਅਤੇ ਤੁਸੀਂ ਦੇਖੋਗੇ ਕਿ ਇਹ ਸਮੀਕਰਨਾਂ ਪ੍ਰਾਈਮਡ ਕੋਆਰਡੀਨੇਟਸ ਵਿੱਚ ਇੱਕ ਵੱਖਰਾ ਰੂਪ ਲੈਂਦੀਆਂ ਅਤੇ ਉਹਨਾਂ ਦਾ ਉਹੀ ਰੂਪ ਨਹੀਂ ਹੁੰਦਾ ਜਿਵੇਂ ਕਿ ਅਪ੍ਰਾਈਮਡ ਕੋਆਰਡੀਨੇਟਾਂ ਦੇ ਵਿੱਚ ਹੁੰਦਾ। ਤਾਂ ਹਾਲਾਂਕਿ ਜੇਕਰ ਤੁਸੀਂ ਲਾਰੈਂਸ ਟਰਾਂਸਫਰਮੇਸ਼ਨ ਨੂੰ ਮੈਕਸਵੈਲ ਦੀਆਂ ਸਮੀਕਰਨਾਂ ਦੇ ਵਿੱਚ ਜੋੜਦੇ ਆ ਤਾਂ ਪਰਿਵਰਤਿਤ ਮੈਕਸਵੈਲ ਸਮੀਕਰਨਾਂ ਦਾ ਪ੍ਰਾਈਮ ਕੀਤੇ ਹੋਏ ਕੋਆਰਡੀਨੇਟ ਨੇ ਜਿਹੜੇ ਬਿਲਕੁਲ ਉਹਨਾਂ ਦੇ ਵਿੱਚ ਉਹੀ ਰੂਪ ਹੁੰਦਾ ਜਿਵੇਂ ਪ੍ਰਾਈਮ ਨਾ ਕੀਤੇ ਕੋਆਰਡੀਨੇਟਾਂ ਦੇ ਵਿੱਚ ਹੁੰਦਾ ਹੈ। ਤੇ ਆਧੁਨਿਕ ਭਾਸ਼ਾ ਦੇ ਵਿੱਚ ਆਈਨਸਟਾਈਨ ਦੀ ਮਹਾਨ ਪ੍ਰਾਪਤੀ ਇਹ ਮੰਨਣਾ ਸੀ ਕਿ ਮੈਕਸਵੈਲ ਦੀਆਂ ਇਕੁਏਸ਼ਨਾਂ ਦੀ ਸਮਿਟਰੀ ਬਣਤਰ ਗੈਲੀਲੀਓ ਟਰਾਂਸਫਰਮੇਸ਼ਨ ਦੇ ਨਾਲ ਨਹੀਂ ਬਲਕਿ ਲਾਰੈਂਸ ਟਰਾਂਸਫਰਮੇਸ਼ਨ ਦੇ ਨਾਲ ਹੁੰਦੀ ਹੈ। ਤਾਂ ਉਸਨੇ ਇਹ ਸਭ ਇੱਕ ਸਿਧਾਂਤ ਦੇ ਵਿੱਚ ਸਮੇਟਿਆ। ਇੱਕ ਅਰਥ ਵਿੱਚ ਉਸ ਨੂੰ ਅਸਲ ਵਿੱਚ ਮੈਕਸਵੈਲ ਦੇ ਇਕੁਏਸ਼ਨਾਂ ਨੂੰ ਜਾਣਨ ਦੀ ਜ਼ਰੂਰਤ ਹੀ ਨਹੀਂ ਸੀ, ਹਾਲਾਂਕਿ ਬੇਸ਼ੱਕ ਉਹ ਉਹਨਾਂ ਨੂੰ ਜਾਣਦਾ ਸੀ। ਯਾਨੀ ਕਿ ਮੈਂ ਉਸ ਉਹ ਲਾਰੈਂਸ ਵਾਲੀਆਂ ਨੂੰ ਉਹ ਜਾਣਦਾ ਸੀ। ਤਾਂ ਉਸ ਨੂੰ ਸਿਰਫ ਇਹ ਜਾਣਨ ਦੀ ਲੋੜ ਸੀ ਕਿ ਮੈਕਸਵੈਲ ਦੀਆਂ ਸਮੀਕਰਨਾਂ ਭੌਤਿਕ ਵਿਗਿਆਨ ਦਾ ਇੱਕ ਨਿਯਮ ਹੁੰਦੀਆਂ ਅਤੇ ਭੌਤਿਕ ਗਿਆਨ ਦੇ ਨਿਯਮ ਨੂੰ ਪ੍ਰਕਾਸ਼ ਦੀ ਇੱਕ ਨਿਸ਼ਚਿਤ ਵੈਲੋਸਿਟੀ ਦੇ ਨਾਲ ਚੱਲਣ ਦੀ ਉਹ ਲੋੜ ਹੁੰਦੀ ਆ। ਤਾਂ ਉੱਥੋਂ ਉਹ ਕੇਵਲ ਪ੍ਰਕਾਸ਼ ਕਿਰਨਾਂ ਦੀ ਗਤੀ ਦੇ ਨਾਲ ਹੀ ਕੰਮ ਕਰ ਸਕਦਾ ਸੀ। ਹੁਣ ਲੋਰੈਂਸ ਬਾਰੇ ਪੜ੍ਹਾਂਗੇ, ਇਤਿਹਾਸਕ ਪਹਿਲੂ।